ਅਸਾਂ ਤਸਵੀਰਾਂ ਰਾਹੀਂ ਬੱਚਿਆਂ ਨੂੰ ਵੇਖਿਆ, ਫਿਰ ਨਵਰਾਜ ਨੂੰ ਬੁਖਾਰ ਆਉਣ ਲੱਗ ਪਿਆ। ਕਈ ਦਿਨ ਗੁਜ਼ਰ ਗਏ ਤਾਂ ਘਬਰਾ ਗਈ ਸਾਂ। ਸਯਾਦ ਦੇ ਖੱਤ ਦਾ ਜਵਾਬ ਦਿੱਤਾ ਤਾਂ ਖੱਤ ਵਿੱਚ ਬੁਖਾਰ ਬਾਰੇ ਵੀ ਲਿਖਿਆ ਗਿਆ। ਵਾਪਸੀ ਡਾਕ ਚੋਂ ਜੋ ਖੱਤ ਆਇਆ, ਉਹ ਮੇਰੇ ਜ਼ਿਹਨ ਵਿੱਚ ਅਜੇ ਤੱਕ ਉਕਰਿਆ ਹੋਇਆ ਹੈ। ਲਿਖਿਆ ਸੀ, ਮੈਂ ਸਾਰੀ ਰਾਤ ਖੁਦਾ ਅੱਗੇ ਦੁਆ ਕਰਦਾ ਰਿਹਾ ਕਿ ਤੇਰਾ ਬੱਚਾ ਰਾਜੀ ਹੋ ਜਾਵੇ। ਅਰਬੀ ਕਹਾਵਤ ਹੈ ਕਿ ਜਦੋਂ ਦੁਸ਼ਮਣ ਦੁਆ ਕਰੇ ਤਾਂ ਉਹ ਦੁਆ ਜ਼ਰੂਰ ਕਬੂਲੀ ਹੁੰਦੀ ਹੈ। ਇਸ ਵੇਲੇ ਮੈਂ ਦੁਨੀਆ ਦੀ ਨਜ਼ਰ ਵਿੱਚ ਤੇਰਾ ਦੁਸ਼ਮਣ ਹਾਂ। ਉਂਝ ਖੁਦਾ ਨਾ ਕਰੇ ਕਿ ਮੈਂ ਕਦੇ ਵੀ ਤੇਰਾ ਜਾਂ ਤੇਰੇ ਬੱਚੇ ਦਾ ਦੁਸ਼ਮਣ ਹੋਵਾਂ। ਅੱਜ ਆਖਾਂ ਵਾਰਿਸ ਸ਼ਾਹ ਨੂੰ ਨਜ਼ਮ ਤੋਂ ਪਹਿਲਾਂ ਦੇਸ਼ ਦੀ ਵੰਡ ਬਾਰੇ ਇੱਕ ਹੋਰ ਨਜ਼ਮ ਲਿਖੀ ਸੀ, ਗੁਆਂਢੀ ਸੁਤੰਤਰਤਾ। ਲਿਖਦਿਆਂ ਹੀ ਸਯਾਦ ਨੂੰ ਭੇਜ ਦਿੱਤੀ ਸੀ। ਉਹ ਨਜ਼ਮ ਮੇਰੇ ਕੋਲੋਂ ਪੰਜਾਬੀ ਵਿੱਚ ਗੁਆਚ ਗਈ, ਇਸ ਲਈ ਕਦੇ ਮੇਰੀ ਜ਼ੁਬਾਨ ਵਿੱਚ ਨਹੀਂ ਛਪੀ। ਪਰ ਸਯਾਦ ਨੇ ਖੱਤ ਵਿੱਚ ਲਿਖੀ ਨਜ਼ਮ ਦਾ ਅੰਗਰੇਜ਼ੀ ਅਨੁਵਾਦ ਕੀਤਾ ਤੇ ਉਹ ਪਾਕਿਸਤਾਨੀ ਟਾਈਮਜ਼ ਵਿੱਚ ਛਪੀ। ਫਿਰ ਕੁਝ ਵਰ੍ਹਿਆਂ ਪਿੱਛੋਂ ਸਾਹਿਰ ਦੀ ਮੁਲਾਕਾਤ ਤੇ ਮੈਂ ਇੱਕ ਨਜ਼ਮ ਲਿਖੀ, 7 ਵਰ੍ਹੇ। ਉਹ ਭਾਵੇਂ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਨਹੀਂ ਸੀ ਗਿਆ, ਉਹ ਹਿੰਦੁਸਤਾਨ ਵਿੱਚ ਸੀ, ਪਰ 7 ਵਰ੍ਹੇ ਉਹਦੇ ਨਾਲ ਮੁਲਾਕਾਤ ਨਹੀਂ ਸੀ ਹੋ ਸਕੀ। 7 ਵਰ੍ਹਿਆਂ ਪਿੱਛੋਂ ਮਿਲਿਆ ਤਾਂ ਜਿਹੜੀ ਨਜ਼ਮ ਲਿਖੀ ਛਪੀ, ਉਹ ਕਿਸੇ ਤਰ੍ਹਾਂ ਪਾਕਿਸਤਾਨ ਵੀ ਪਹੁੰਚ ਗਈ। ਸਯਾਦ ਨੇ ਪੜ੍ਹੀ ਤੇ ਮੈਨੂੰ ਖੱਤ ਲਿਖਿਆ, ਮੈਂ ਤੈਨੂੰ ਮਿਲਣ ਲਈ ਹਿੰਦੁਸਤਾਨ ਆਉਣਾ ਚਾਹੁੰਦਾ ਹਾਂ, 15-20 ਦਿਨ ਦੀ ਛੁੱਟੀ ਲੈ ਕੇ। ਤੂੰ ਬੜੀ ਉਦਾਸ ਜਾਪਣੀ ਏ। ਮੈਂ ਤੇ ਰੇ ਨਾਲ ਉਹਦੀਆਂ ਗੱਲਾਂ ਕਰਾਂਗਾ, ਜਿਹਦੇ ਲਈ ਤੂੰ 7 ਵਰ੍ਹੇ ਨਜ਼ਮ ਲਿਖੀ ਹੈ। ਉਹ 18 ਦਿਨ ਦਿੱਲੀ ਆ ਕੇ ਰਿਹਾ, ਰਾਤ ਮੈਰੀਨਾ ਹੋਟਲ ਵਿੱਚ ਤੇ ਸਾਰਾ ਦਿਨ ਮੇਰੇ ਕੋਲ। ਇਹ ਮੇਰੀ ਜ਼ਿੰਦਗੀ ਵਿੱਚ ਪਹਿਲਾ ਵਕਤ ਸੀ ਮੈਂ ਜਾਣਿਆ ਕਿ ਦੁਨੀਆ ਵਿੱਚ ਮੇਰਾ ਵੀ ਕੋਈ ਦੋਸਤ ਹੈ, ਹਰ ਹਾਲ ਵਿੱਚ ਦੋਸਤ। ਤੇ ਪਹਿਲੀ ਵਾਰ ਜਾਣਿਆ ਕਿ ਨਜ਼ਮ ਸਿਰਫ ਇਸ਼ਕ ਦੇ ਤੂਫਾਨ ਵਿੱਚੋਂ ਹੀ ਨਹੀਂ ਨਿਕਲਦੀ, ਇਹ ਦੋਸਤੀ ਦੀਆਂ ਸ਼ਾਂਤ ਕੂਲਾਂ ਦੇ ਪਾਣੀਆਂ ਵਿੱਚੋਂ ਵੀ ਤਰਦੀ ਆ ਜਾ ਸਕਦੀ ਹੈ। ਸਯਾਦ ਦੇ ਜਾਣ ਵੇਲੇ ਮੈਂ ਨਜ਼ਮ ਲਿਖੀ, ਸਾਨੂੰ ਖੰਭ ਵਿਕੰਦੜੇ ਲੈ ਕੇ ਲੈ ਦੇਵੇ ਪਰਦੇਸੀਆ, ਜਾਂ ਰਹਿ ਪਊ ਸਾਡੇ ਕੋਲ। ਇੱਕ ਵਾਰ ਲਾਹੌਰ ਕਿਸੇ ਦਾਵਤ ਵਿੱਚ ਸਯਾਦ ਦੇ ਇੱਕ ਦੋਸਤ ਦੀ ਬੀਵੀ ਨੇ ਮਿਠਾਈਆਂ ਵਰਤਾਉਂਦਿਆਂ ਸਯਾਦ ਨੂੰ ਬਾਰ-ਬਾਰ ਅਮਰਤੀ ਪੇਸ਼ ਕੀਤੀ। ਸਯਾਦ ਨੇ 1-2 ਵਾਰਾਂ ਹੱਸ ਛੱਡਿਆ, ਪਰ ਫੇਰ ਸੰਜੀਦਾ ਹੋ ਕੇ ਆਖਣ ਲੱਗਾ, ਭਾਬੀ, ਉਹਨਾਂ ਦੇ ਨਾਂ ਤੇ ਮੈਨੂੰ ਅੱਜ ਮਜ਼ਾਕ ਕੀਤਾ ਏ, ਫੇਰ ਕਦੇ ਨਾ ਕਰੀਂ। ਤੈਨੂੰ ਪਤਾ ਨਹੀਂ, ਮੇਰੀ ਮੁਹੱਬਤ ਵਿੱਚ ਉਹਦੇ ਲਈ ਪ੍ਰਸਤਿਸ਼ ਵੀ ਸ਼ਾਮਿਲ ਹੈ। ਉਹਦੀ ਹੁਸੀਨ ਰੂਹ ਦਾ ਇੱਕ ਹੋਰ ਵਾਕਿਆ ਯਾਦ ਆਇਆ ਹੈ। ਅਸੀਂ ਕਨਾਟ ਪਲੇਸ ਤੋਂ ਘਰ ਆਏ ਸਾਂ ਸਕੂਟਰ ਵਿੱਚ। ਸਕੂਟਰ ਵਾਲੇ ਨੇ ਕੁਝ ਬਹੁਤੇ ਹੀ ਪੈਸੇ ਮੰਗੇ। ਮੈਂ ਉਹਨੂੰ ਪੈਸਿਆਂ ਬਾਰੇ ਕੁਝ ਕਹਿ ਰਹੀ ਸਾਂ ਤਾਂ ਸਯਾਦ ਨੇ ਛੇਤੀ ਨਾਲ ਜਿੰਨੇ ਪੈਸੇ ਉਸ ਮੰਗੇ ਸਨ ਫੜਾ ਦਿੱਤੇ ਤੇ ਉਹਦੇ ਜਾਣ ਪਿੱਛੋਂ ਮੈਨੂੰ ਕਹਿਣ ਲੱਗਾ, ਇਹ ਜਿੰਨੇ ਵੀ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਹਨ, ਮੈਨੂੰ ਜਾਪਦਾ ਹੈ ਮੈਂ ਸਾਰਿਆਂ ਦਾ ਕੁਝ ਦੇਣਾ ਹੈ। ਕਾਸ਼ ਇਸ ਮਨੁੱਖ ਦੀ ਰੂਹ ਕੋਲੋਂ ਸਾਰੀ ਦੁਨੀਆ ਦੀ ਰਾਜਨੀਤੀ ਤੇ ਬਹੁਤਾ ਨਹੀਂ ਤਾਂ ਭੋਰਾ ਕੁ ਦਿਲ ਹੀ ਮੰਗ ਲੈਂਦੀ। ਫਿਰ ਰਾਜਨੀਤੀਆਂ ਦੇ ਕਾਰਨ ਦੋਹਾਂ ਦੇਸ਼ਾਂ ਵਿੱਚ ਕਿਤਾਬਤ ਬੰਦ ਹੋ ਗਈ। ਉਹਨਾਂ ਵਰ੍ਹਿਆਂ ਵਿੱਚ ਮੈਂ ਬੜੀ ਔਖੀ ਹਾਲਤ ਵਿੱਚ ਲੰਘ ਰਹੀ ਸਾਂ, ਬੜੀ ਇਕੱਲੀ ਸਾਂ। ਸਯਾਦ ਦਾ ਖੱਤ ਵੀ ਮੇਰੇ ਨਾਲ ਨਹੀਂ ਸੀ। ਉਹਨਾਂ ਦਿਨਾਂ ਵਿੱਚ ਕਈ ਮਹੀਨੇ ਇੱਕ ਸਾਈਕੈਟਰਿਸਟ ਦੇ ਇਲਾਜ ਵਿੱਚ ਰਹੀ ਸਾਂ। ਉਹਦੇ ਕਹਿਣ ਤੇ ਆਪਣੀਆਂ ਸੋਚਾਂ ਤੇ ਸੁਪਨੇ ਜੋ ਉਹਦੇ ਲਈ ਲਿਖੇ ਸਨ, ਉਹਦੇ ਲਈ ਫਿਰ ਕਾਲਾ ਗੁਲਾਬ ਕਿਤਾਬ ਵਿੱਚ ਛਾਪੇ। ਫਿਰ ਇਮਰੋਜ਼ ਮੇਰੀ ਜ਼ਿੰਦਗੀ ਵਿੱਚ ਆਇਆ। ਦੋਹਾਂ ਦੇਸ਼ਾਂ ਵਿੱਚ ਕੁਝ ਚਿਰ ਲਈ ਕਿਤਾਬਤ ਵੀ ਖੁੱਲ੍ਹੀ। ਫਿਰ ਮੈਂ ਤੇ ਇਮਰੋਜ਼ ਨੇ ਸਯਾਦ ਨੂੰ ਖੱਤ ਲਿਖਿਆ। ਜਵਾਬ ਵਿੱਚ ਉਹਦਾ ਜਿਹੜਾ ਖੱਤ ਇਮਰੋਜ਼ ਨੂੰ ਆਇਆ, ਦੁਨੀਆ ਦੀ ਸਭ ਤਵਾਰੀਖਾਂ ਉਹਦੇ ਅੱਗੇ ਸਲਾਮ ਕਰ ਸਕਦੀਆਂ ਹਨ। ਲਿਖਿਆ ਸੀ, ਮੇਰੇ ਦੋਸਤ, ਮੈਂ ਤੈਨੂੰ ਵੇਖਿਆ ਨਹੀਂ, ਪਰ ਐਮੀ ਦੀਆਂ ਅੱਖਾਂ ਵਿੱਚੋਂ ਵੇਖ ਲਿਆ ਹੈ ਤੇ ਅੱਜ ਦੁਨੀਆ ਦੀ ਤਵਾਰੀਖ ਵਿੱਚ ਜੋ ਨਹੀਂ ਹੋਇਆ ਉਹ ਹੋਇਆ ਹੈ। ਮੈਂ ਤੇਰਾ ਰਕੀਬ ਤੈਨੂੰ ਸਲਾਮ ਭੇਜਦਾ ਹਾਂ। ਇੱਕ ਸਜਦਾ। 1973 ਦਾ ਅਗਸਤ 18 ਤਰੀਕ ਅਸ਼ੋਕਾ ਹੋਟਲ ਤੋਂ ਫੋਨ ਆਇਆ। ਪਾਕਿਸਤਾਨ ਤੋਂ ਸੁਲਾਹ ਦੀ ਗੱਲਬਾਤ ਕਰਨ ਆਏ ਡੈਲੀਗੇਸ਼ਨ ਦਾ ਇੱਕ ਮੈਂਬਰ ਬੋਲ ਰਿਹਾ ਹਾਂ। ਰੋਟੀ ਖਾਂਦੀ ਪਈ ਸਾਂ, ਗਰਾਹੀ ਹੱਥ ਵਿੱਚ ਰਹਿ ਗਈ। ਮਨ ਦੀਆਂ ਖੋਹਾਂ ਤੱਕ ਰੱਜ ਗਿਆ। ਘੜੀ ਵੱਲ ਵੇਖਣ ਲੱਗ ਪਈ। ਹੁਣੇ ਅੱਧੇ ਘੰਟੇ ਨੂੰ ਉਸ ਫੋਨ ਵਾਲੇ ਚੰਗੇ ਆਦਮੀ ਨੇ ਸਯਾਦ ਦਾ ਖੱਤ ਤੇ ਉਹਦੀ ਭੇਜੀ ਹੋਈ ਇੱਕ ਕਿਤਾਬ ਆ ਕੇ ਦੇਣੀ ਸੀ। ਅੱਧੇ ਘੰਟੇ ਪਿੱਛੋਂ ਆਉਣ ਵਾਲੇ ਨੂੰ ਲੈਂਪ ਸ਼ੇਡ ਉੱਤੇ ਪੇਂਟ ਕੀਤਾ ਹੋਇਆ ਫੈਜ਼ ਦਾ ਸ਼ੇਰ ਵਿਖਾਇਆ ਤੇ ਲਾਇਬ੍ਰੇਰੀ ਦੀਆਂ ਅਲਮਾਰੀਆਂ ਉੱਤੇ ਪੇਂਟ ਕੀਤਾ ਹੋਇਆ ਕਾਸਮੀ ਦਾ ਸ਼ੇਰ। ਆਖਿਆ, ਇਸ ਵਾਰੀ ਸੁਲਾਹ ਦੀ ਗੱਲਬਾਤ ਨੂੰ ਨੇਪਰੇ ਚਾੜ੍ਹ ਕੇ ਜਾਣਾ। ਉਹਨਾਂ ਦੇਸ਼ਾਂ ਵਿੱਚ ਕਾਹਦੀ ਦੁਸ਼ਮਣੀ ਜਿਨ੍ਹਾਂ ਦੇ ਸ਼ਾਇਰ ਇੱਕ ਦੂਜੇ ਦੇ ਘਰਾਂ ਦੀਆਂ ਕੰਧਾਂ ਉੱਤੇ ਬੈਠੇ ਹੋਏ ਨੇ।
ਪਿਆਰਾ ਜਿਹਾ ਜਵਾਬ ਮਿਲਿਆ, ਇਨਸ਼ਾ ਅੱਲਾ ਜ਼ਰੂਰ ਸੁਲਾਹ ਹੋਵੇਗੀ। ਤੇ ਉਸ ਚੰਗੇ ਕਸਾਦ ਦੇ ਜਾਣ ਪਿੱਛੋਂ ਖੱਤ ਖੋਲ੍ਹਿਆ, ਅੱਖਰਾਂ ਦਾ ਜਾਦੂ ਵੇਖਿਆ ਜੋ ਕਾਲੀ ਸਿਆਹੀ ਵਿੱਚ ਨਹਾ ਕੇ ਸੁਨਹਿਰੀ ਹੋ ਕੇ ਜਾਪਦੇ ਸਨ। ਐਮੀ ਤੈਨੂੰ ਖੱਤ ਭੇਜਣ ਦਾ ਮੌਕਾ ਖੁੰਝਾਇਆ ਨਹੀਂ ਜਾ ਸਕਦਾ। ਜਦੋਂ ਵੀ ਕੋਈ ਮਿਹਰਬਾਨ ਦਿਲ ਦਾ ਬੰਦਾ ਸਰਹੱਦ ਨੂੰ ਚੀਰਨ ਲੱਗਦਾ ਹੈ। ਮੇਰਾ ਪਿਛਲਾ ਖੱਤ ਤੈਨੂੰ ਰੋਮ ਤੋਂ ਪੋਸਟ ਹੋਇਆ ਸੀ। ਉਹ ਇੱਕ ਉਸ ਦੋਸਤ ਨੇ ਕੀਤਾ ਸੀ ਜੋ ਸਾਡੇ ਪਹਿਲੇ ਪ੍ਰੈਜ਼ੀਡੈਂਟ ਨਾਲ ਉੱਥੇ ਗਿਆ ਸੀ। ਮੈਨੂੰ ਉਮੀਦ ਹੈ ਮਿਲ ਗਿਆ ਹੋਵੇਗਾ। ਇਸ ਵਾਰੀ ਇੱਕ ਅਜਿਹਾ ਸਬੱਬ ਹੈ ਕਿ ਇਹ ਖੱਤ ਸ਼ਾਇਦ ਤੈਨੂੰ ਦਸਤੀ ਪਹੁੰਚਾਇਆ ਜਾ ਸਕੇ। ਇਹਨੂੰ ਲਿਆਉਣ ਵਾਲਾ ਮੇਰਾ ਇੱਕ ਪਿਆਰਾ ਦੋਸਤ ਹੈ। ਉਹ ਸ਼ਾਇਦ ਤੈਨੂੰ ਮਿਲਣ ਹੀ ਸੰਭਵ ਬਣਾ ਲਵੇ। ਮੈਂ ਤੈਨੂੰ ਵੇਖਣਾ ਚਾਹੁੰਦਾ ਹਾਂ, ਇੰਨਾ ਕਿ ਭਾਵੇਂ ਇੱਕ ਇਤਬਾਰੀ ਦੋਸਤ ਦੀਆਂ ਅੱਖਾਂ ਨਾਲ ਨਹੀਂ ਵੇਖਾਂ। ਮੈਂ ਉਹਨੂੰ ਆਖਿਆ ਸੀ ਫੋਨ ਕਰੇ, ਪੁੱਛੇ ਕਿ ਮੁਲਾਕਾਤ ਸੰਭਵ ਹੋ ਸਕਦੀ ਹੈ। ਜੇ ਹੋ ਜਾਵੇ ਤਾਂ ਉਹ ਜਦੋਂ ਵਾਪਸ ਆਵੇਗਾ ਮੈਂ ਉਹਨੂੰ ਕਿੰਨਾ ਚਿਰ ਕਈ ਸਵਾਲ ਪੁੱਛਦਾ ਰਵਾਂਗਾ। ਉਹ ਇੰਝ ਲੱਗਦੀ ਸੀ। ਉਹਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਸਨ। ਹੱਸੀ ਸੀ। ਮੇਰੇ ਬਾਰੇ ਉਹਨੇ ਕੀ ਕਿਹਾ ਸੀ? ਉਹ ਅਜੇ ਵੀ ਉਸੇ ਤਰ੍ਹਾਂ ਹੈ। 100 ਸਵਾਲ। ਉਹ ਖੁਦ ਨਸੀਬ ਹੈ। ਮੈਂ ਇੱਕ ਉੜਦੇ ਪਲ ਦੇ ਮੇਲ ਲਈ ਵੀ ਤਰਿਹਾਇਆ ਹਾਂ। ਖਲੀਲ ਜਿਬਰਾਨ ਨੇ ਜਦੋਂ ਆਖਿਆ ਸੀ, ਜ਼ਿੰਦਗੀ ਦਾ ਮਕਸਦ ਜ਼ਿੰਦਗੀ ਦੇ ਭੇਤਾਂ ਤੱਕ ਪਹੁੰਚਣਾ ਹੈ ਤੇ ਦੀਵਾਨਗੀ ਇਸ ਦਾ ਇੱਕੋ ਇੱਕ ਰਾਹ ਹੈ। ਸੋਚ ਰਹੀ ਸਾਂ ਉਹ ਸਯਾਦ ਦਾ ਨਾਂ ਖਲੀਲ ਜਿਬਰਾਨ ਹੁੰਦਾ ਸੀ। ਮੈਨੂੰ ਆਪਣੀ ਦੀਵਾਨਗੀ ਉੱਤੇ ਮਾਣ ਹੈ, ਪਰ ਉਹ ਦੀਵਾਨਗੀ ਵੀ ਸਯਾਦ ਦੀ ਦੀਵਾਨਗੀ ਸਾਹਮਣੇ ਸਜਦੇ ਵਿੱਚ ਝੁਕੀ ਹੋਈ ਹੈ। ਕਕਨੂਸੀ ਨਸਲ। ਤਵਾਰੀਖ ਦੱਸਦੀ ਹੈ ਫਿਨੀਕਸ ਨਾਲ ਆਪਣੇ ਆਪੇ ਨੂੰ ਪਛਾਣਦੀ ਨਸਲ ਨੇ ਆਪਣਾ ਨਾਂ ਫਿਨੀਸ਼ੀਅਨ ਰੱਖਿਆ ਸੀ। ਕਕਨੂਸ ਮੁੜ ਮੁੜ ਆਪਣੀ ਰਾਖ ਵਿੱਚੋਂ ਜਨਮ ਲੈਂਦਾ ਹੈ। ਮਨੁੱਖਾਂ ਦੀ ਜਿਹੜੀ ਨਸਲ ਨੇ ਹਰ ਤਬਾਹੀ ਵਿੱਚੋਂ ਲੰਘ ਸਕਣ ਦੀ ਆਪਣੀ ਆਦਤ ਨੂੰ ਪਛਾਣਿਆ, ਆਪਣਾ ਨਾਂ ਸੜ ਮੁੱਕਦੇ ਤੇ ਆਪਣੀ ਰਾਖ ਵਿੱਚੋਂ ਮੁੜ ਪੈਦਾ ਹੁੰਦੇ ਕਕਨੂਸ ਨਾਲ ਜੋੜ ਲਿਆ। ਇਹ ਫਿਨਿਕਸ ਸੂਰਜ ਦੀ ਪੂਜਾ ਨਾਲ ਸੰਬੰਧਿਤ ਹੈ। ਸੂਰਜ ਜੋ ਰੋਜ਼ ਡੁੱਬਦਾ ਹੈ ਤੇ ਰੋਜ਼ ਚੜ੍ਹਦਾ ਹੈ। ਤੇ ਇਹ ਫਿਨੀਸ਼ੀਅਨਜ਼ ਜਿਨ੍ਹਾਂ ਦੀ ਮੁੱਢਲੀ ਧਰਤੀ ਅੱਜ ਤੱਕ ਤਵਾਰੀਖ ਨੂੰ ਪਤਾ ਨਹੀਂ, ਭਾਵੇਂ ਉਹਨਾਂ ਦੇ ਸੰਬੰਧ ਸਮਰ ਤੇ ਹਿੰਦੁਸਤਾਨ ਨਾਲ ਲੱਭਦੇ ਹਨ, ਹਮੇਸ਼ਾ ਸੂਰਜ ਦੀ ਪੂਜਾ ਕਰਦੇ ਸਨ। ਊਨ ਸੂਰਜ ਦਾ ਇੱਕ ਨਾਂ ਸੀ। ਇਸੇ ਲਈ ਫਿਨੀਸ਼ੀਅਨਜ਼ ਨੇ ਜਦੋਂ ਯੂਰਪ ਵਿੱਚ ਨਵੀਂ ਧਰਤੀ ਲੱਭੀ, ਉਹਨਾਂ ਨਾਂ ਐਨ-ਓਨ-ਡੋਨ ਸੂਰਜ ਦਾ ਸ਼ਹਿਰ ਰੱਖਿਆ ਜੋ ਅੱਜ ਲੰਦਨ ਹੈ। ਇਜ਼ਰਾਈਲ ਦੇ ਜਦੋਂ 12 ਕਬੀਲੇ ਖਿੰਡੇ ਸਨ, ਜਾਪਦਾ ਹੈ ਉਹਨਾਂ ਵਿੱਚੋਂ ਵੀ ਕੁਝ ਲੋਕ ਫਿਨੀਸ਼ੀਅਨਜ਼ ਨਾਲ ਰਲ ਗਏ ਸਨ, ਕਿਉਂਕਿ ਲਫ਼ਜ਼ ਇੰਗਲੈਂਡ ਦੀਆਂ ਜੜ੍ਹਾਂ ਹੀਬਰੂ ਜ਼ਬਾਨ ਵਿੱਚ ਸਨ। ਜੋਜ਼ਫ ਕਬੀਲੇ ਦਾ ਚਿੰਨ੍ਹ ਬੈਲ ਹੁੰਦਾ ਸੀ। ਬੈਲ ਲਈ ਹੀਬਰੂ ਵਿੱਚ ਐਂਗਲ ਲਫ਼ਜ਼ ਹੈ। ਨਵੀਂ ਲੱਭੀ ਧਰਤੀ ਨੂੰ ਉਹਨਾਂ ਲੋਕਾਂ ਨੇ ਐਂਗਲਲੈਂਡ ਦਾ ਨਾਂ ਦਿੱਤਾ ਜੋ ਅੱਜ ਇੰਗਲੈਂਡ ਹੈ। ਮੇਰੀ ਸੋਚ ਦਾ ਤਵਾਰੀਖ ਨਾਲ ਸਿਰਫ ਇੰਨਾ ਸੰਬੰਧ ਹੈ ਕਿ ਜਿਹੜੀ ਨਸਲ ਨੇ ਫਿਨਿਕਸ ਨਾਲ ਆਪਣਾ ਸੰਬੰਧ ਜੋੜਿਆ ਸੀ, ਉਹ ਸੰਬੰਧ ਮੈਨੂੰ ਬੜਾ ਆਪਣਾ ਤੇ ਪਛਾਣਿਆ ਹੋਇਆ ਜਾਪਦਾ ਹੈ। ਫਿਨੀਸ਼ੀਅਨ ਰੇਸ ਨੇ ਮੈਂ ਆਪਣੀ ਜ਼ਬਾਨ ਵਿੱਚ ਕਕਨੂਸੀ ਨਸਲ ਆਖ ਸਕਦੀ ਹਾਂ। ਦੁਨੀਆ ਦੇ ਸਭ ਅਸਲ ਲੇਖਕ ਮੈਨੂੰ ਕਕਨੂਸੀ ਨਸਲ ਜਾਪਦੇ ਹਨ। ਤਖਲੀਕੀ ਅਮਲ ਦੀ ਅੱਗ ਵਿੱਚ ਸੜਦੇ ਤੇ ਫਿਰ ਆਪਣੀ ਰਾਖ ਵਿੱਚੋਂ ਰਚਨਾ ਦੇ ਰੂਪ ਵਿੱਚ ਪੈਦਾ ਹੁੰਦੇ। ਬਹੁਤੇ ਸਾਲ ਹੋਏ। ਸੂਰਜ ਤੇ ਸਿਆਲ ਨਾਂ ਦੇ ਲੇਖ ਵਿੱਚ ਮੈਂ ਲਿਖਿਆ ਸੀ, ਸੂਰਜ ਦੇ ਡੁੱਬਣ ਨਾਲ ਮੇਰਾ ਕੁਝ ਰੋਜ਼ ਡੁੱਬਦਾ ਹੈ ਤੇ ਇਹਦੇ ਮੁੜ ਅਸਮਾਨੇ ਚੜ੍ਹਨ ਨਾਲ ਮੇਰਾ ਕੁਝ ਰੋਜ਼ ਅਸਮਾਨੇ ਚੜ੍ਹਦਾ ਹੈ। ਰਾਤ ਮੇਰੇ ਲਈ ਹਮੇਸ਼ਾ ਹਨੇਰੇ ਦੀ ਇੱਕ ਝਣਾਅ ਵਾਂਗ ਰਹੀ ਹੈ, ਜਿਹਨੂੰ ਰੋਜ਼ ਇਸ ਲਈ ਤਰਨਾ ਹੁੰਦਾ ਹੈ ਕਿ ਉਹਦੇ ਪਰਲੇ ਪਾਰ ਸੂਰਜ ਹੈ। ਤੇ ਲਿਖਿਆ ਸੀ, ਇਹ ਸਭ ਚੇਤਨ ਤੌਰ ਤੇ ਨਹੀਂ, ਕਦੋਂ ਹੋਇਆ, ਕਿਉਂ ਹੋਇਆ, ਪਤਾ ਨਹੀਂ। ਮੈਂ ਇਸ ਨੂੰ ਸਿਰਫ ਚੇਤਨ ਤੌਰ ਤੇ ਸਮਝਣ ਦਾ ਯਤਨ ਕੀਤਾ ਹੈ। ਯਾਦ ਹੈ, ਬਹੁਤ ਛੋਟੀ ਸਾਂ ਜਦੋਂ ਸੂਰਜ ਦੇ ਡੁੱਬਣ ਵੇਲੇ ਅਚਾਨਕ ਰੋਣ ਲੱਗ ਪੈਂਦੀ ਸਾਂ। ਮਾਂ ਕਦੇ ਪਿਆਰ ਕਰਦੀ, ਕਦੇ ਝਿੜਕਦੀ ਤੇ ਕਦੇ ਮੈਨੂੰ ਥਾਪੜ ਕੇ ਸੁਆਉਂਦੀ। ਉਹਦਾ ਦਾਰੂ ਲੱਭ ਕੇ ਦਿੰਦੀ ਸੀ। ਬਸ ਅੱਖੀਂ ਮੀਟੀ ਸੂਰਜ ਆਇਆ। ਉਹਨੂੰ ਰੋਜ਼ ਮੇਰਾ ਸਵਾਲ ਹੁੰਦਾ ਸੀ, ਪਰ ਸੂਰਜ ਡੁੱਬਿਆ ਕਿਉਂ? ਸੂਰਜ ਦਾ ਜ਼ਿਕਰ ਮੁੜ ਮੁੜ ਕੇ ਮੇਰੀਆਂ ਨਜ਼ਮਾਂ ਵਿੱਚ ਆਉਂਦਾ ਰਿਹਾ। ਸਿਰਫ 1973 ਵਿੱਚ ਮੈਂ ਚੇਤਨ ਤੌਰ ਤੇ ਪੁਰਾਣੀਆਂ ਲਿਖਤਾਂ ਫੋਲੀਆਂ, ਵੇਖਿਆ ਕਿ ਇਹ ਜ਼ਿਕਰ ਕਿਵੇਂ ਆਉਂਦਾ ਰਿਹਾ। 1974 ਵਿੱਚ ਦੇਸ਼ ਦੀ ਤਕਸੀਮ ਵੇਲੇ ਜਬਰੀ ਚੁੱਕੀਆਂ ਔਰਤਾਂ ਦੀ ਕੁੱਖੋਂ ਪੈਦਾ ਹੋਏ ਮਜਬੂਰ ਬੱਚੇ ਦੀ ਜ਼ਬਾਨੀ ਇੱਕ ਨਜ਼ਮ ਲਿਖੀ ਸੀ। ਮੇਰਾ ਖਿਆਲ ਹੈ ਸੂਰਜ ਦਾ ਪਹਿਲਾ ਤੇ ਤਕੜਾ ਜ਼ਿਕਰ ਉਹਦੇ ਵਿੱਚ ਆਇਆ ਸੀ। ਤਰਕਾਰ ਹਾਂ ਮੈਂ ਉਹ ਜਿਹੜੀ ਇਨਸਾਨ ਉੱਤੇ ਪੈ ਰਹੀ, ਪੈਦਾਇਸ਼ ਹਾਂ ਉਸ ਵਕਤ ਦੀ ਜਦ ਟੁੱਟ ਰਹੇ ਸੀ ਤਾਰੇ, ਜਦ ਬੁਝ ਗਿਆ ਸੀ ਸੂਰਜ। ਉਸ ਵਰੇ ਦੇਸ਼ ਦੀ ਆਜ਼ਾਦੀ ਨਾਲ ਬੜੇ ਸੁਪਨੇ ਜੋੜ ਕੇ ਨਜ਼ਮ ਲਿਖੀ ਸੀ। ਮੈਂ ਤਵਾਰੀਖ ਹਾਂ।
ਹਿੰਦ ਦੀ ਤੇ ਆਜ਼ਾਦੀ ਦੇ ਜਸ਼ਨ ਲਈ ਆਖਿਆ ਸੀ। ਚੰਨ ਜੋ ਝੁਕਿਆ ਅੰਬਰੋਂ, ਇਸ ਨੂੰ ਕਹੇ ਪ੍ਰਣਾਮ। ਸੂਰਜ ਉੜਿਆ ਅਰਸ਼ ਤੋਂ, ਇਸ ਨੂੰ ਕਰੋ ਸਲਾਮ। ਨਿੱਜੀ ਮੁਹੱਬਤ ਦੀ ਭਰ ਤੀਖਣਤਾ ਮੈਂ 1953 ਵਿੱਚ ਵੇਖੀ ਸੀ। ਉਸ ਵੇਲੇ ਦੀਆਂ ਨਜ਼ਮਾਂ ਵਿੱਚ ਸੂਰਜ ਦਾ ਜ਼ਿਕਰ ਇਸ ਤਰ੍ਹਾਂ ਸੀ। ਚੰਨੋ ਚਿੱਟੇ ਅੰਗ ਜਿਮੀ ਦੇ, ਸਭਨਾ ਕਿਰਨਾਂ ਸੂਰਜ ਵਿੱਚੋਂ ਰੰਗ ਕਿਰਮਚੀ ਢੋਇਆ। ਘੋਲ ਕੇ ਸੂਰਜ ਅਸਾਂ ਧਰਤੀ ਨੂੰ ਡੋਬਾਂ ਦੇ ਲਿਆ। ਪੂਰਬ ਨੇ ਕੁਝ ਲੱਭਿਆ ਕਿਹੜੇ ਅੰਬਰ ਫੋਲ, ਹੱਥ ਕਟੋਰਾ ਦੁੱਧ ਦਾ ਵਿੱਚ ਕੇਸਰ ਦਿੱਤਾ ਘੋਲ। ਸੂਰਜ ਨੇ ਅੱਜ ਮਹਿੰਦੀ ਘੋਲੀ, ਤਲੀਆਂ ਉੱਤੇ ਰੰਗੀਆਂ ਗਈਆਂ ਅੱਜ ਦੋਵੇਂ ਤਕਦੀਰਾਂ। ਇਹ ਸੂਰਜ ਕੇਸਰ ਵਾਲੇ ਦੁੱਧ ਦੇ ਕਟੋਰੇ ਦੀ ਸ਼ਕਲ ਵਿੱਚ ਤੇ ਉਹਦੀ ਲਾਲੀ ਨੂੰ ਮਹਿੰਦੀ ਦੀ ਸ਼ਕਲ ਵਿੱਚ। ਮੈਂ ਸਿਰਫ ਉਦੋਂ ਵੇਖਿਆ ਸੀ, ਫੇਰ ਇਹਦਾ ਜ਼ਿਕਰ ਉਦਾਸ ਹੁੰਦਾ ਗਿਆ। ਡੋਲ ਗਈ ਸੂਰਜ ਦੀ ਬੇੜੀ, ਪੱਛਮ ਉੱਠੀ ਛਲ ਵੇ। ਗੰਢ ਪੋਟਲੀ ਚੁੱਕ ਤਰਕਾਲਾਂ, ਆਈਆਂ ਸਾਡੀ ਵੱਲ ਵੇ। ਵਰ੍ਹਿਆਂ ਬੱਧੀ ਸੂਰਜ ਬਾਲੇ, ਵਰ੍ਹਿਆਂ ਬੱਧੀ ਚੰਨ ਜਗਾਏ। ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ। ਕਿਸੇ ਨਾ ਆ ਕੇ ਸ਼ਮਾ ਜਗਾਈ, ਘੋਰ ਕਾਲਖਾਂ ਜਿੰਦ ਵਲੇਟੀ। ਵਰ੍ਹਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਛੁੰਨੇ। ਗਹਿਰਾਂ ਚੜ੍ਹੀਆਂ ਪੂਰਬੋਂ, ਅੰਦਰ ਲੱਦੇ ਇੰਜ। ਚੜ੍ਹਦਾ ਸੂਰਜ ਤੁੰਬਿਆ, ਚਾਨਣ ਦਿੱਤਾ ਪਿੰਜ। ਕਾਲੇ ਕੋਹ ਮੁਕਾਂਦਿਆਂ ਧੁੱਪਾਂ ਲੱਥੀਆਂ ਉਂਝ। ਸੂਰਜ ਹੋਇਆ ਸਰਕੜਾ, ਕਿਰਨਾਂ ਹੋਈਆਂ ਮੁੰਝ। ਪੂਰਬ ਚੁੱਲ੍ਹਾ ਬਾਲਿਆ, ਫੂਕਾਂ ਮਾਰੇ ਪੌਣ। ਕਿਰਨਾਂ ਹੋਈਆਂ ਉੱਚੀਆਂ, ਜਿਉਂ ਲਾਟਾਂ ਨਿਕਲਣ ਆਉਣ। ਸੂਰਜ ਧਰੀਆਂ ਹਾਂਡੀਆਂ, ਧੁੱਪਾਂ ਗੁੱਧੀ ਧੌਣ। ਉਸਰ ਆਈਆਂ ਪੈਲੀਆਂ, ਜਿਉਂ ਮੂਹਰੇ ਲੱਗੀ ਢੌਣ। ਆਜਾ ਅੱਜ ਪਰਦੇਸੀਆ, ਕੱਲ੍ਹ ਦੀ ਜਾਣੇ ਕੌਣ। ਸੂਰਜ ਕੀਤੀ ਕੰਡ, ਸਭ ਤੀਲੇ ਸਾਂਭ ਕੇ ਅੱਜ ਫੱਗਣ ਬੰਧੀ ਪੰਡ। ਇਹ ਵੀ ਗਈਆਂ 365 ਦਿਹਾੜਾਂ ਹੰਢ, ਅੱਜ ਅੱਗ ਮੁਬਾਰਕ ਸਾਨੂੰ, ਸੂਰਜ ਸਾਡੇ ਬੂਹੇ ਆਇਆ। ਉਸਨੇ ਅੱਜ ਇੱਕ ਕੌਲਾ ਮੰਗ ਕੇ ਆਪਣੀ ਅੱਗ ਸੁਲਗਾਈ ਵੇ। ਨਾਜ਼ੁਕ ਪੋਟੇ ਦਿਲ ਦੇ, ਕਿਰਨਾਂ ਚੋਭੀ ਸੂਈ, ਦੂਸਰ ਹੋ ਗਈ। ਯਾਦਾਂ ਭਾਂਬੜ ਬਾਲਿਆ, ਲੱਖ ਬਚਾਏ ਪੱਲੇ, ਕੰਨੀ ਛੋ ਗਈ। ਅੱਜ ਚੰਨ ਸੂਰਜ ਦਿੰਦਾ ਦਾ ਪਏ ਵੰਝ ਕਰਦੇ ਨੇ, ਤੇ ਚਾਨਣ ਦੇ ਨਾਲ ਦੋਵੇਂ ਛਾਂਬੇ ਉੱਲਰਦੇ ਨੇ। ਫਿਰ ਸਾਨੂੰ ਕਿਉਂ ਤੇਰੀ ਦਹਿਲੀਜ਼ ਚੇਤੇ ਆ ਗਈ, ਅੱਜ ਲੱਖਾਂ ਖਿਆਲ ਪੌੜੀਆਂ ਚੜ੍ਹਦੇ ਉਤਰਦੇ ਨੇ। ਦਰਨਾ ਭੀੜ ਹਯਾਤੀਏ, ਅਜੇ ਨਾ ਮੁੱਕਾ ਪੰਧ। ਸੂਰਜ ਧੂੜੇ ਚਾਨਣਾ, ਧਰਤੀ ਮਲੇ ਸੁਗੰਧ। ਨੀਂਦਰ ਦੀ ਹੋਠਾਂ ਵਿੱਚੋਂ ਜਿਵੇਂ ਸੁਪਨੇ ਦੀ ਮਹਿਕ ਆਉਂਦੀ ਹੈ। ਪਹਿਲੀ ਕਿਰਨ ਜਿਉਂ ਰਾਤ ਦੇ ਮੱਥੇ ਤੇ ਸ਼ਗਨ ਲਾਉਂਦੀ ਹੈ। ਹਸਰਤ ਦੇ ਧਾਗੇ ਜੋੜ ਕੇ ਸਾਲੂ ਅਸੀਂ ਉਣਦੇ ਰਹੇ। ਬਿਹਰਾਂ ਦੀ ਹਿਚਕੀ ਵਿੱਚ ਵੀ ਸ਼ਹਿਨਾਈ ਨੂੰ ਸੁਣਦੇ ਰਹੇ। ਰਾਤ ਦੀ ਭੱਠੀ ਨੂੰ ਕਿਸਨੇ ਬਾਲਿਆ, ਖੌਲਦੀ ਹੈ ਦੇਗ ਸੂਰਜ ਦੀ ਕਿਵੇਂ। ਬਾਤ ਹੈ ਦੁਨੀਆ ਦੀ ਦੁਨੀਆ ਵਾਲਿਓ, ਦੇਗ ਵਿੱਚ ਫਿਰ ਬੈਠਣਾ ਹੈ ਇਸ਼ਕ ਨੇ। ਸੂਰਜ ਦਾ ਰੁੱਖ ਖੜਾ ਸੀ, ਕਿਰਨਾਂ ਕਿਸਨੇ ਤੋੜੀਆਂ, ਤੇ ਚੰਨ ਦਾ ਗੋਟਾ ਕਿਸੇ ਅੰਬਰਾਂ ਤੋਂ ਅੱਜ ਉਧੇੜਿਆ। ਸੂਰਜ ਦਾ ਘੋੜਾ ਹਿਣਕਿਆ, ਚਾਨਣ ਦੀ ਕਾਠੀ ਲੈ ਗਈ। ਉਮਰਾਂ ਦੇ ਪੈਂਡੇ ਮਾਰਦਾ, ਧਰਤੀ ਦਾ ਪਾਂਦੀ ਰੋ ਪਿਆ। ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਅੰਬਰ ਦਾ ਇੱਕ ਆਲਾ ਸੂਰਜ ਬਾਲਦਿਆਂ। ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ। ਅੱਖੀਆਂ ਉੱਤੇ ਧੁੰਦ ਗਲੇਫੀ, ਕਿਹੜੀ ਪੈੜ ਦਾ ਰੇਤਾ ਚੁੰਮੇ। ਸੂਰਜ ਦੀ ਪਰਿਕਰਮਾ ਕਰਦੀ ਧਰਤੀ ਗਈ ਖਲੋ। ਨਜ਼ਰ ਦੇ ਅਸਮਾਨ ਤੋਂ ਹੈ ਟੁਰ ਗਿਆ ਸੂਰਜ ਕਿਤੇ, ਚੰਨ ਵਿੱਚ ਉਸਦੀ ਖੁਸ਼ਬੂ ਅਜੇ ਆਉਂਦੀ ਪਈ। ਸੂਰਜ ਨੇ ਕੁਝ ਘਾਬਰ ਕੇ ਅੱਜ ਚਾਨਣ ਦੀ ਇੱਕ ਬਾਰੀ ਖੋਲ੍ਹੀ। ਬੱਦਲ ਦੀ ਇੱਕ ਬਾਰੀ ਭੀੜੀ, ਉਤਰ ਗਿਆ ਨੇਰੇ ਦੀ ਪੌੜੀ। ਅੰਬਰ ਆਸ਼ਕ ਉਂਦੀ ਪਾਈ ਬੈਠਾ, ਧੁੰਦ ਦਾ ਹੁੱਕਾ ਪੀਵੇ। ਸੂਰਜ ਦਾ ਇੱਕ ਕੌਲਾ ਲੈ ਕੇ ਲੀਕਾਂ ਪਾਵੇ, ਫੇਰ ਬੁਝਾਵੇ। ਪੂਰਬ ਦੀ ਅੱਜ ਮੰਜੀ ਖਾਲੀ, ਕੋਈ ਸਵੇਰ ਬਹਿਣ ਨਾ ਆਈ। ਅੰਬਰ ਭੋਰਾ ਢੂੰਡ ਰਿਹਾ ਹੈ, ਧਰਤੀ ਦੀ ਹਰ ਖੁੰਦਕ ਖਾਈ। ਮੂੰਹ ਦੇ ਵਿੱਚ ਬੁਰਕੀ ਦੀ ਥਾਵੇਂ ਰਹਿ ਗਈਆਂ ਬੁਰਕੀ ਦੀਆਂ ਗੱਲਾਂ। ਅੰਬਰ ਦੇ ਵਿੱਚ ਉੱਡਣ ਪਈਆਂ ਰਾਤਾਂ ਜਿਵੇਂ ਕਾਲੀਆਂ ਇੱਲਾਂ। ਸੂਰਜ ਇੱਕ ਬੇੜੀ ਹੈ ਜੋ ਪੱਛਮ ਦੀ ਛਾਲ ਨਾਲ ਡੁੱਬ ਗਈ। ਸੂਰਜ ਇੱਕ ਰੂੰ ਦਾ ਗੋਹੜਾ ਹੈ ਜਿਹਨੂੰ ਗਹਿਰੀ ਘਟਾ ਨੇ ਤੁੰਬ ਦਿੱਤਾ। ਸੂਰਜ ਕਾਨਿਆਂ ਦਾ ਇੱਕ ਜੰਗਲ ਹੈ ਜੋ ਸੁੱਕ ਕੇ ਸਰਕੜਾ ਬਣ ਗਿਆ। ਸੂਰਜ ਦਿਲ ਦੀ ਅੱਗ ਤੋਂ ਸੱਖਣਾ ਹੈ, ਜਿਹਨੇ ਮੇਰੇ ਦਿਲ ਦੀ ਅੱਗ ਕੋਲੋਂ ਕੋਲਾ ਮੰਗ ਕੇ ਆਪਣੀ ਅੱਗ ਸੁਲਗਾਈ। ਸੂਰਜ ਸੂਈਆਂ ਦੀ ਇੱਕ ਪੋਟਲੀ ਹੈ, ਜਿਹਦੀਆਂ ਸੂਈਆਂ ਮੇਰੇ ਪੋਟਿਆਂ ਵਿੱਚੋਂ ਦੂਸਰ ਹੋ ਗਈਆਂ। ਸੂਰਜ ਇੱਕ ਖੌਲ ਦੀ ਦੇਗ ਹੈ,
ਜਿਹਦੇ ਵਿੱਚ ਮੇਰੇ ਇਸ਼ਕ ਨੇ ਬਹਿਣਾ ਹੈ। ਸੂਰਜ ਇੱਕ ਰੁੱਖ ਹੈ ਜਿਹਦੇ ਨਾਲੋਂ ਕਿਸੇ ਨੇ ਕਿਰਨਾਂ ਤੋੜ ਲਈਆਂ। ਸੂਰਜ ਇੱਕ ਘੋੜਾ ਹੈ ਜਿਹਦੇ ਉੱਤੋਂ ਚਾਨਣ ਦੀ ਕਾਠੀ ਲੈ ਗਈ। ਸੂਰਜ ਇੱਕ ਦੀਵਾ ਹੈ ਜਿਹਨੂੰ ਅੰਬਰ ਦੇ ਆਲੇ ਵਿੱਚ ਰੱਖ ਕੇ ਬਾਲਿਆ ਜਾ ਸਕਦਾ ਹੈ। ਸੂਰਜ ਮੇਰੇ ਦਿਲ ਵਾਂਗ ਹੈ ਜੋ ਘਬਰਾ ਕੇ ਹਨੇਰੇ ਦੀਆਂ ਪੌੜੀਆਂ ਉਤਰ ਜਾਂਦਾ ਹੈ। ਸੂਰਜ ਇੱਕ ਬੁਝਾ ਹੋਇਆ ਕੋਲਾ ਹੈ ਜਿਹਦੇ ਨਾਲ ਅੰਬਰ ਔਸੀਆਂ ਪਾਉਂਦਾ ਹੈ। ਸੂਰਜ ਇੱਕ ਆਸ ਹੈ ਜਿਹਦੇ ਬਿਨਾਂ ਰਾਤਾਂ ਅਸਮਾਨ ਵਿੱਚ ਕਾਲੀਆਂ ਇੱਲਾਂ ਵਾਂਗ ਉੱਡ ਰਹੀਆਂ ਹਨ। ਇਹ ਸੂਰਜ ਦੇ ਕਿੰਨੇ ਹੀ ਰੂਪ ਵੇਖ ਰਹੀ ਹਾਂ ਤੇ ਇਹਨਾਂ ਵਿੱਚ ਚੇਤਨਤਾ ਦਾ ਰੂਪ ਵੀ ਹੈ। ਦਿਲ ਦੇ ਵਿਹੜੇ ਰਾਤ ਪੈ ਗਈ, ਇਸ ਦਾਗ ਨੂੰ ਕਿੰਝ ਸੁਕਾਵਾਂ। ਦਿਲ ਦੇ ਕੋਠੇ ਸੂਰਜ ਚੜ੍ਹਿਆ, ਇਸ ਦਾਗ ਨੂੰ ਕਿੰਝ ਛੁਪਾਵਾਂ। ਹੁਣੇ ਪ੍ਰਭਾਤ ਹੋਈ ਹੈ, ਛਾਤੀ ਨੂੰ ਚੀਰ ਕੇ ਛਾਤੀ ਦੇ ਵਿੱਚ ਸੂਰਜ ਦੀ ਕਿਰਨ ਪਈ ਹੈ। ਜ਼ਿੰਦਗੀ ਜੋ ਸੂਰਜ ਤੋਂ ਸ਼ੁਰੂ ਹੁੰਦੀ ਹੈ, ਸਭ ਗ੍ਰਹਿ ਲੰਘ ਕੇ ਅਖੀਰ ਫੇਰ ਸੂਰਜ ਵੱਲ ਮੁੜਦੀ ਹੈ। ਇਹ ਅਮਲ ਵੀ ਅਚੇਤਨ ਤੌਰ ਤੇ ਲਿਖਿਆ ਸੀ, ਅੱਜ ਉਹਨੂੰ ਚੇਤਨ ਤੌਰ ਤੇ ਵੇਖ ਰਹੀ ਹਾਂ। ਦਿਲ ਦੇ ਪਾਣੀ ਛਲਜੂ ਉੱਠੀ ਛਲਦੇ ਪੈਰੀ ਸਫ਼ਰ ਸੁਣੀਦਾ। ਕਿਰਨਾਂ ਸਾਨੂੰ ਸੱਦਣ ਆਈਆਂ, ਹੁਣ ਸੂਰਜ ਦੇ ਘਰ ਚੱਲੀ ਵਾਂ। ਜਾਤੀ ਮੁਹੱਬਤ ਦੀਆਂ ਨਜ਼ਮਾਂ ਤੋਂ ਇਲਾਵਾ ਸੂਰਜ ਹੋਰ ਨਜ਼ਮਾਂ ਵਿੱਚ ਵੀ ਜੋਰੀ ਆਉਂਦਾ ਰਿਹਾ। ਜਿਵੇਂ ਹੋ ਚੀ ਮਿੰਨ ਦੇ ਮੈਲ ਤੇ ਮੈਂ ਨਜ਼ਮ ਲਿਖੀ ਸੀ। ਵੀਅਤਨਾਮ ਦੀ ਧਰਤੀ ਕੋਲੋਂ ਪੌਣਾ ਵੀ ਅੱਜ ਪੁੱਛਣ ਪਈਆਂ। ਤਵਾਰੀਖ ਦੀਆਂ ਗੱਲਾਂ ਉੱਤੋਂ ਅੱਥਰੂ ਕਿਸੇ ਨੇ ਪੂੰਝਿਆ। ਧਰਤੀ ਨੂੰ ਅੱਜ ਪਿਛਲੀ ਰਾਤੇ ਇੱਕ ਹਰੀਆਵਲ ਸੁਪਨਾ ਆਇਆ। ਅੰਬਰਾਂ ਦੇ ਖੇਤਾਂ ਵਿੱਚ ਜਾ ਕੇ ਸੂਰਜ ਕਿਸਨੇ ਬੀਜਿਆ। ਤੇ ਜੰਗ ਦੀਆਂ ਭਿਆਨਕ ਆਵਾਜ਼ਾਂ ਤੋਂ ਸੁਰਖਰੂ ਹੋਈ ਧਰਤੀ ਦੀ ਤਮੰਨਾ ਵਿੱਚ ਜੋ ਨਜ਼ਮਾਂ ਲਿਖੀਆਂ। ਧਰਤੀ ਨੇ ਅੱਜ ਪੁੱਛ ਭੇਜਿਆ, ਕਿਹੜਾ ਲਿਖੇ ਭਵਿੱਖ ਦੀ ਲੋਰੀ। ਕਹਿੰਦੇ ਨੇ ਇੱਕ ਆਸ ਪਈ ਕਿਰਨਾਂ ਦੀ ਕੁੱਖੇ। ਪੂਰਬ ਨੇ ਪੰਘੂੜਾ ਢਾਇਆ, ਜੱਦੀ ਪੁਸ਼ਤੀ ਇੱਕ ਪੰਘੂੜਾ। ਸੂਰਜ ਪਿਆ ਰਾਤ ਦੀ ਕੁੱਖੇ, ਅਰਜ ਕਰੇ ਧਰਤੀ ਦੀ ਦਾਈ। ਰਾਤ ਕਦੇ ਵੀ ਬਾਂਝ ਨਾ ਹੋਵੇ, ਪੀੜ ਕਦੇ ਵੀ ਬਾਂਝ ਨਾ ਹੋਵੇ। ਇਹ ਸਾਰੀਆਂ ਨਜ਼ਮਾਂ ਉਹ ਹਨ ਜੋ 1947 ਤੇ 1956 ਦੇ ਵਿਚਲੇ ਵਰ੍ਹਿਆਂ ਵਿੱਚ ਲਿਖੀਆਂ ਸਨ। ਇਸ ਤੋਂ ਅਗਲੇ 13 ਵਰ੍ਹੇ ਹਨ ਵੇਖ ਰਹੀ ਹਾਂ। ਇਹਨਾਂ ਵਰ੍ਹਿਆਂ ਵਿੱਚ ਵੀ ਸੂਰਜ ਦਾ ਜ਼ਿਕਰ ਹੈ। ਮੈਨੂੰ ਉਹ ਵੇਲਾ ਯਾਦ ਆਉਂਦਾ ਹੈ ਜਦ ਇੱਕ ਟੋਟਾ ਧੁੱਪ ਦਾ ਸੂਰਜ ਦੀ ਉਂਗਲ ਪਕੜ ਕੇ ਹਨੇਰੇ ਦਾ ਮੇਲਾ ਵੇਖਦਾ ਭੀੜਾਂ ਦੇ ਵਿੱਚ ਗੁਆਚਿਆ। ਗਲੀਆਂ ਦੇ ਵਿੱਚ ਚਿੱਕੜ ਲੰਘ ਕੇ ਜੇ ਅੱਜ ਤੂੰ ਆਵੇਂ ਕਿਤੇ, ਮੈਂ ਪੈਰ ਤੇਰੇ ਧੋ ਦਿਆਂ। ਬੁੱਤ ਤੇਰਾ ਸੂਰਜੀ, ਕੰਬਲ ਦੀ ਕੰਨੀ ਚੁੱਕ ਕੇ ਮੈਂ ਹੱਡਾਂ ਦਾ ਠਾਰ ਭੰਨ ਲਾਂ। ਇੱਕ ਕੌਲੀ ਧੁੱਪ ਦੀ ਮੈਂ ਡੀਕ ਲਾ ਕੇ ਪੀ ਲਵਾਂ ਤੇ ਇੱਕ ਟੋਟਾ ਧੁੱਪ ਦਾ ਮੈਂ ਕੁੱਖ ਦੇ ਵਿੱਚ ਪਾ ਲਵਾਂ। ਮੈਂ ਕੋਠੜੀ ਦਰ ਕੋਠੜੀ ਰੋਜ਼ ਸੂਰਜ ਜੰਮਦੀ, ਮੈਂ ਰੋਜ਼ ਸੂਰਜ ਜੰਮਦੀ ਤੇ ਰੋਜ਼ ਸੂਰਜ ਯਤੀਮ ਹੁੰਦਾ ਹੈ। ਇਸ ਨਗਰ ਵਿੱਚ ਵੀ ਸੁਪਨੇ ਆਉਂਦੇ, ਕਿੰਨੀਆਂ ਵੀ ਸੋਚਾਂ ਨੂੰ ਭੀੜੋ ਫਿਰ ਵੀ ਅੰਦਰ ਆ ਜਾਂਦੇ ਨੇ। ਕਿਧਰੇ ਸੰਗਮਰਮਰੀ ਵਾਦੀ 10 ਉਸ ਦੀ ਪਾ ਜਾਂਦੇ ਨੇ। ਸਾਰਾ ਨਗਰ ਉਹਨਾਂ ਦੇ ਆਖੇ ਨੀਂਦਰ ਦੇ ਵਿੱਚ ਤੁਰ ਪੈਂਦਾ ਏ। ਫਿਰ ਰਸਤੇ ਵਿੱਚ ਸੂਰਜ ਦਾ ਇੱਕ ਅੱਡੀ ਖੌੜੀ ਉਸਨੂੰ ਲੱਗੇ। 1.5 ਘੰਟੇ ਦੀ ਮੁਲਾਕਾਤ। ਜਿਉਂ ਬੱਦਲ ਦਾ ਇੱਕ ਟੋਟਾ ਅੱਜ ਸੂਰਜ ਦੇ ਨਾਲ ਟਾਂਕਿਆ। ਉਧੇੜ ਲੱਥੀ ਹਾਂ ਪਰ ਕੁਝ ਨਹੀਂ ਬਣਦਾ ਤੇ ਜਾਪਦਾ ਕਿ ਸੂਰਜ ਦੇ ਲਾਲ ਝੱਗੇ ਵਿੱਚ ਇਹ ਬੱਦਲ ਕਿਸੇ ਊਣਿਆ ਹੈ। ਸੂਰਜ ਨੂੰ ਸਾਰੇ ਖੂਨ ਮਾਫ਼ ਹਨ, ਦੁਨੀਆ ਦੇ ਹਰ ਇਨਸਾਨ ਦਾ। ਉਹ ਰੋਜ਼ ਇੱਕ ਦਿਨ ਕਤਲ ਕਰਦਾ ਹੈ। ਹਨੇਰੇ ਦੇ ਸਮੁੰਦਰ ਵਿੱਚ ਮੈਂ ਜਾਲ ਪਾਇਆ ਸੀ, ਕੁਝ ਕਿਰਨਾਂ, ਕੁਝ ਮੱਛੀਆਂ ਪਕੜਨ ਲਈ। ਕਿ ਜਾਲ ਵਿੱਚ ਪੂਰੇ ਦਾ ਪੂਰਾ ਸੂਰਜ ਆ ਗਿਆ। ਇਸ ਵੇਲੇ ਦੀਆਂ ਲੈਨਨ ਤੇ ਗੁਰੂ ਨਾਨਕ ਜਿਹੀਆਂ ਸ਼ਖਸੀਅਤਾਂ ਬਾਰੇ ਲਿਖੀਆਂ ਨਜ਼ਮਾਂ ਵਿੱਚ ਵੀ ਸੂਰਜ ਦਾ ਜ਼ਿਕਰ ਹੈ। ਤੂੰ ਮੇਰਾ ਇਤਿਹਾਸ ਦਾ ਕਿਹੋ ਜਿਹਾ ਪਾਤਰ, ਮੇਰੀ ਕੰਧ ਦੇ ਕੈਲੰਡਰ ਵਿੱਚੋਂ ਨਿਕਲ ਕੇ ਤੂੰ ਰੋਜ਼ ਉਸਦੀ ਤਾਰੀਖ ਬਦਲਦਾ ਤੇ ਮੈਨੂੰ ਇੱਕ ਨਵੇਂ ਦਿਓ ਵਾਂਗ ਮਿਲਦਾ। ਕੈਲੰਡਰ ਵਿੱਚੋਂ ਬਾਹਰ ਆ ਕੇ ਤੂੰ ਸੜਕਾਂ ਤੇ ਨਿਕਲ ਤੁਰਦਾ ਹੈ ਤਾਂ ਇੱਕ ਧੁੱਪ ਨਿਕਲ ਆਉਂਦੀ ਹੈ। ਕੱਚੇ ਗਰਭ ਦੇ ਅਰੋਏ ਮੇਰਾ ਜੀਆ ਨਾ ਖਲੋਏ, ਬੈਠੀ ਰਿੜਕਣਾ ਪਾਇਆ ਤੇ ਜਾਪੇ ਮੱਖਣ ਹਿੱਲਿਆ। ਮੈਂ ਚਾਟੀ ਹੱਥ ਪਾਇਆ ਤਾਂ ਸੂਰਜ ਦਾ ਪੇੜਾ ਨਿਕਲਿਆ। ਗੁਰੂ ਨਾਨਕ ਦੀ ਪਤਨੀ ਸੁਲੱਖਣੀ ਵੱਲੋਂ ਜੋ ਨਜ਼ਮ ਲਿਖੀ, ਉਹ ਸਾਰੀ ਦੀ ਸਾਰੀ ਸੂਰਜ ਨਾਲ ਭਰੀ ਹੋਈ ਹੈ। ਮੈਂ ਇੱਕ ਛਾਂ ਸਾਂ, ਇੱਕ ਛਾਂ ਹਾਂ। ਮੈਂ ਸੂਰਜ ਦੀ ਯਾਤਰਾ ਸੰਗ ਯਾਤਰਾ ਕੀਤੀ, ਸੂਰਜ ਦੀ ਧੁੱਪ ਪੀਤੀ ਤੇ ਧੁੱਪ ਦੀ ਇੱਕ ਨਦੀ ਵਿੱਚ ਨਹਾਤੀ। ਇਹ ਸੂਰਜ ਪ੍ਰੀਖਿਆ ਦਾ ਸਮਾਂ ਸੀ ਤੇ ਸੂਰਜ ਪ੍ਰੀਖਿਆ ਦਾ ਅੰਤ ਨਹੀਂ ਸੀ। ਛਾਂ ਦੀ ਇਸ ਕੁੱਖ ਨੂੰ ਇੱਕ ਹੁਕਮ ਸੀ ਕਿ ਮੇਰੇ ਹਨੇਰੇ 'ਚ ਉਸਨੇ ਕਿਰਨਾਂ ਨੂੰ ਜਨਮ ਦੇਣਾ ਸੀ। ਕਿਰਨਾਂ ਦੀ ਜਨਮ ਪੀੜ ਸਹਿਣੀ ਸੀ ਤੇ ਛਾਂ ਦੀ ਛਾਤੀ ਦੇ ਵਿੱਚੋਂ ਕਿਰਨਾਂ ਨੂੰ ਦੁੱਧ ਚੁੰਘਾਉਣਾ ਸੀ। ਤੇ ਜਦੋਂ ਸੂਰਜ ਨੇ ਚਾਰੇ ਚੱਕ ਘੁੰਮਣੇ ਸਨ, ਬਹੁਤ ਦੂਰ ਜਾਣਾ ਸੀ ਤੇ ਛਾਂ ਨੇ ਪਿੱਛੋਂ ਉਹਨਾਂ ਵਿਲੂ ਵਿਲੂ ਕਰਦੀਆਂ ਕਿਰਨਾਂ ਨੂੰ ਖੜਾਉਣਾ ਸੀ। ਸੂਰਜ ਨੂੰ ਮੈਂ ਜਿੱਥੇ ਅਨੇਕ ਤਰ੍ਹਾਂ ਚਿਤਵਿਆ,
ਉੱਥੇ ਉਹਦੇ ਨਾਲ ਭੋਗ ਤੱਕ ਨੂੰ ਵੀ ਚਿਤਕ ਗਈ। ਇੱਕ ਕੌਲੀ ਧੁੱਪ ਦੀ ਮੈਂ ਡੀਕ ਲਾ ਕੇ ਪੀ ਲਵਾਂ ਤੇ ਇੱਕ ਟੋਟਾ ਧੁੱਪ ਦਾ ਮੈਂ ਕੁੱਖ ਦੇ ਵਿੱਚ ਪਾ ਲਵਾਂ ਤੇ ਸੂਰਜ ਤੋਂ ਧਾਰਨ ਕੀਤੇ ਗਰਭ ਵਿੱਚੋਂ ਸੂਰਜ ਜੰਮਣ ਦੀ ਗੱਲ ਤੱਕ ਇਹ ਜ਼ਿਕਰ ਪਹੁੰਚਿਆ। ਕੋਠੜੀ ਦਰ ਕੋਠੜੀ ਮੈਂ ਰੋਜ਼ ਸੂਰਜ ਜੰਮਦੀ ਤੇ ਰੋਜ਼ ਸੂਰਜ ਯਤੀਮ ਹੁੰਦਾ ਹੈ। ਪੂਜਾ ਦੀ ਸ਼ਕਲ ਵਿੱਚ ਮੈਂ ਕਦੇ ਸੂਰਜ ਦੀ ਪੂਜਾ ਨਹੀਂ ਕੀਤੀ, ਪਰ ਇਹ ਕਿਹੋ ਜਿਹੀ ਉਹਦੀ ਤੜਪ ਹੈ ਕਿ ਉਹਦੀ ਹੋਂਦ ਨੂੰ ਆਪਣੀ ਕੁੱਖ ਦੇ ਹਨੇਰੇ ਤੱਕ ਵੀ ਲੈ ਗਈ ਹਾਂ ਤੇ ਇਸ ਸੋਚ ਨੂੰ ਸੁਲੱਖਣੀ ਦੀ ਸੋਚ ਵਿੱਚ ਵੀ ਪਾ ਦਿੱਤਾ। ਜਾਪਦਾ ਹੈ ਮੇਰੇ ਵਰਗੇ ਕੁਝ ਲੋਕ ਭਾਵੇਂ ਕਿਹੜੇ ਦੇਸ਼ ਵਿੱਚ ਹੋਣ ਤੇ ਭਾਵੇਂ ਕਿਹੜੀ ਸਦੀ ਵਿੱਚ ਕਕਨੂਸੀ ਨਸਲ ਵਿੱਚੋਂ ਹੁੰਦੇ ਹਨ। ਕਹਿੰਦੇ ਹਨ ਕਕਨੂਸ ਪੰਛੀ ਚੀਲ ਦੇ ਨਾਪ ਦਾ ਹੁੰਦਾ ਹੈ। ਇਹਦੇ ਖੰਭ ਚਮਕੀਲੇ ਕਿਰਮਚੀ ਤੇ ਸੋਨੇ ਰੰਗੇ ਹੁੰਦੇ ਹਨ। ਇਹਦੀ ਆਵਾਜ਼ ਵਿੱਚ ਸੰਗੀਤ ਹੁੰਦਾ ਹੈ ਤੇ ਹਮੇਸ਼ਾ ਇੱਕੋ ਇੱਕ ਇਕੱਲਾ ਹੁੰਦਾ ਹੈ। ਇਹਦੀ ਉਮਰ ਘੱਟੋ ਘੱਟ 500 ਵਰ੍ਹੇ ਦੀ ਹੁੰਦੀ ਹੈ, ਪਰ ਕਈ ਇਸ ਦੀ ਉਮਰ 1461 ਵਰ੍ਹੇ ਗਿਣਦੇ ਹਨ। ਇਹਦੀ ਉਮਰ ਦਾ ਕਿਆਸ 97,200 ਸਾਲ ਵੀ ਹੈ। ਉਮਰ ਦੀ ਮਿਆਦ ਜਦੋਂ ਮੁੱਕਣ ਲੱਗਦੀ ਹੈ, ਇਹ ਸੁਗੰਧਿਤ ਰੁੱਖਾਂ ਦੀਆਂ ਟਾਹਣੀਆਂ ਜੋੜ ਕੇ ਆਲ੍ਹਣਾ ਬਣਾਉਂਦਾ ਹੈ ਤੇ ਆਲ੍ਹਣੇ ਵਿੱਚ ਬਹਿ ਕੇ ਗਾਉਂਦਾ ਹੈ, ਜਿਹਦੇ ਨਾਲ ਇੱਕ ਅੱਗ ਪੈਦਾ ਹੁੰਦੀ ਹੈ ਤੇ ਇੱਕ ਸਣੇ ਆਲ੍ਹਣੇ ਉਹਦੇ ਵਿੱਚ ਸੜ ਜਾਂਦਾ ਹੈ। ਇਹਦੀ ਰਾਖ ਵਿੱਚੋਂ ਇੱਕ ਨਵਾਂ ਕਕਨੂਸ ਜਨਮ ਲੈਂਦਾ ਹੈ ਜੋ ਸਾਰੀ ਸੁਗੰਧਿਤ ਰਾਖ ਨੂੰ ਸਮੇਟ ਕੇ ਸੂਰਜ ਦੇ ਮੰਦਰ ਵੱਲ ਜਾਂਦਾ ਹੈ ਤੇ ਉਹ ਰਾਖ ਸੂਰਜ ਦੇ ਅੱਗੇ ਚੜ੍ਹਾ ਦਿੰਦਾ ਹੈ। ਕੁਝ ਇਤਿਹਾਸਕਾਰ ਇਹਦੀ ਮੌਤ ਨੂੰ ਇਸ ਤਰ੍ਹਾਂ ਬਿਆਨਦੇ ਹਨ ਕਿ ਇਹ ਜਦੋਂ ਜ਼ਿੰਦਗੀ ਦੇ ਆਖਰੀ ਵਕਤ ਨੂੰ ਕਿਆਸ ਲੈਂਦਾ ਹੈ, ਇਹ ਆਪ ਹੀ ਉੱਡ ਕੇ ਸੂਰਜ ਦੇ ਮੰਦਰ ਵਿੱਚ ਪਹੁੰਚ ਜਾਂਦਾ ਹੈ ਤੇ ਪੂਜਾ ਦੀ ਅੱਗ ਵਿੱਚ ਬੈਠ ਜਾਂਦਾ ਹੈ। ਇਹ ਜਦੋਂ ਅੱਗ ਵਿੱਚ ਅਸਲੋਂ ਰਾਖ ਹੋ ਜਾਂਦਾ ਹੈ ਤਾਂ ਇਹਦੀ ਰਾਖ ਵਿੱਚੋਂ ਨਵਾਂ ਕਕਨੂਸ ਜਨਮ ਲੈਂਦਾ ਹੈ। ਇਜਿਪਟ ਦੇ ਪੁਰਾਤਨ ਇਤਿਹਾਸ ਦੇ ਇਸ ਪੰਛੀ ਦਾ ਘਰ ਉੱਧਰ ਦੱਸਿਆ ਗਿਆ ਹੈ ਜਿੱਧਰ ਸੂਰਜ ਚੜ੍ਹਦਾ ਹੈ। ਇਸ ਲਈ ਇਤਿਹਾਸਕਾਰ ਇਸ ਪੰਛੀ ਦੀ ਮੁੱਢਲੀ ਜ਼ਮੀਨ ਅਰਬ ਜਾਂ ਹਿੰਦੁਸਤਾਨ ਸਮਝਦੇ ਹਨ, ਪਰ ਹਿੰਦੁਸਤਾਨ ਬਹੁਤਾ, ਇਸ ਲਈ ਕਿ ਸੁਗੰਧਿਤ ਰੁੱਖਾਂ ਦੀਆਂ ਟਾਹਣਾਂ ਹਿੰਦੁਸਤਾਨ ਦੀ ਜ਼ਮੀਨ ਨਾਲ ਜੁੜੀਆਂ ਹਨ। ਇੱਕ ਲੈਟਿਨ ਸ਼ਾਇਰ ਨੇ ਕਕਨੂਸ ਨੂੰ ਰੋਮਨ ਰਾਜ ਨਾਲ ਜੋੜਿਆ ਸੀ। ਜੋ ਪਾਦਰੀਆਂ ਨੇ ਇਸ ਨੂੰ ਕ੍ਰਾਈਸਟ ਦੇ ਮਰਨ ਤੇ ਮੁੜ ਜਿਉਣ ਦੀ ਵਾਰਤਾ ਨਾਲ ਜੋੜਿਆ ਤੇ ਕੁਝ ਲੋਕ ਇਸ ਨੂੰ ਕੰਵਾਰੀ ਮਾਂ ਦੀ ਕੁੱਖੋਂ ਜੰਮੇ ਕ੍ਰਾਈਸਟ ਦੇ ਜਨਮ ਨਾਲ ਜੋੜਦੇ ਹਨ, ਪਰ ਮੈਂ ਇਸ ਨੂੰ ਕਲਮ ਵਾਲੇ ਦੀ ਹੋਂਦ ਨਾਲ ਜੋੜਨਾ ਚਾਹੁੰਦੀ ਹਾਂ, ਭਾਵੇਂ ਉਹ ਕਿਸੇ ਵੀ ਦੇਸ਼ ਦਾ ਹੋਵੇ ਤੇ ਭਾਵੇਂ ਕਿਹੜੀ ਸਦੀ ਦਾ। ਇੱਕ ਰਾਤ ਕਈ 7 ਬੇਗਾਨੀਆਂ ਗੱਲਾਂ ਪਤਾ ਨਹੀਂ ਕਿਵੇਂ ਅਸਲੋਂ ਆਪਣੀਆਂ ਹੋ ਜਾਂਦੀਆਂ ਹਨ ਤੇ ਆਪਣੇ ਲਹੂ ਮਾਸ ਵਿੱਚ ਭਿੱਜ ਜਾਂਦੀਆਂ ਹਨ। ਇੱਕ ਵਾਰ ਰਾਤ ਨੂੰ ਮਹਾਭਾਰਤ ਪੜ੍ਹਦੀ ਪੜ੍ਹਦੀ ਸੌਂ ਗਈ। ਸੁਪਨੇ ਵਿੱਚ ਵੇਖਿਆ ਇੱਕ ਕਬੂਤਰ ਉੱਡਦਾ ਆਇਆ ਤੇ ਉਹਨੇ ਮੇਰੀ ਝੋਲੀ 'ਚ ਪਨਾਹ ਲੈ ਲਈ। ਵੇਖਿਆ ਉਹਦੇ ਪਿੱਛੇ ਉੱਡਦਾ ਬਾਜ ਵੀ ਸੀ ਤੇ ਉਹ ਮੇਰੇ ਕੋਲੋਂ ਉਸ ਕਬੂਤਰ ਨੂੰ ਮੰਗ ਰਿਹਾ ਸੀ। ਕਬੂਤਰ ਆਪਣੀ ਜਾਨ ਦੀ ਹਿਫਾਜ਼ਤ ਮੰਗਦਾ ਘੁੱਟ ਕੇ ਮੇਰੇ ਨਾਲ ਲੱਗਾ ਹੋਇਆ ਸੀ ਕਿ ਬਾਜ ਨੇ ਮੈਨੂੰ ਆਖਿਆ ਜੇ ਕਬੂਤਰ ਨਹੀਂ ਦੇਣਾ ਤਾਂ ਇਹਦੀ ਥਾਵੇਂ ਆਪਣੇ ਪਿੰਡੇ ਦਾ ਮਾਸ ਤੋਲ ਕੇ ਦੇ ਦੇ। ਮੈਂ ਆਪਣੇ ਪਿੰਡੇ ਨਾਲੋਂ ਮਾਸ ਲਾਹ ਕੇ ਉਹਦੇ ਵਚਨ ਨਾਲ ਤੋਲਣਾ ਚਾਹਿਆ, ਪਰ ਕਬੂਤਰ ਹੋਰ ਭਾਰਾ ਹੁੰਦਾ ਗਿਆ, ਹੋਰ ਭਾਰਾ, ਇੰਨਾ ਕਿ ਮੈਂ ਸਾਰੀ ਦੀ ਸਾਰੀ ਉਹਦੀ ਥਾਵੇਂ ਮਰਨ ਲਈ ਤਿਆਰ ਹੋ ਗਈ। ਇੱਕ ਹਾਸਾ ਕੰਨਾਂ 'ਚ ਗੂੰਜਿਆ ਤੇ ਨਾਲ ਹੀ ਸਾਰੇ ਪਿੰਡੇ 'ਚ ਅਹਿਸਾਸ ਹੋਇਆ ਕਿ ਇਹ ਕਬੂਤਰ ਮੇਰੀ ਕਲਮ ਦਾ ਪ੍ਰਤੀਕ ਹੈ ਤੇ ਇੱਕ ਮੁਖਾਲਫਤ ਇਹਨੂੰ ਜਾਨੋਂ ਮਾਰ ਦੇਣ ਲਈ ਇਹਦੇ ਪਿੱਛੇ ਪਈ ਹੋਈ ਹੈ। ਮੈਂ ਕਬੂਤਰ ਨੂੰ ਹੋਰ ਵੀ ਘੁੱਟ ਕੇ ਆਪਣੇ ਪਿੰਡੇ ਨਾਲ ਲਾਂਦੀ ਪਈ ਸਾਂ ਕਿ ਮੇਰੀ ਨੀਂਦਰ ਖੁੱਲ੍ਹ ਗਈ। ਸਾਹਮਣੇ ਮਹਾਭਾਰਤ ਦਾ ਉਹ ਸਫ਼ਾ ਖੁੱਲ੍ਹਾ ਪਿਆ ਸੀ ਜਿਹਦੇ ਵਿੱਚ 12ਵੇਂ ਅਧਿਆਏ ਵਿੱਚ ਅਗਨੀ ਦੇਵਤਾ ਕਬੂਤਰ ਦਾ ਭੇਸ ਵਟਾ ਕੇ ਰਾਜਾ ਉਸ਼ੀਨਰ ਕੋਲੋਂ ਪਨਾਹ ਮੰਗਣ ਆਉਂਦਾ ਹੈ ਤੇ ਉਸ਼ੀਨਰ ਉਹਦੀ ਥਾਵੇਂ ਆਪਣੇ ਪਿੰਡੇ ਦਾ ਮਾਸ ਦੇਣ ਲਈ ਤਿਆਰ ਹੋ ਜਾਂਦਾ ਹੈ, ਪਰ ਉਹਦੇ ਪਿੱਛੇ ਪਏ ਹੋਏ ਬਾਜ ਨੂੰ ਉਹ ਕਬੂਤਰ ਨਹੀਂ ਦਿੰਦਾ। ਇਸ ਘਟਨਾ ਨਾਲ ਮੈਂ ਆਪਣੇ ਮਨ ਦੀ ਸ਼ਿੱਦਤ ਨੂੰ ਸਿਰਫ ਪਛਾਣਿਆ ਨਹੀਂ, ਇੱਕ ਰਾਤ ਜਿਵੇਂ ਅੱਖੀਂ ਵੇਖ ਲਿਆ। ਇੱਕ ਦਿਨ, ਉਹ ਵੀ ਇੱਕ ਦਿਨ ਸੀ ਜਦੋਂ ਮੈਂ ਆਪਣੇ ਬਾਰੇ ਇੰਜ ਵੇਰਵੇ ਨਾਲ ਲਿਖਣ ਦੀ ਥਾਂ ਸੋਚਿਆ ਸੀ ਕਦੀ ਜਦੋਂ ਮੈਂ ਆਪਣੀ ਸਵੈ ਜੀਵਨੀ ਲਿਖਾਂਗੀ ਸਿਰਫ 10 ਸਤਰਾਂ ਲਿਖਾਂਗੀ ਤੇ ਉਹ ਸਤਰਾਂ ਮੈਂ ਕਾਗਜ਼ 'ਤੇ ਲਿਖ ਕੇ ਰੱਖ ਲਈਆਂ ਸਨ। ਉਹ ਸਤਰਾਂ ਅੱਜ ਵੀ ਮੇਰੇ ਸਾਹਮਣੇ ਹਨ ਤੇ ਅੱਜ ਵੀ ਉਹ ਓਨੀਆਂ ਹੀ ਸੱਚੀਆਂ ਹਨ ਜਿੰਨੀਆਂ ਉਸ ਦਿਨ ਵੇਲੇ ਸਨ। ਮੇਰੀ ਲਿਖਤ ਕੀ ਨਜ਼ਮ ਤੇ ਕੀ ਅਸਰ ਮੈਂ ਜਾਣਦੀ ਹਾਂ ਕਿ ਗੈਰ ਕਾਨੂੰਨੀ ਬੱਚੇ ਦੀ ਤਰ੍ਹਾਂ ਹੈ। ਮੇਰੀ ਦੁਨੀਆ ਦੀ ਹਕੀਕਤ ਨੇ ਮੇਰੇ ਮਨ ਦੇ ਸੁਪਨੇ ਨੂੰ ਇਸ਼ਕ ਕੀਤਾ ਤੇ ਉਹਨਾਂ ਦੇ ਵਰਜਿਤ ਮੈਲ ਵਿੱਚੋਂ ਇਹ ਲਿਖਤ ਪੈਦਾ ਹੋਈ। ਜਾਣਦੀ ਹਾਂ ਇੱਕ ਗੈਰ ਕਾਨੂੰਨੀ ਬੱਚੇ ਦੀ ਕਿਸਮਤ ਇਹਦੀ ਕਿਸਮਤ ਹੈ ਤੇ ਇਹਨੇ ਸਾਰੀ ਉਮਰ ਆਪਣੇ ਸਾਹਿਤਕ ਸਮਾਜ ਦੇ ਮੱਥੇ ਤੇ ਵੱਟ ਭੁਗਤਣੇ ਹਨ। ਮਨ ਦਾ ਸੁਪਨਾ ਕੀ ਸੀ, ਕੌਣ ਸੀ, ਇਹਦੀ ਤਰਜੀਹ ਵਿੱਚ ਜਾਣ ਦੀ ਲੋੜ ਨਹੀਂ। ਇਹ ਕੰਬਖਤ ਬਹੁਤ ਹਸੀਨ ਹੋਵੇਗਾ, ਜਾਤੀ ਦੁਨੀਆ ਤੋਂ ਲੈ ਕੇ ਕੁੱਲ ਆਲਮ ਦੀ ਬਿਹਤਰੀ ਤੱਕ ਦੀਆਂ ਗੱਲਾਂ ਕਰਦਾ ਹੋਵੇਗਾ।
ਤਾਂ ਹੀ ਮੇਰੀ ਹਕੀਕਤ ਆਪਣੀ ਔਕਾਤ ਨੂੰ ਭੁੱਲ ਕੇ ਇਹਨੂੰ ਇਸ਼ਕ ਕਰ ਬੈਠੀ ਤੇ ਲਿਖਤ ਜੋ ਪੈਦਾ ਹੋਈ ਹਮੇਸ਼ਾ ਕੁਝ ਕਾਗਜ਼ਾਂ ਵਿੱਚ ਲਵਾਰਿਸ ਭਟਕਦੀ ਰਹੀ। ਤੇ ਅੱਜ ਵੀ ਮੇਰਾ ਯਕੀਨ ਹੈ ਇਹ 10 ਸਤਰਾਂ ਮੇਰੀ ਪੂਰੀ ਤੇ ਲੰਬੀ ਸਵੈ ਜੀਵਨੀ ਹੈ। ਇੱਕ ਨਜ਼ਮ, ਚੱਕ ਨੰਬਰ 36 ਨਾਵਲ ਮੈਂ 1963 ਵਿੱਚ ਲਿਖਿਆ ਸੀ। 1964 ਵਿੱਚ ਛਪਿਆ ਤਾਂ ਅਫਵਾਹ ਫੈਲ ਗਈ ਕਿ ਪੰਜਾਬ ਸਰਕਾਰ ਇਹਨੂੰ ਜ਼ਬਤ ਕਰ ਰਹੀ ਹੈ। ਪਰ ਇੰਝ ਹੋਇਆ ਨਹੀਂ। ਇਹ 1965 ਵਿੱਚ ਹਿੰਦੀ ਵਿੱਚ ਵੀ ਛਪਿਆ ਤੇ 1966 ਵਿੱਚ ਉਰਦੂ ਵਿੱਚ ਵੀ। ਇਸ ਨਾਵਲ ਨੂੰ ਫਿਲਮ ਲਈ ਸੋਚਿਆ ਤਾਂ ਰੇਵਤੀ ਸ਼ਰਨ ਸ਼ਰਮਾ ਨੇ ਆਖਿਆ, ਨਹੀਂ ਇਹ ਨਾਵਲ ਵਕਤ ਤੋਂ ਇੱਕ ਸਦੀ ਪਹਿਲਾਂ ਲਿਖਿਆ ਗਿਆ ਹੈ। ਹਿੰਦੁਸਤਾਨ ਅਜੇ ਇਹਨੂੰ ਸਮਝ ਨਹੀਂ ਸਕਦਾ। ਪਰ ਬਾਸੂ ਭੱਟਾਚਾਰੀਆ ਦੇ ਲਫ਼ਜ਼ ਸਨ, ਇਸ ਨਾਵਲ ਤੇ ਜਦੋਂ ਫਿਲਮ ਬਣੇਗੀ ਉਹ ਫਿਲਮ ਹਿੰਦੁਸਤਾਨ ਵਿੱਚ ਪਹਿਲੀ ਐਡਲਟ ਫਿਲਮ ਹੋਵੇਗੀ। ਤੇ ਇਸ ਨਾਵਲ ਦਾ ਜਦੋਂ 1974 ਵਿੱਚ ਅੰਗਰੇਜ਼ੀ 'ਚ ਤਰਜੁਮਾ ਕੀਤਾ ਤਾਂ ਇਹਦੀ ਰੀਡਿੰਗ ਲਈ ਮੈਂ ਜਦੋਂ ਇਸ ਨੂੰ ਦੁਬਾਰਾ ਪੜ੍ਹਿਆ ਤਾਂ ਇਹਦੀ ਕਿਰਦਾਰ ਅਲਕਾ ਮੇਰੇ ਉੱਤੇ ਇਸ ਤਰ੍ਹਾਂ ਛਾ ਗਈ ਜਿਸ ਤਰ੍ਹਾਂ ਸ਼ਾਇਦ ਨਾਵਲ ਲਿਖਣ ਵੇਲੇ ਵੀ ਨਹੀਂ ਸੀ ਛਾਈ। ਇਹਦਾ ਕਿਰਦਾਰ ਕੁਮਾਰ ਜਦੋਂ ਅਲਕਾ ਨੂੰ ਦੱਸਦਾ ਹੈ ਕਿ ਜਿਸਮ ਦੀ ਭੁੱਖ ਲਈ ਉਹ ਕੁਝ ਦਿਨ ਅਜਿਹੀ ਔਰਤ ਕੋਲ ਜਾਂਦਾ ਰਿਹਾ ਜੋ ਰੋਜ਼ ਦੇ 20 ਰੁਪਏ ਲੈਂਦੀ ਸੀ ਤੇ ਅਲਕਾ ਜਦੋਂ ਆਖਦੀ ਹੈ, ਸੋਚ ਰਹੀ ਹਾਂ ਉਹ ਔਰਤ ਵੀ ਮੈਂ ਹੁੰਦੀ ਜਿਹਦੇ ਕੋਲ ਤੁਸੀਂ ਰੋਜ਼ 20 ਰੁਪਏ ਦੇ ਕੇ ਜਾਂਦੇ ਹੁੰਦੇ ਸੀ, ਤਾਂ ਬਹੁਤ ਪੁਰਾਣਾ ਇਸ ਨਾਵਲ ਦਾ ਸਰੋਤ ਯਾਦ ਆਇਆ। ਇੱਕ ਵਾਰ ਇਮਰੋਜ਼ ਨੇ ਕਿਹਾ ਸੀ ਕਿ ਜਿਸਮ ਦੀ ਭੁੱਖ ਹੱਥੋਂ ਔਖਿਆਂ ਹੋ ਕੇ ਮੈਂ ਇੱਕ ਵਾਰ ਬਾਜ਼ਾਰ ਦੀ ਕਿਸੇ ਔਰਤ ਕੋਲ ਜਾਣਾ ਚਾਹਿਆ ਸੀ ਤਾਂ ਸਹਿਜ ਮਨ ਮੇਰੇ ਮੂੰਹੋਂ ਨਿਕਲਿਆ ਸੀ, ਜੇ ਤੂੰ ਅਜਿਹੀ ਔਰਤ ਕੋਲ ਜਾਂਦਾ ਤਾਂ ਮੇਰਾ ਜੀ ਕਰਦਾ ਏ ਉਹ ਵੀ ਮੈਂ ਹੁੰਦੀ। ਪਹਿਚਾਣ ਆਈ ਇਹ ਲਫ਼ਜ਼ ਜੋ ਅਲਕਾ ਨੇ ਆਖੇ, ਇਹ ਸਿਰਫ ਅੰਮ੍ਰਿਤਾ ਹੀ ਕਹਿ ਸਕਦੀ ਸੀ, ਹੋਰ ਕੋਈ ਔਰਤ ਨਹੀਂ। ਅਸੁਭਾਵਿਕ ਹਾਲਤ ਵਿੱਚ ਸੁਭਾਵਿਕਤਾ ਸ਼ਾਇਦ ਹੋਰ ਕਿਸੇ ਔਰਤ ਲਈ ਸੰਭਵ ਨਹੀਂ ਹੋ ਸਕਦੀ। ਅਲਕਾ ਉਰਫ ਅੰਮ੍ਰਿਤਾ। ਭਾਵੇਂ ਹਰ ਕਹਾਣੀ ਦੇ ਕਿਰਦਾਰ ਨਾਲ ਲੇਖਕ ਦੀ ਡੂੰਘੀ ਸਾਂਝ ਹੁੰਦੀ ਹੈ, ਪਰ ਇੱਕ ਵਿੱਥ ਹਰ ਸਾਂਝ ਦਾ ਹਿੱਸਾ ਹੁੰਦੀ ਹੈ। ਅਲਕਾ ਨੂੰ ਪੜ੍ਹਦਿਆਂ ਜਾਪਿਆ ਉਹ ਵਿੱਥ ਕਿਤੇ ਨਹੀਂ। ਉਸ ਰਾਤ 7 ਸਤੰਬਰ 1974 ਦੀ ਰਾਤ ਮੈਂ ਅਲਕਾ ਨੂੰ ਮੁਖਾਤਬ ਹੋ ਕੇ ਇਹ ਇੱਕ ਨਜ਼ਮ ਲਿਖੀ, ਪਹਿਚਾਣ। ਕਈ ਹਜ਼ਾਰਾਂ ਚਾਬੀਆਂ ਮੇਰੇ ਕੋਲ ਸਨ ਤੇ ਇਹ ਇੱਕ ਚਾਬੀ ਇੱਕ ਬੂਹੇ ਨੂੰ ਖੋਲ੍ਹ ਦਿੰਦੀ ਸੀ। ਬੂਹੇ ਤੋਂ ਅੰਦਰ ਕਿਸੇ ਦੀ ਬੈਠਕ ਵੀ ਹੁੰਦੀ ਸੀ ਤੇ ਮੋਟੇ ਪਰਦੇ ਵਿੱਚ ਵਲੇਟਿਆ ਕਿਸੇ ਦਾ ਸੌਣ ਕਮਰਾ ਵੀ, ਤੇ ਘਰਾਂ ਵਾਲਿਆਂ ਦੇ ਦੁੱਖ ਜੋ ਉਹਨਾਂ ਦੇ ਹੀ ਹੁੰਦੇ ਹਨ ਪਰ ਕਿਸੇ ਵੇਲੇ ਮੇਰੇ ਵੀ ਹੁੰਦੇ ਸਨ। ਮੇਰੀ ਛਾਤੀ ਦੀ ਪੀੜ ਵਰਗੇ ਪੀੜ ਜੋ ਵੇਲੇ ਜਾਗਾਂ ਤਾਂ ਜਾਗ ਪੈਂਦੀ ਸੀ ਤੇ ਰਾਤ ਵੇਲੇ ਸੁਪਨਿਆਂ 'ਚ ਉਤਰ ਜਾਂਦੀ ਸੀ, ਪਰ ਫੇਰ ਪੈਰਾਂ ਦੇ ਅੱਗੇ ਹਿਫਾਜ਼ਤ ਦੀ ਲੀਕ ਵਰਗੀ ਇੱਕ ਰਾਮਕਾਰ ਹੁੰਦੀ ਸੀ ਤੇ ਜਿਸ ਦੀ ਬਦੌਲਤ ਮੈਂ ਜਦੋਂ ਚਾਹੁੰਦੀ ਸਾਂ ਘਰ ਵਾਲਿਆਂ ਦੇ ਦੁੱਖ ਘਰਾਂ ਵਾਲਿਆਂ ਨੂੰ ਦੇ ਕੇ ਉਸ ਲੀਕ ਕੋਲੋਂ ਪਰਤ ਜਾਂਦੀ ਸਾਂ ਤੇ ਆਉਣ ਵੇਲੇ ਲੋਕਾਂ ਦੇ ਅਥਰੂ ਲੋਕਾਂ ਨੂੰ ਸੌਂਪ ਆਉਂਦੀ ਸਾਂ। ਵੇਖ ਜਿੰਨੀਆਂ ਕਹਾਣੀਆਂ ਤੇ ਉਹਨਾਂ ਦੇ ਕਿਰਦਾਰ ਹਨ, ਓਨੀਆਂ ਹੀ ਚਾਬੀਆਂ ਮੇਰੇ ਕੋਲ ਸਨ ਤੇ ਜਿਨ੍ਹਾਂ ਪਿੱਛੇ ਹਜ਼ਾਰਾਂ ਹੀ ਘਰ ਜੋ ਮੇਰੇ ਨਹੀਂ ਪਰ ਮੇਰੇ ਵੀ ਸਨ। ਸ਼ਾਇਦ ਉਹ ਕਿਤੇ ਹੁਣ ਵੀ, ਪਰ ਅੱਜ ਇੱਕ ਚਾਬੀ ਦਾ ਕੌਤਕ। ਮੈਂ ਤੇਰੇ ਘਰ ਨੂੰ ਖੋਲ੍ਹਿਆ ਤਾਂ ਵੇਖਿਆ ਉਹ ਰਾਮਕਾਰ ਮੇਰੇ ਪੈਰਾਂ ਦੇ ਅੱਗੇ ਨਹੀਂ ਪਿੱਛੇ ਹੈ ਤੇ ਸਾਹਮਣੇ ਤੇਰੇ ਸੌਣ ਕਮਰੇ ਵਿੱਚ ਤੂੰ ਨਹੀਂ ਮੈਂ ਹਾਂ। ਇਹ ਮੇਰੀ ਇੱਕੋ ਇੱਕ ਅਜਿਹੀ ਨਜ਼ਮ ਹੈ ਜੋ ਆਪਣੇ ਹੀ ਰਚੇ ਕਿਰਦਾਰ ਨੂੰ ਮੁਖਾਤਬ ਹੋ ਕੇ ਮੈਂ ਲਿਖੀ ਹੈ। ਇੱਕ ਤਿਉੜੀ। ਅੱਜ ਵੀ ਸਾਹਮਣੇ ਵੇਖ ਸਕਦੀ ਹਾਂ ਇੱਕ ਤਿਉੜੀ ਹੈ ਮੇਰੇ ਬਾਪ ਦੇ ਮੱਥੇ ਤੇ ਪਈ ਹੋਈ। ਨਹੀਂ, ਮੱਥੇ ਉੱਤੇ ਖਲੋ ਕੇ ਕਈ ਵਰ੍ਹਿਆਂ ਤੋਂ ਮੈਨੂੰ ਤੱਕਦੀ ਪਈ। ਮੇਰੀ ਨਿਗਾਹਬਾਨ ਮੇਰੀ ਨਜ਼ਰਸਾਨੀ ਕਰਦੀ ਪਈ। 1936 ਦੇ ਮੁੱਢ ਦੀ ਗੱਲ, ਜਦੋਂ ਮੇਰੀ ਪਹਿਲੀ ਕਿਤਾਬ ਛਪੀ ਸੀ। ਮਹਾਰਾਜਾ ਕਪੂਰਥਲਾ ਨੇ ਮੇਰੀ ਕਿਤਾਬ ਨੂੰ ਬਜ਼ੁਰਗਾਨਾ ਪਿਆਰ ਦਿੰਦਿਆਂ 200 ਰੁਪਇਆ ਮੇਰੇ ਨਾਂ ਭੇਜਿਆ ਸੀ ਤੇ ਫਿਰ ਥੋੜ੍ਹੇ ਜਿਹੇ ਦਿਨਾਂ ਪਿੱਛੋਂ ਮਹਾਰਾਣੀ ਨਾਭਾ ਨੇ, ਉਹ ਕਦੇ ਮੇਰੇ ਪਿਤਾ ਜੀ ਦੀ ਸ਼ਾਗਿਰਦ ਸੀ, ਮੈਨੂੰ ਇੱਕ ਸਾੜੀ ਦਾ ਪਾਰਸਲ ਉਸ ਕਿਤਾਬ ਦੀ ਤਾਰੀਫ਼ ਵਜੋਂ ਭੇਜਿਆ ਸੀ। ਇਹ ਦੋਵੇਂ ਚੀਜ਼ਾਂ ਡਾਕ ਰਾਹੀਂ ਆਈਆਂ ਸਨ ਤੇ ਫਿਰ ਇੱਕ ਦਿਨ ਜਦੋਂ ਡਾਕੀਏ ਨੇ ਮੇਰੇ ਘਰ ਦਾ ਬੂਹਾ ਖੜਕਾਇਆ, ਮੇਰੇ ਬਾਲ ਜਿਹੇ ਮਨ ਨੇ ਉਸੇ ਤਰ੍ਹਾਂ ਇੱਕ ਹੋਰ ਮਨੀ ਆਰਡਰ ਜਾਂ ਪਾਰਸਲ ਦੀ ਰੀਝ ਕਰ ਲਈ। ਮਨੋਂ ਨਿਕਲਿਆ, ਅੱਜ ਫੇਰ ਕੋਈ ਇਨਾਮ ਆਇਆ ਏ ਤੇ ਮੈਨੂੰ ਅਜੇ ਤੱਕ ਸਣੇ ਆਪਣੇ ਪਿੰਡੇ ਦੀ ਕੰਬਣੀ ਦੇ ਉਸੇ ਤਰ੍ਹਾਂ ਉਹ ਤਿਉੜੀ ਚੇਤੇ ਹੈ ਜੋ ਮੇਰੇ ਵੱਲ ਵੇਖ ਕੇ ਮੇਰੇ ਪਿਤਾ ਜੀ ਦੇ ਮੱਥੇ ਤੇ ਪੈ ਗਈ ਸੀ। ਉਸ ਦਿਨ ਇੰਨਾ ਨਹੀਂ ਸੀ ਸਮਝਿਆ ਕਿ ਮੇਰੇ ਪਿਤਾ ਮੇਰੇ ਵਿੱਚ ਜਿਹੋ ਜਿਹੀ ਸ਼ਖਸੀਅਤ ਵੇਖਣਾ ਚਾਹੁੰਦੇ ਹਨ। ਮੈਂ ਉਸ ਇੱਕ ਫਿਕਰੇ ਨਾਲ ਉਸ ਤੋਂ ਬਹੁਤ ਛੋਟੀ ਹੋ ਗਈ ਸਾਂ। ਬਸ ਇੰਨਾ ਸਮਝਿਆ ਸੀ ਕਿ ਇਹੋ ਜਿਹੀ ਆਸ ਜਾਂ ਇਹੋ ਜਿਹੀ ਰੀਝ ਗਲਤ ਹੈ ਤੇ ਇਹ ਜਿਹੜੀ ਥਾਂ ਤੋਂ ਇੱਕ ਲੇਖਕ ਨੂੰ ਛੋਟਿਆਂ ਕਰ ਜਾਂਦੀ ਹੈ।
ਇਹ ਬਹੁਤ ਚਿਰ ਪਿੱਛੋਂ ਪਤਾ ਲੱਗਾ। ਤੇ ਜਦੋਂ ਪਤਾ ਲੱਗਾ, ਮੇਰੇ ਪਿਤਾ ਜੀ ਦੇ ਮੱਥੇ ਦੀ ਥਾਂ ਮੇਰਾ ਨਿਗਾਹਬਾਨ ਬਣ ਗਿਆ। ਉਹਨੇ ਮੇਰੇ ਖਿਆਲਾਂ ਦੀ ਇਹੋ ਜਿਹੀ ਰਾਖੀ ਕੀਤੀ ਕਿ ਫੇਰ ਕਦੇ ਮੈਨੂੰ ਅਚੇਤ ਵੀ ਇਹੋ ਜਿਹਾ ਖਿਆਲ ਨਹੀਂ ਆਇਆ। ਅੱਜ ਸੋਚਦੀ ਹਾਂ, ਦੁਨੀਆ ਵਿੱਚੋਂ ਕੁੱਝ ਵੀ ਲੈਣ ਦੇ ਖਿਆਲ ਤੋਂ ਉਹ ਇੱਕ ਤਿਉੜੀ ਮੈਨੂੰ ਕਿਵੇਂ ਹਮੇਸ਼ਾ ਲਈ ਸੁਰਖਰੂ ਕਰ ਗਈ, ਸੁਤੰਤਰ ਕਰ ਗਈ, ਤਾਂ ਉਸ ਤਿਉੜੀ ਨਾਲ ਪਿਆਰ ਆ ਜਾਂਦਾ ਹੈ। ਹੋ ਸਕਦਾ ਹੈ ਉਸ ਦਿਨ ਉਹ ਮੇਰੇ ਪਿਤਾ ਦੇ ਮੱਥੇ 'ਤੇ ਨਾ ਪੈਂਦੀ ਤਾਂ ਮੈਂ ਕਦੇ ਇਹੋ ਜਿਹੀ ਸੋਚ ਨਾਲ ਜ਼ਿੰਦਗੀ ਵਿੱਚ ਆਪਣੀ ਤੌਹੀਨ ਕਰ ਲੈਂਦੀ। ਪਰ ਖੁਸ਼ ਹਾਂ, ਮੈਨੂੰ ਉਸ ਪਿਤਾ ਦਾ ਮੱਥਾ ਨਸੀਬ ਹੋਇਆ ਸੀ ਜਿਹਦੇ ਉੱਤੇ ਉਹ ਤਿਉੜੀ ਪੈ ਸਕਦੀ ਸੀ। ਇਹ ਵੀ ਇੱਕ ਰਾਤ ਦੀ ਗੱਲ ਹੈ, 1936 ਦੀ ਇੱਕ ਰਾਤ, ਮੇਰੇ ਵਿਆਹ ਵਾਲੀ, ਜਿਸ ਰਾਤ ਮੈਂ ਮਕਾਨ ਦੀ ਛੱਤ 'ਤੇ ਜਾ ਕੇ ਹਨੇਰੇ ਵਿੱਚ ਬਹੁਤ ਰੋਈ ਸਾਂ। ਮਨ ਵਿੱਚ ਸਿਰਫ ਇੱਕੋ ਗੱਲ ਆਉਂਦੀ ਸੀ, ਜੇ ਕਿਸੇ ਤਰ੍ਹਾਂ ਮਰ ਸਕਾਂ। ਪਿਤਾ ਨੂੰ ਮੇਰੇ ਮਨ ਦੀ ਹਾਲਤ ਪਤਾ ਸੀ, ਇਸ ਲਈ ਲੱਭਦੇ ਛੱਤ 'ਤੇ ਆਏ ਤਾਂ ਮੈਂ ਇੱਕੋ ਮਿੰਨਤ ਕੀਤੀ, ਮੈਂ ਵਿਆਹ ਨਹੀਂ ਕਰਨਾ। ਬਰਾਤ ਆ ਚੁੱਕੀ ਸੀ, ਰਾਤ ਦਾ ਖਾਣਾ ਹੋ ਚੁੱਕਾ ਸੀ ਕਿ ਪਿਤਾ ਜੀ ਨੂੰ ਇੱਕ ਸੁਨੇਹਾ ਮਿਲਿਆ ਸੀ ਕਿ ਜੇ ਕੋਈ ਰਿਸ਼ਤੇਦਾਰ ਪੁੱਛੇ ਤਾਂ ਕਹਿ ਦੇਣਾ ਕਿ ਤੁਸੀਂ ਇੰਨੇ ਹਜ਼ਾਰ ਰੁਪਏ ਨਕਦ ਵੀ ਦਾਜ ਵਿੱਚ ਦਿੱਤਾ ਹੈ। ਇਹ ਵਿਆਹ ਮੇਰੇ ਪਿਤਾ ਦੀ ਡੂੰਘੀ ਤਸੱਲੀ ਸੀ, ਮੇਰੀ ਵੀ। ਪਰ ਇਸ ਸੁਨੇਹੇ ਨੂੰ ਪਿਤਾ ਜੀ ਨੇ ਇੱਕ ਇਸ਼ਾਰਾ ਸਮਝਿਆ। ਉਹਨਾਂ ਕੋਲ ਇੰਨਾ ਨਕਦ ਰੁਪਇਆ ਹੱਥ ਵਿੱਚ ਨਹੀਂ ਸੀ, ਇਸ ਲਈ ਘਬਰਾ ਗਏ। ਮੈਨੂੰ ਦੱਸਿਆ ਤਾਂ ਮੇਰੀ ਇੱਕੋ ਸੋਚ ਸੀ, ਜੇ ਮੈਂ ਅੱਜ ਰਾਤ ਮਰ ਸਕਾਂ। ਕਈ ਘੰਟਿਆਂ ਦੀ ਇਸ ਘਬਰਾਹਟ ਨੂੰ ਉਸ ਰਾਤ ਮਹਿਮਾਨ ਆਈ ਹੋਈ ਮੇਰੀ ਮੋਈ ਮਾਂ ਦੀ ਇੱਕ ਸਹੇਲੀ ਪ੍ਰੀਤਮ ਕੌਰ ਨੇ ਕੁਝ ਸਮਝ ਲਿਆ ਤੇ ਇਕੱਲਿਆਂ ਹੋ ਕੇ ਹੱਥਾਂ ਦੀਆਂ ਸਾਰੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਮੇਰੇ ਪਿਤਾ ਦੇ ਅੱਗੇ ਰੱਖ ਦਿੱਤੀਆਂ। ਪਿਤਾ ਦੀਆਂ ਅੱਖਾਂ ਭਰ ਆਈਆਂ, ਪਰ ਮੈਨੂੰ ਇਹ ਵੇਖਣਾ ਮਰਨ ਤੋਂ ਵੀ ਔਖਾ ਜਾਪਿਆ। ਫਿਰ ਪਤਾ ਲੱਗਾ ਇਹ ਸੁਨੇਹਾ ਕਿਸੇ ਦਾ ਇਸ਼ਾਰਾ ਨਹੀਂ ਸੀ। ਉਹਨਾਂ ਨੇ ਕੋਈ ਨਕਦ ਰੁਪਇਆ ਨਹੀਂ ਸੀ ਚਾਹਿਆ, ਸਿਰਫ ਕੁਝ ਰਿਸ਼ਤੇਦਾਰਾਂ ਦੀ ਤਸੱਲੀ ਲਈ ਇਹ ਗੱਲ ਫੈਲਾਈ ਸੀ। ਮਾਂ ਦੀ ਸਹੇਲੀ ਨੇ ਉਹ ਚੂੜੀਆਂ ਫੇਰ ਹੱਥਾਂ ਵਿੱਚ ਪਾ ਲਈਆਂ ਸਨ, ਪਰ ਜਾਪਦਾ ਹੈ ਉਹ ਲਾਹਣ ਦੀ ਘੜੀ ਦੁਨੀਆ ਦੀ ਚੰਗਿਆਈ ਦਾ ਚਿੰਨ੍ਹ ਬਣ ਕੇ ਹਮੇਸ਼ਾ ਲਈ ਕਿਤੋਂ ਖਲੋ ਗਈ ਹੈ। ਵਿਸ਼ਵਾਸ ਟੁੱਟਦੇ ਵੇਖਦੀ ਹਾਂ, ਪਰ ਨਿਰਾਸਤਾ ਮਨ ਦੇ ਅਖੀਰ ਤੱਕ ਨਹੀਂ ਪਹੁੰਚਦੀ, ਉਰਾਂ ਰਾਹ ਵਿੱਚ ਕਿਤੇ ਖਲੋ ਜਾਂਦੀ ਹੈ। ਤੇ ਪਰਾਂ ਮਨ ਦੇ ਆਖਰੀ ਸਿਰੇ ਕੋਲ ਦੁਨੀਆ ਦੀਆਂ ਚੰਗਿਆਈਆਂ ਉੱਤੇ ਵਿਸ਼ਵਾਸ ਬਚਿਆ ਰਹਿ ਜਾਂਦਾ ਹੈ। ਜਦੋਂ ਬਰਫ਼ ਪੰਘਰੇਗੀ। ਬਹੁਤ ਦੇਰ ਹੋਈ। ਗਰੀਕ ਪੈਸ਼ਨ ਵਿੱਚ ਇੱਕ ਆਜੜੀ ਲੜਕੇ ਦੀ ਵਾਰਤਾ ਪੜ੍ਹੀ ਸੀ, ਜੋ ਕ੍ਰਾਈਸਟ ਦਾ ਨਾਟਕ ਦੇਖਣ ਲਈ ਕ੍ਰਾਈਸਟ ਚੁਣਿਆ ਜਾਂਦਾ ਹੈ। ਪਰ ਇਸ ਪਾਤਰ ਦਾ ਰੋਲ ਅਦਾ ਕਰਨ ਲਈ ਉਹ ਸਾਧਨਾ ਕਰਦਾ ਕਰਦਾ ਪਾਤਰ ਦੀ ਹੋਂਦ ਵਿੱਚ ਰਲ ਜਾਂਦਾ ਹੈ। ਇੰਨਾ ਕਿ ਸਾਰੇ ਪਿੰਡ ਦੀ ਮੁਖਾਲਫਤ ਸਹੇੜ ਕੇ ਉਹਦੀ ਨਜ਼ਰ ਵਿੱਚ ਜੋ ਨਿਆਂ ਹੈ ਉਹਦੇ ਲਈ ਲੜਦਾ ਹੈ ਤਾਂ ਪਿੰਡ ਵਾਲੇ ਉਹਨੂੰ ਸੱਚੀ ਮੁੱਚੀ ਪੱਥਰ ਮਾਰ ਮਾਰ ਕੇ ਮਾਰ ਦਿੰਦੇ ਨੇ। ਉਹ ਜਿਹਨੇ ਉਹਦਾ ਅੰਦਰ ਬਾਹਰ ਪਛਾਣ ਲਿਆ ਸੀ, ਉਹਨੂੰ ਇੱਕ ਪਹਾੜੀ ਉੱਤੇ ਦਫਨਾਉਣ ਲੱਗਿਆਂ ਆਖਦਾ ਹੈ, ਅੱਜ ਉਹਦਾ ਨਾਂ ਬਰਫ਼ 'ਤੇ ਲਿਖਿਆ ਗਿਆ ਹੈ। ਬਰਫ਼ ਪੰਘਰੇਗੀ ਤਾਂ ਉਹਦਾ ਨਾਂ ਨਦੀਆਂ, ਨਾਲਿਆਂ ਤੇ ਪਾਣੀਆਂ ਉੱਤੇ ਲਿਖਿਆ ਹੋਵੇਗਾ। ਇਸੇ ਗੱਲ ਨੂੰ ਜੇ ਆਪਣੇ ਲਈ ਆਖਾਂ ਤਾਂ ਆਖਣਾ ਚਾਹਾਂਗੀ, ਮੇਰੇ ਕੋਲ ਜੋ ਕੁਝ ਸੀ, ਜੇ ਅੱਜ ਉਹ ਬਰਫ਼ ਵਿੱਚ ਦੱਬਿਆ ਗਿਆ ਤਾਂ ਇਹ ਬਰਫ਼ਾਂ ਜਦੋਂ ਪੰਘਰਨਗੀਆਂ, ਇਹਦੇ ਨਦੀਆਂ ਦੇ ਨਾਲੇ ਉਹ ਹੋਣਗੇ ਜੋ ਈਮਾਨ ਨਾਲ ਹੱਥਾਂ ਵਿੱਚ ਨਵੀਆਂ ਕਲਮਾਂ ਫੜਨਗੇ ਤੇ ਉਹਨਾਂ ਕਲਮਾਂ ਦੀ ਸ਼ਿੱਦਤ ਵਿੱਚ ਮੇਰਾ ਉਹ ਕੁਝ ਵੀ ਰਲਿਆ ਹੋਵੇਗਾ ਜੋ ਅੱਜ ਚੁੱਪ ਦੀ ਬਰਫ਼ ਵਿੱਚ ਦੱਬਿਆ ਗਿਆ ਹੈ। ਯਥਾਰਥ ਤੋਂ ਯਥਾਰਥ ਤੱਕ। ਸਵੈ ਜੀਵਨੀ ਨੂੰ ਅਕਸਰ ਚਿਲਕਦੀ ਚਮਕਦੀ ਇਕਵਾਸੀ ਸਮਝਿਆ ਜਾਂਦਾ ਹੈ, ਸੱਚਾਈ ਸਮਝਿਆ ਜਾਂਦਾ ਹੈ। ਸਵੈ ਸ਼ਲਾਘਾ ਦਾ ਹੁਨਰੀ ਮਾਧਿਅਮ। ਪਰ ਬੁਨਿਆਦੀ ਸੱਚਾਈ ਨੂੰ ਲੇਖਕ ਦੀ ਆਪਣੀ ਲੋੜ ਮੰਨ ਕੇ ਮੈਂ ਆਖਣਾ ਚਾਹਾਂਗੀ, ਇਹ ਯਥਾਰਥ ਤੋਂ ਯਥਾਰਥ ਤੱਕ ਪਹੁੰਚਣ ਦਾ ਅਮਲ ਹੈ। ਇੱਕ ਕੁਝ ਉਹ ਹੁੰਦਾ ਹੈ ਜੋ ਸਾਵੇਂ ਬਿਨਾਂ ਕਿਸੇ ਤਰੱਦਦ ਦੇ ਨਜ਼ਰੀ ਪੈ ਜਾਂਦਾ ਹੈ ਤੇ ਇੱਕ ਸਿਰਫ ਨੀਜ਼ ਲਾਈ ਦਿਸਦਾ ਹੈ ਤੇ ਇੱਕ ਸੋਚਾਂ ਦੀ ਮਿੱਟੀ ਨੂੰ ਛਾਣ ਲੱਭਦਾ ਹੈ। ਯਥਾਰਥ ਉਹ ਵੀ ਹੁੰਦਾ ਹੈ, ਉਹ ਵੀ ਤੇ ਉਹ ਵੀ। ਹਰ ਕਲਾ ਉਸਾਰੀ ਵਿੱਚੋਂ ਮੁੜ ਉਸਾਰੀ ਦਾ ਨਾਂ ਹੈ। ਇਹ ਯਥਾਰਥ ਦੀ ਮੁੜ ਉਸਾਰੀ ਵੀ ਯਥਾਰਥ ਹੈ, ਸੱਚਾਈ ਦੀ ਕੁੱਖ ਵਿੱਚ ਪੈ ਕੇ ਫਿਰ ਉਸ ਕੁੱਖ ਵਿੱਚੋਂ ਨਿਕਲੀ ਹੋਈ ਸੱਚਾਈ। ਯਥਾਰਥ ਦੀ ਮੁੜ ਉਸਾਰੀ ਯਥਾਰਥ ਤੋਂ ਯਥਾਰਥ ਤੱਕ ਪਹੁੰਚਣ ਦਾ ਅਮਲ ਹੈ। ਨਾਵਲ ਕਹਾਣੀ ਦਾ ਪਾਠਕ ਪਾਤਰਾਂ ਵਿੱਚੋਂ ਮੋਹਾਂ ਨੂੰ ਕਿਆਸਦਾ ਹੈ, ਉਹਨਾਂ ਦੇ ਦਿਲਾਂ ਦੀ ਹਲਚਲ ਤੋਂ ਉਹਨਾਂ ਦੇ ਨਕਸ਼ ਚਿਤਾਵਦਾ ਹੈ, ਪਰ ਕਿਸੇ ਦੀ ਸਵੈ ਜੀਵਨੀ ਦਾ ਪਾਠਕ ਆਪਣਾ ਸਾਰਾ ਧਿਆਨ ਇੱਕੋ ਤੇ ਜਾਣੇ ਹੋਏ ਮੋਹ ਉੱਤੇ ਕੇਂਦਰਿਤ ਕਰਦਾ ਹੈ। ਇਹਦੇ ਵਿੱਚ ਲੇਖਕ ਤੇ ਪਾਠਕ ਸਨਮੁਖ ਹੁੰਦੇ ਹਨ। ਇਹ ਲੇਖਕ ਦਾ ਆਪਣੇ ਘਰ ਵਿੱਚ ਪਾਠਕ ਨੂੰ ਨਿੱਜੀ ਬੁਲਾਵਾ ਹੁੰਦਾ ਹੈ, ਸੰਗ ਸੰਕੋਚ ਦੀ ਦਹਿਲੀਜ਼ ਤੋਂ ਅੰਦਰ ਵਾਰ।
ਤੇ ਇਹ ਸਿਰਫ ਉਦੋਂ ਸੰਭਵ ਹੁੰਦਾ ਹੈ ਜਦੋਂ ਲੇਖਕ ਦਾ ਜੇਰਾ ਉਹਦੇ ਕਿਸੇ ਸੱਚ ਨਾਲੋਂ ਊਣਾ ਨਾ ਹੋਵੇ। ਇਹਦੇ ਵਿੱਚ ਕੋਈ ਝੂਠ ਮਹਿਮਾਨ ਦੀ ਨਹੀਂ, ਮੇਜ਼ਬਾਨ ਦੀ ਆਪਣੀ ਹੱਦ ਤੱਕ ਹੁੰਦਾ ਹੈ। ਲੇਖਕ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਜੋ ਲੇਖਕ ਹੁੰਦੇ ਹਨ ਤੇ ਦੂਜੇ ਜੋ ਲੇਖਕ ਦਿਸਣਾ ਚਾਹੁੰਦੇ ਹਨ। ਜੋ ਹਨ ਦਿਸਣ ਦਾ ਯਤਨ ਉਹਨਾਂ ਦੀ ਲੋੜ ਨਹੀਂ ਹੁੰਦਾ, ਉਹ ਹਨ ਤੇ ਉਹਨਾਂ ਦੀ ਆਪਣੀ ਹੋਂਦ ਦੀ ਸੱਚਾਈ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕਰ ਸਕਦੀ। ਸਿਰਫ ਉਰਾਰਲੇ ਕੰਡੇ ਦਾ ਯਥਾਰਥ ਜਿਵੇਂ ਕਲਾ ਦੀ ਨਦੀ ਚੀਰ ਕੇ ਪਰਲੇ ਕੰਡੇ ਦਾ ਯਥਾਰਥ ਬਣਦਾ ਹੈ, ਉਹ ਅਮਲ ਇਸ ਸਵੈ ਜੀਵਨੀ ਵਿੱਚ ਹੈ। ਇਹ ਰਚਨਾ ਦਾ ਆਪਣਾ ਅਮਲ ਹੈ। ਮੈਂ ਇਸ ਨੂੰ ਯਥਾਰਥ ਤੋਂ ਯਥਾਰਥ ਤੱਕ ਆਖਣਾ ਚਾਹਾਂਗੀ। ਬਾਸੂ ਭੱਟਾਚਾਰੀਆ ਜਦੋਂ ਇੰਦਰਾ ਜੀ ਤੇ ਫਿਲਮ ਬਣਾ ਰਹੇ ਸਨ, ਉਹਨਾਂ ਨਾਲ ਦੇਸ਼ ਦੀ ਹਾਲਤ ਬਾਰੇ ਜੋ ਗੱਲਬਾਤ ਹੁੰਦੀ ਉਹ ਤਾਂ ਲਿਖਣੀ ਹੀ ਹੁੰਦੀ ਸੀ, ਪਰ ਸ਼ਾਟ ਕਿਵੇਂ ਤੇ ਕੀ ਸੋਚ ਕੇ ਲਏ ਜਾਂਦੇ ਹਨ, ਇੰਦਰਾ ਜੀ ਦੀ ਸ਼ਖਸੀਅਤ ਦੇ ਗੰਭੀਰ ਪਹਿਲੂ ਆਮ ਸਧਾਰਨ ਗੱਲਾਂ ਵਿੱਚੋਂ ਵੀ ਕਿਵੇਂ ਉੱਭਰਦੇ ਹਨ, ਜਾਂ ਕੁਝ ਉਹ ਗੱਲਾਂ ਜੋ ਫਿਲਮ ਦਾ ਹਿੱਸਾ ਨਹੀਂ ਬਣਦੀਆਂ ਪਰ ਉਂਝ ਬੜੀਆਂ ਅਹਿਮ ਹੁੰਦੀਆਂ ਹਨ, ਉਹਨਾਂ ਨੂੰ ਵੀ ਜਿੰਨੀਆਂ ਕੁ ਪਕੜ ਵਿੱਚ ਆ ਸਕਣ ਲਿਖਣ ਦਾ ਯਤਨ ਕਰਦੀ ਸਾਂ। ਮਸਲਨ ਦੀਵਾਰ ਉੱਤੇ ਨਹਿਰੂ ਜੀ ਦੀਆਂ ਤੇ ਮੋਤੀ ਜੀ ਦੀਆਂ ਕੁਝ ਤਸਵੀਰਾਂ ਸਨ। ਬਾਸੂ ਦਾ ਨਾਂ ਉਹਨਾਂ ਦੇ ਸ਼ਾਟ ਲੈਣ ਲੱਗਿਆ ਇੰਦਰਾ ਜੀ ਨੂੰ ਕਿਹਾ, ਇਹਨਾਂ ਤਸਵੀਰਾਂ ਨੂੰ ਵੇਖਦਿਆਂ ਜਿਵੇਂ ਅਚਾਨਕ ਉਹਨਾਂ ਉੱਤੇ ਕੁਝ ਧੂੜ ਪਈ ਨਜ਼ਰ ਆਵੇ ਤੇ ਤੁਸੀਂ ਆਪਣੀ ਧੋਤੀ ਦੀ ਕੰਨੀ ਨਾਲ ਉਹਨੂੰ ਪੂੰਝ ਰਹੇ ਹੋਵੋ। ਜ਼ਾਹਿਰ ਹੈ ਕਿ ਬਾਸੂ ਦਾ ਇਸ ਸ਼ਾਟ ਵਿੱਚ ਇੰਦਰਾ ਜੀ ਨੂੰ ਸਮੇਂ ਦੀ ਧੂੜ ਪੂੰਝਦਿਆਂ ਵਿਖਾਉਣਾ ਚਾਹੁੰਦੇ ਸਨ, ਪਰ ਇੰਦਰਾ ਜੀ ਨੇ ਪੱਕੀ ਆਵਾਜ਼ ਵਿੱਚ ਨਾਂਹ ਕਰ ਦਿੱਤੀ, ਕਹਿਣ ਲੱਗੇ, ਦਸਤਰ ਲੈ ਕੇ ਪੂੰਝ ਸਕਦੀ ਹਾਂ, ਆਪਣੀ ਧੋਤੀ ਦੀ ਕੰਨੀ ਨਾਲ ਨਹੀਂ। ਤਸਵੀਰ ਭਾਵੇਂ ਕਿਸੇ ਖਾਸ ਦੀ ਹੋਵੇ, ਇਹ ਸਵਾਲ ਨਹੀਂ। ਜੋ ਚੰਗੇ ਲੱਗਦੇ ਹਨ ਉਹ ਹਰ ਸਮੇਂ ਖਿਆਲਾਂ ਵਿੱਚ ਰਹਿੰਦੇ ਹਨ, ਤਸਵੀਰਾਂ ਵਿੱਚ ਨਹੀਂ। ਧੋਤੀ ਦੀ ਕੰਨੀ ਨਾਲ ਪੂੰਝਾਂ ਤਾਂ ਫੇਰ ਮੈਨੂੰ ਧੋਤੀ ਬਦਲਣੀ ਪਵੇਗੀ, ਮੈਨੂੰ ਧੂੜ ਨਾਲ ਕੋਈ ਪਿਆਰ ਜਾਂ ਸ਼ਰਧਾ ਨਹੀਂ। ਠੀਕ ਹੈ, ਜੋ ਉਹਨਾਂ ਦੀ ਸੋਚ ਵਿੱਚ ਨਹੀਂ ਉਹ ਕਿਸੇ ਸ਼ਾਟ ਵਿੱਚ ਨਹੀਂ ਆਉਣਾ ਚਾਹੀਦਾ। ਉਹਨਾਂ ਨੇ ਡਸਟਰ ਨਾਲ ਤਸਵੀਰਾਂ ਪੂੰਝੀਆਂ ਤੇ ਬਾਸੂ ਦਾ ਨਾਂ ਸ਼ਾਟ ਲੈ ਲਿਆ। ਪਰ ਇਹ ਉਹਨਾਂ ਦਾ ਦ੍ਰਿਸ਼ਟੀਕੋਣ ਫਿਲਮ ਵਿੱਚ ਨਹੀਂ ਆਉਣਾ ਤੇ ਕਈ ਕੁਝ ਫਿਲਮਾਂ ਜੋ ਨਹੀਂ ਆ ਸਕਦਾ ਤੇ ਕਈ ਕੁਝ ਜੋ ਫਿਲਮਾਂ ਵਿੱਚ ਨਹੀਂ ਆ ਸਕਦਾ, ਉਹਨੂੰ ਸਮਝਣ ਦੇ ਯਤਨ ਵਿੱਚ ਮੈਂ ਇਸ ਫਿਲਮ ਦਾ ਮਾਹੌਲ ਤੇ ਇਸ ਦਾ ਤਿਆਰੀ ਵੇਲਾ ਲਿਖਦੀ ਰਹੀ। ਇੱਕ ਸ਼ੂਟ ਵੇਲੇ ਮੈਂ ਉਹਨਾਂ ਨੂੰ ਪੁੱਛਿਆ ਸੀ, ਇੰਦਰਾ ਜੀ, ਤੁਹਾਡਾ ਔਰਤ ਹੋਣਾ ਕਦੇ ਤੁਹਾਡੇ ਕੰਮਾਂ ਵਿੱਚ ਲੋਕਾਂ ਨੇ ਅਟਕਾਇਆ ਹੈ? ਤਾਂ ਉਹਨਾਂ ਦਾ ਜਵਾਬ ਸੀ, ਇਹਦੇ ਵਿੱਚ ਕੁਝ ਐਡਵਾਂਟੇਜਸ ਵੀ ਹੁੰਦੇ ਹਨ, ਕੁਝ ਡਿਸਐਡਵਾਂਟੇਜਸ ਵੀ, ਪਰ ਮੈਂ ਕਦੇ ਇਹਦੇ ਤੇ ਗੌਰ ਨਹੀਂ ਕੀਤਾ। ਔਰਤ ਮਰਦ ਦੇ ਵਿਤਕਰੇ ਤੋਂ ਬਿਨਾਂ ਮੈਂ ਆਪਣੇ ਆਪ ਨੂੰ ਹਮੇਸ਼ਾ ਇਨਸਾਨ ਸੋਚਿਆ ਹੈ। ਸ਼ੁਰੂ ਤੋਂ ਜਾਣਦੀ ਸਾਂ ਕਿ ਮੈਂ ਹਰ ਚੀਜ਼ ਦੇ ਕਾਬਿਲ ਹਾਂ। ਕੋਈ ਸਮੱਸਿਆ ਹੋਵੇ, ਮਰਦਾਂ ਤੋਂ ਚੰਗੀ ਤਰ੍ਹਾਂ ਸੁਲਝਾ ਸਕਦੀ ਹਾਂ, ਸਿਵਾਏ ਇਸਦੇ ਕਿ ਜਿਸਮਾਨੀ ਤੌਰ ਤੇ ਬਹੁਤਾ ਵਜ਼ਨ ਨਹੀਂ ਚੁੱਕ ਸਕਦੀ। ਹੋਰ ਹਰ ਗੱਲ ਵਿੱਚ ਹਰ ਤਰ੍ਹਾਂ ਕਾਬਿਲ ਹਾਂ। ਇਸ ਲਈ ਮੈਂ ਆਪਣੇ ਔਰਤ ਹੋਣ ਨੂੰ ਕਦੇ ਕਿਸੇ ਘਾਟ ਦੇ ਪਹਿਲੂ ਤੋਂ ਨਹੀਂ ਸੋਚਿਆ। ਜਿਨ੍ਹਾਂ ਨੇ ਸ਼ੁਰੂ ਵਿੱਚ ਮੈਨੂੰ ਸਿਰਫ ਔਰਤ ਸੋਚਿਆ ਸੀ, ਮੇਰੀ ਤਾਕਤ ਨੂੰ ਨਹੀਂ ਸੀ ਪਛਾਣਿਆ, ਇਹ ਉਹਨਾਂ ਦੀ ਸੋਚ ਸੀ, ਮੇਰੀ ਨਹੀਂ। ਲੋਕ ਕੁਝ ਗੱਲਾਂ ਕਰਦੇ ਹੋਣਗੇ, ਬਹੁਤੀਆਂ ਤਾਂ ਮੇਰੇ ਤੱਕ ਪਹੁੰਚਦੀਆਂ ਹੀ ਨਹੀਂ। ਜੋ ਪਹੁੰਚਦੀਆਂ ਹਨ, ਉਹਨਾਂ ਦੀ ਮੈਂ ਕੋਈ ਵੁਕਤ ਨਹੀਂ ਸਮਝਦੀ। ਦ੍ਰਿਸ਼ਟੀਕੋਣ ਮੇਰਾ ਵੀ ਇਹੀ ਸੀ, ਪਰ ਇੰਦਰਾ ਜੀ ਵਾਸਤੇ ਜੋ ਮਨ ਦੀ ਸਹਿਜ ਅਵਸਥਾ ਹੈ, ਮੇਰੇ ਵਰਗੇ ਸਧਾਰਨ ਇਨਸਾਨ ਲਈ ਇੱਕ ਉਸ ਮੰਜ਼ਿਲ ਵਾਂਗ ਹੈ ਜਿਸ ਦਾ ਰਾਹ ਬੜਾ ਦੁਸ਼ਵਾਰ ਸੀ। ਚਿਰਾਂ ਦੀ ਗੱਲ ਹੈ ਜਦੋਂ ਪਟੇਲ ਨਗਰ ਦੇ ਮਕਾਨ ਵਿੱਚ ਅਜੇ ਬਿਜਲੀ ਨਹੀਂ ਸੀ ਤੇ ਮੈਂ ਦਿੱਲੀ ਰੇਡੀਓ ਤੇ ਕੰਮ ਕਰਦੀ ਸਾਂ। ਗਵਾਂਢੀਆਂ ਦੇ ਘਰ ਇੱਕ ਰੇਡੀਓ ਸੀ ਜੋ ਬੈਟਰੀ ਨਾਲ ਚੱਲਦਾ ਸੀ ਤੇ ਮੇਰੇ ਦੋਵੇਂ ਬੱਚੇ ਉੱਥੇ ਚਲੇ ਜਾਂਦੇ ਸਨ ਸ਼ਾਮ ਨੂੰ ਮੇਰੀ ਆਵਾਜ਼ ਸੁਣਨ ਲਈ। ਪਰ ਇੱਕ ਦਿਨ ਮੈਂ ਰਾਤੀ ਜਦੋਂ ਘਰ ਆਈ ਤਾਂ ਮੇਰਾ ਪੁੱਤਰ ਮੈਨੂੰ ਕਹਿਣ ਲੱਗਾ, ਮਾਮਾ, ਇੱਕ ਗੱਲ ਮੰਨੋਗੇ, ਤੁਸੀਂ ਭੋਲੂ ਦੇ ਰੇਡੀਓ ਤੇ ਨਾ ਬੋਲਿਆ ਕਰੋ। ਪਤਾ ਲੱਗਾ ਕਿ ਮੇਰੇ ਪੁੱਤਰ ਨਾਲ ਭੋਲੂ ਦੀ ਲੜਾਈ ਹੋ ਗਈ ਸੀ ਤੇ ਜਿਹਦੇ ਘਰ ਉਹ ਨਹੀਂ ਸੀ ਜਾ ਸਕਦਾ, ਉੱਥੇ ਮੇਰੀ ਆਵਾਜ਼ ਵੀ ਨਹੀਂ ਸੀ ਜਾਣੀ ਚਾਹੀਦੀ। ਉਦੋਂ ਆਪਣੇ 4 ਵਰ੍ਹਿਆਂ ਦੇ ਪੁੱਤਰ ਦੀ ਇਹ ਗੱਲ ਤੇ ਹਾਸਾ ਆਇਆ ਸੀ, ਪਰ ਅੱਜ ਇਹ ਯਾਦ ਆਈ ਹੈ ਤਾਂ ਹੱਸ ਨਹੀਂ ਸਕਦੀ। ਸੋਚਦੀ ਹਾਂ, ਕਾਸ਼ ਮੇਰੀ ਇਹ ਕਿਤਾਬ ਵੀ ਉਹਨਾਂ ਦੇ ਹੱਥਾਂ ਵਿੱਚ ਨਾ ਜਾਵੇ ਜਿਨ੍ਹਾਂ ਨੇ ਇਹਦੇ ਅੱਖਰ ਅੱਖਰ ਨੂੰ ਰੋਲਣਾ ਹੈ। ਜਾਣਦੀ ਹਾਂ, ਕੋਈ ਲੇਖਕ ਲੁਕਾਈ ਦੇ ਦੁੱਖਾਂ ਨੂੰ ਗੱਲ ਨਾ ਲਾ ਕੇ ਵੀ ਲੁਕਾਈ ਦਾ ਕੁਝ ਨਹੀਂ ਸਵਾਰ ਸਕਦਾ। ਆਵਾਜ਼ਾਂ ਉਸੇ ਤਰ੍ਹਾਂ ਹੋਠਾਂ ਉੱਤੇ ਚੀਕਾਂ ਬਣੀਆਂ ਰਹਿੰਦੀਆਂ ਹਨ ਤੇ ਸੁਪਨੇ ਉਸੇ ਤਰ੍ਹਾਂ ਛਾਤੀਆਂ ਵਿੱਚ ਸਿਸਕਦੇ ਰਹਿੰਦੇ ਹਨ। ਇਸ ਲਈ ਪਾਠਕਾਂ ਦੇ ਸੈਂਕੜੇ ਖਤਾਂ ਵਿੱਚੋਂ ਕਿਸੇ ਖਤ ਨੂੰ ਨਹੀਂ ਦੁਹਰਾਵਾਂਗੀ, ਪਰ 2 ਖਤਾਂ ਨੂੰ ਇੱਥੇ ਜ਼ਰੂਰ ਦਰਜ ਕਰਾਂਗੀ ਜਿਨ੍ਹਾਂ ਨੂੰ ਮੈਂ ਅੱਖਾਂ ਨਾਲ ਲਾ ਕੇ ਰੋ ਉੱਠੀ ਸਾਂ। ਉਦੋਂ ਮੈਂ ਨਹੀਂ ਜਾਣਦੀ ਸਾਂ ਇਹ ਖਤ ਕਿਹਨਾਂ ਦੇ ਸਨ, ਪਰ ਜਿਨ੍ਹਾਂ ਦੇ ਵੀ ਸਨ ਉਹਨਾਂ ਦਾ ਨਾਂ ਸੁਤੰਤਰਤਾ ਦੀ ਸਦੀਵੀ ਤੜਪ ਜਾਪਿਆ। ਅਮਰਤਾ ਜੀ, ਮੇਰੇ ਤਮਾਮ ਸੂਰਜ ਤੁਹਾਡੇ, ਮੇਰਿਆਂ ਪੰਛੀਆਂ ਦੀ ਸ਼ਾਮ ਵੀ ਚੁਰਾ ਲਈ ਗਈ, ਅੱਜ ਦੁੱਖ ਵੀ ਰੁੱਸ ਗਿਆ ਹੈ। ਕਹਿੰਦੇ ਨੇ ਫੈਸਲੇ ਕਦੇ ਫਾਸਲਿਆਂ ਦੇ ਸਪੁਰਦ ਨਾ ਕਰਨਾ। ਮੈਂ ਤੇ ਫਾਸਲਾ ਅੱਜ ਤੱਕ ਨਹੀਂ ਵੇਖਿਆ ਤੇ ਕਹੀਆਂ ਆਵਾਜ਼ਾਂ ਨੇ ਜਿਵੇਂ ਰਸਤੇ ਸੜੇ ਹੋਏ ਕੱਪੜਿਆਂ ਵਿੱਚ ਘੁੰਮ ਰਹੀ ਹੈ।
ਜਿਵੇਂ ਰਾਤ ਸੜੇ ਹੋਏ ਕੱਪੜਿਆਂ ਵਿੱਚ ਘੁੰਮ ਰਹੀ ਹੈ, ਜਿਵੇਂ ਕਬਰਾਂ ਉੱਤੇ ਕੋਈ ਅੱਖਾਂ ਰੱਖ ਗਿਆ ਹੋਵੇ। ਮੈਂ ਦੀਵਾਰ ਦੇ ਕਰੀਬ ਮੀਲਾਂ ਤੁਰੀ ਤੇ ਇਸ ਇਨਸਾਨਾਂ ਤੋਂ ਆਜ਼ਾਦ ਹੋ ਗਈ। ਮੇਰਾ ਨਾਂ ਕੋਈ ਨਹੀਂ ਜਾਣਦਾ, ਦੁਸ਼ਮਣ ਇੰਨੇ ਵਸੈਹ ਕਿਉਂ ਹੋ ਗਏ? ਮੈਂ ਔਰਤ ਆਪਣੇ ਚੰਨ ਵਿੱਚ ਅਸਮਾਨ ਦੀ ਟਾਕੀ ਕਿਉਂ ਲਾਵਾਂ? ਮੀਲ ਪੱਥਰ ਤੇ ਕਿਸ ਦਾ ਇੰਤਜ਼ਾਰ ਕਰਾਂ? ਔਰਤ ਰਾਤ ਵਿੱਚ ਰਚ ਗਈ ਹੈ ਅੰਮ੍ਰਿਤਾ ਬਾਜੀ। ਆਖਰ ਖੁਦਾ ਆਪਣੇ ਮਨ ਵਿੱਚ ਕਿਉਂ ਨਹੀਂ ਰਹਿੰਦਾ? ਅੱਗ ਪੂਰੇ ਪਿੰਡ ਨੂੰ ਛੋ ਗਈ ਹੈ, ਮੀਲ ਪੱਥਰ ਮੀਲਾਂ ਤੁਰਦਾ ਤੇ ਖੜਾ ਹੈ। ਮੇਰੀ ਅੱਗ ਵਿੱਚ ਇੱਕ ਚੰਨ ਹੈ ਤੇ ਮੈਂ ਨੰਗੀ ਅੱਖ ਨਾਲ ਮਰਦ ਕਮਾਉਂਦੀ ਹਾਂ। ਪਰ ਮੇਰੀ ਰਾਤ ਮੇਰੇ ਤੋਂ ਪਹਿਲਾਂ ਜਾਗ ਪਈ ਹੈ, ਮੈਂ ਅਸਮਾਨ ਵੇਚ ਕੇ ਚੰਨ ਨਹੀਂ ਕਮਾਉਂਦੀ। ਕਦਮ ਕਦਮ ਤੇ ਘੁੰਡ ਦੀ ਫਰਮਾਇਸ਼ ਹੈ, ਪਰ ਮੇਰੇ ਨਜ਼ਦੀਕ ਸ਼ਰਮ ਇੱਕ ਹਨੇਰਾ ਹੈ। ਜਿਸਮ ਤੋਂ ਇਲਾਵਾ ਮੈਂ ਸ਼ੇਰ ਵੀ ਕਹਿੰਦੀ ਹਾਂ। ਸ਼ਹੀਵਤ ਵਿੱਚ ਮੋਏ ਹੋਏ ਲੋਕ ਮੈਨੂੰ ਦਾਤ ਦਿੰਦੇ ਹਨ ਤਾਂ ਮੇਰੇ ਗੁਨਾਹ ਜਲ ਉੱਠਦੇ ਹਨ। ਹਜ਼ਾਰ ਅੱਖਾਂ ਇੱਕ ਅੱਖ ਦੇ ਗੁਨਾਹ ਗਿਣਵਾਉਂਦੀਆਂ ਹਨ। ਧੁੱਪ ਨੂੰ ਅੱਗ ਲੱਗੀ, ਕੱਪੜੇ ਕਿੱਥੇ ਸੁਕਾਵਾਂ? ਚਿੰਗਾਰੀਆਂ ਦੇ ਮੁਕੱਦਰ ਵਿੱਚ ਅੱਗ ਜ਼ਰੂਰ ਲੱਗਦੀ ਹੈ। ਅੰਮ੍ਰਿਤਾ ਬਾਜੀ, ਦਿਲ ਬਹੁਤ ਉਦਾਸ ਹੈ, ਸੋ ਤੁਹਾਡੇ ਨਾਲ ਗੁਫ਼ਤਗੂ ਕਰ ਲਈ। ਅੱਜ ਕੱਲ੍ਹ ਮੇਰੇ ਕੋਲ ਦੀਵਾਰਾਂ ਹਨ ਤੇ ਵਕਤ ਹੈ। ਅਸਾਂ ਤਾਂ ਤੁਹਾਡੀ ਮੁਹੱਬਤ ਵਿੱਚ ਹੱਦਾਂ ਗਿਣਵਾ ਦਿੱਤੀਆਂ ਤੇ ਸਮੁੰਦਰ ਦੀ ਹਾਮੀ ਭਰ ਲਈ। ਮੌਸਮ ਦੀ ਕੈਦ ਵਿੱਚ ਮੇਰਾ ਲਿਬਾਸ ਕਿਉਂ ਰਹੇ? ਮੈਂ ਸਦੀਆਂ ਦੀ ਮਾਂ ਹਾਂ। ਮੇਰੀ ਰਾਤ ਵਿੱਚ ਦਾਗ ਸਿਰਫ ਚੰਨ ਦਾ ਹੈ। ਅੱਖਾਂ ਮੈਨੂੰ ਕਿਉਂ ਨਾਪਦੀਆਂ ਹਨ? ਕੀ ਇਨਸਾਨ ਦੇ ਜਿਸਮ ਵਿੱਚ ਹੀ ਸਾਰੇ ਰਾਜ ਰਹਿ ਗਏ ਨੇ? ਦੁਆ ਜ਼ਹਿਰ ਹੋ ਜਾਏ ਤਾਂ ਖੁਦਾਵੰਦ ਦੇ ਘਰ ਬੇਟਾ ਹੁੰਦਾ ਹੈ ਤੇ ਮੇਰੇ ਦੁੱਖ ਤੇ ਖੁਦਾਵੰਦ ਨੇ ਕਿਹਾ ਕਿ ਮੈਂ ਤਨਹਾ ਹਾਂ। ਮਿੱਟੀ ਬੋਲੀ ਦਿੰਦੀ ਹੈ ਮੌਸਮ ਦੀ। ਸੱਚ ਹੈ, ਕਾਇਨਾਤ ਦੇ ਖਾਤਮੇ ਤੇ ਜੋ ਚੀਜ਼ ਰਹਿ ਜਾਏਗੀ ਉਹ ਸਿਰਫ ਵਕਤ ਹੋਵੇਗਾ। ਮੈਂ ਆਪਣੇ ਰੱਬ ਦਾ ਖਿਆਲ ਹਾਂ ਤੇ ਮੋਈ ਹੋਈ ਹਾਂ। ਆਪਣੇ ਆਪ ਨੂੰ ਲੱਭਦੀ ਫਿਰਦੀ ਇੱਕ ਆਵਾਜ਼ ਦਾ ਖਤ, ਅੰਮ੍ਰਿਤਾ ਦੇ ਨਾਂ। ਪੰਜਾਬ ਦੀਆਂ ਧੀਆਂ ਨੂੰ ਰੋਂਦਿਆਂ ਵੇਖ ਕੇ ਵਾਰਿਸ ਸ਼ਾਹ ਨੂੰ ਵਾਜਾਂ ਮਾਰਨ ਵਾਲੀਏ, ਸੁਣ ਅੱਜ ਮੇਰੀ ਗੱਲ। ਪੁਲਾਂ ਦੇ ਥੱਲਿਓਂ ਬੇਹਿਸਾਬ ਪਾਣੀ ਲੰਘ ਗਿਆ, ਪਰ ਅਜੇ ਤਾਈਂ ਗੱਲ ਨਹੀਂ ਮੁੱਕੀ। ਅੱਜ ਤਾਈਂ ਮੋਇਆਂ ਦੀ ਕਬਰ ਕਦੇ ਨਹੀਂ ਜਾਗੀਆਂ। ਅਜੇ ਤਾਈਂ ਮੋਇਆਂ ਦੀਆਂ ਕਬਰਾਂ ਕਦੇ ਨਹੀਂ ਜਾਗੀਆਂ। ਮੈਂ ਪੁੱਛਾਂ, ਤੇਰੇ ਨਾਲੋਂ ਵੱਧ ਕੇ ਜਿਉਂਦਾ ਕੌਣ ਏ? ਤੂੰ ਆਪੇ ਵਾਰਿਸ ਕਿਉਂ ਨਾ ਬਣੀ? ਉਹ ਜਿਹੜੀ ਕਹਾਣੀ ਅੱਜ ਤਾਈਂ ਸੋਗ ਦਾ ਚੋਲਾ ਪਾ ਕੇ ਬੈਠੀ ਕਿਸੇ ਕਾਲਮ ਵਾਲੇ ਦੇ ਰਾਹ ਤੱਕ ਰਹੀ ਏ। ਵਾਰਿਸ ਸ਼ਾਹ ਦੀ ਗੱਦੀ ਤਾਂ ਹਾਲੇ ਵੀ ਸੁੰਨੀ ਪਈ ਏ। ਹੀਰ ਦੇ ਮਜ਼ਾਰ ਦੀ ਬੇਰੀ ਤੇ ਪਰਾਂਦੇ ਦਾ ਧਾਗਾ ਬੰਨ੍ਹ ਕੇ ਰਾਂਝੇ ਨੂੰ ਉਡੀਕਣ ਵਾਲੀਆਂ ਕੁੜੀਆਂ ਲਾਠੀ ਟੇਕਣ ਵਾਲੀਆਂ ਬੁੱਢੀਆਂ ਹੋ ਗਈਆਂ ਨੇ, ਪਰ ਹੀਰ ਦੇ ਮਜ਼ਾਰ ਦੀ ਬੇਰੀ ਦੇ ਪੱਤੇ ਹਾਲੇ ਵੀ ਸਾਵੇ ਤੇ ਕੂਲੇ ਨੇ। ਦੂਜੇ ਪਾਸੇ ਦੇਸ਼ ਦੀਆਂ ਹੀਰਾਂ ਭਰ ਭਰ ਪਿਆਲੇ ਜ਼ਹਿਰ ਪੀਂਦੀਆਂ ਤੇ ਚੀਕਾਂ ਸੀਨੇ ਵਿੱਚ ਡੱਕ ਕੇ ਖੇੜਿਆਂ ਦੀ ਡੋਲੀ ਚੜ੍ਹ ਜਾਂਦੀਆਂ ਨੇ। ਦਿੱਲੀ ਦੀਆਂ ਗਲੀਆਂ ਵਿੱਚ ਖੋ ਜਾਣ ਵਾਲੀਏ, ਅਸੀਂ ਤੇਰੇ ਤੋਂ ਬੜੀਆਂ ਆਸਾਂ ਲਾਈਆਂ ਸਨ। ਕਿਉਂ ਜੋ ਤੇਰੇ ਪਾਸੇ ਦੀਆਂ ਹੀਰਾਂ ਨੂੰ ਰੋਣ ਤੋਂ ਕੋਈ ਨਹੀਂ ਡਰਦਾ? ਤੱਕ ਆ ਕੇ ਮੇਰੇ ਪੇਕੇ ਪੰਜਾਬ ਦਾ ਹਾਲ। ਅੱਜ ਇੱਥੇ ਚਾਰੇ ਪਾਸੇ ਕੈਦੋ ਖੜੇ ਨੇ ਤੇ ਘੇਰੇ ਵਿੱਚ ਰਾਂਝਾ ਕੱਲਮ ਕੱਲਾ। ਅੱਜ ਫੇਰ ਇਸ ਧਰਤੀ ਦੇ ਮਿਰਜ਼ੇ ਜੱਟ ਦੇ ਸਾਰੇ ਤੀਰ ਗੁਆਚ ਗਏ ਨੇ। ਅੱਜ ਫੇਰ ਇੱਥੇ ਸਾਹਿਬਾਂ ਦੀ ਡੋਲੀ ਲੁੱਟੀ ਗਈ ਏ। ਅੱਜ ਫੇਰ ਤੋਂ ਰਾਤਾਂ ਬੜੀਆਂ ਹਨੇਰੀਆਂ ਨੇ ਤੇ ਝਨਾਂ ਦੇ ਪਾਣੀ ਤੂਫਾਨੀ। ਸੋਹਣੀ ਦੇ ਹੱਥ ਵਿੱਚ ਕੀ ਏ? ਇੱਕ ਕੱਚਾ ਕੜਾ, ਪਰ ਸੋਹਣੀ ਨੇ ਦਰਿਆ ਵਿੱਚ ਉਤਰਨਾ ਵੀ ਜ਼ਰੂਰੀ ਏ। ਦੇਖ ਅੰਮ੍ਰਿਤਾ, ਅੱਜ ਫੇਰ ਤੇਰੇ ਪੰਜਾਬ ਦੀ ਤਵਾਰੀਖ ਔਖੇ ਔਖੇ ਸਾਹ ਲਈ ਪੈਂਦੀ ਏ। ਅੱਜ ਫੇਰ ਉਹ ਕੁਝ ਹੋਇਆ ਜਿਹੜਾ ਸਦੀਆਂ ਪਹਿਲੋਂ ਹੋਇਆ ਸੀ, ਤੇ ਉਸ ਵੇਲੇ ਜਦੋਂ ਤੂੰ ਜਲਾਵਤਨ ਹੋਈ ਸੈਂ ਤੇ ਮੈਂ ਆਪਣੇ ਘਰ ਨੂੰ ਅੱਗ ਲੱਗੀ ਵੇਖੀ ਸੀ। ਅੱਜ ਫੇਰ ਜਰਵਾਣਿਆਂ ਅੱਤ ਚੁੱਕੀ ਹੋਈ ਏ ਤੇ ਨਿਹੱਥਿਆਂ ਨੂੰ ਬਚਾਉਣ ਵਾਲਾ ਕੋਈ ਨਹੀਂ। ਅੱਜ ਫੇਰ ਕਿਸੇ ਮੁਗਲੀਏ ਨੇ ਦੁੱਲੇ ਭੱਟੀ ਦਾ ਘਰ ਸਾੜ ਸੁੱਟਿਆ ਏ ਤੇ ਮਾਂ ਲੱਦੀ ਦੇ ਹੱਥ ਰੱਸੀਆਂ ਨਾਲ ਬੰਨ੍ਹ ਦਿੱਤੇ ਨੇ। ਅੱਜ ਫੇਰ ਹਾਂ, ਕਾਤਲ ਔਰੰਗਜ਼ੇਬ ਦਾ ਡਾਕੂ ਲਸ਼ਕਰ ਸੱਚ ਆਖਣ ਵਾਲੇ ਦੇ ਪਿਆਰ ਦੇ ਗੀਤ ਗਾਉਣ ਵਾਲੇ ਗੁਰੂਆਂ ਨੂੰ ਦੇਗਾਂ ਵਿੱਚ ਪਾ ਕੇ ਉਬਾਲ ਰਹੇ ਨੇ। ਤਵਾਰੀਖ ਮੁੜ ਮੁੜ ਪਿੱਛੇ ਤੱਕਦੀ ਏ। ਨਹੀਂ, ਪਿੱਛੇ ਨਹੀਂ, ਉਹ ਅੱਗੇ ਸਾਡੇ ਵੱਲ ਤੱਕਦੀ ਏ, ਤੇਰੇ ਵੱਲ ਤੇ ਮੇਰੇ ਵੱਲ। ਮੈਂ ਕੌਣ ਆਂ ਤੇ ਤੂੰ ਕੌਣ ਏ? ਮੈਂ ਇੱਕ ਗਵਾਚੀ ਆਵਾਜ਼ ਤੋਂ ਅੱਗੇ ਕੁਝ ਨਹੀਂ। ਪਰ ਤੂੰ ਕਲਮ ਦੀ ਮਲਕਾ ਰਾਣੀ, ਤੂੰ ਆਪਣੇ ਆਪ ਨੂੰ ਲੱਭ ਕੇ ਬੈਠੀ ਏਂ। ਪਰ ਇੱਕ ਗੱਲ ਦੱਸ ਮੈਨੂੰ, ਮੇਰੀ ਗੱਲ ਤਾਂ ਹੋਰ ਏ। ਮੈਂ ਤਾਂ ਇੱਕ ਗੁੰਮਨਾਮ ਖ਼ੁਆਬ ਹਾਂ। ਤੂੰ ਝੂਠ ਦੇ ਜ਼ਬਰ ਤੇ ਚੁੱਪ ਕਿਉਂ ਵੱਟੀ? ਤੇਰਾ ਕਿਹਾ ਅੱਖਰ ਦੁਨੀਆ ਧਿਆਨ ਨਾਲ ਪੜ੍ਹਦੀ ਏ। ਤੂੰ ਔਰੰਗਜ਼ੇਬਾਂ ਦੀ ਤਲਵਾਰ ਦੇ ਥੱਲੇ ਤੜਫਦੀ ਧਰਤੀ ਦੀ ਤਵਾਰੀਖ ਦਾ ਇੱਕੋ ਮਰਸੀਆ ਲਿਖ ਕੇ ਬਸ ਕਿਉਂ ਕੀਤੀ? ਝੂਠ ਦੀ ਹਕੀਕਤ ਨੂੰ ਲਿਖਾਰੀ ਬਦਲ ਨਹੀਂ ਸਕਦਾ। ਵਾਰਿਸ ਸ਼ਾਹ ਹੀਰ ਦੀ ਤਕਦੀਰ ਬਦਲ ਨਹੀਂ ਸਕਿਆ, ਪਰ ਉਹਨੇ ਉਸ ਤਕਦੀਰ ਨੂੰ ਪੰਜਾਬ ਦੀ ਹੀਰ ਦਾ ਹੱਕ ਵੀ ਨਹੀਂ ਮੰਨਿਆ। ਜੇ ਉਹ ਮੰਨ ਲੈਂਦਾ ਤਾਂ ਸਾਡੇ ਵਰਗਾ ਨਾ ਹੁੰਦਾ, ਪਰ ਅਸੀਂ ਹਾਲੇ ਮਾਰ ਤਾਂ ਨਹੀਂ ਗਏ। ਚੱਲ ਮੁੜ ਕੇ ਲਿਖੀਏ। ਸਾਰੀ ਤਵਾਰੀਖ ਦੇ ਔਖੇ ਵੇਲੇ ਮੁੜ ਕੇ ਪੜ੍ਹੀਏ ਤਾਂ ਮੁੜ ਕੋਈ ਸਾਡੀਆਂ ਕਬਰਾਂ ਨੂੰ ਬਾਜ਼ ਮਾਰਨ ਵਾਲਾ ਜੰਮੇ ਤਾਂ।
ਕਬਰਾਂ ਕਦੇ ਨਹੀਂ ਜਾਗਦੀਆਂ, ਪਰ ਜੇ ਜਿਉਂਦੇ ਦਿਲ ਕਬਰਾਂ ਬਣ ਜਾਣ ਤਾਂ ਪੰਜਾਬ ਦੇ ਵਾਰਿਸ ਦੀ ਗੱਦੀ ਸੁੰਨੀ ਪਈ ਰਹਿੰਦੀ ਏ। ਫੇਰ ਤੈਨੂੰ ਪਤਾ ਏ ਕੀ ਹੁੰਦਾ ਏ? ਕੈਦੋਂ ਸਾਜ਼ਿਸ਼ਾਂ ਕਰਦੇ ਕਰਦੇ ਔਰੰਗਜ਼ੇਬ ਬਣ ਜਾਂਦੇ ਨੇ ਤੇ ਫੇਰ ਪੰਜਾਬ ਦੀ ਮਿੱਟੀ ਕਿਸ ਕਿਸ ਦੇ ਲਹੂ ਵਿੱਚ ਸਿਮਦੀ ਏ। ਅਕਬਰ ਦਾ ਪੋਤਾ, ਨਾਨਕ ਦਾ ਚੇਲਾ, ਸਿਆਲਾਂ ਦੀ ਹੀਰ, ਹਜ਼ਾਰੇ ਦਾ ਰਾਂਝਾ ਤੇ ਸਿਦੜੀ ਦਾ ਪੁੱਟੋ ਤੇ ਹੋਰ ਲੱਖ ਹਜ਼ਾਰ ਖੁਆਬ ਗੀਤ ਵਾਜੇ ਤੇ ਘਰੋਂਦੇ ਫੇਰ ਕੀ ਹੁੰਦਾ ਏ? ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਏ, ਲੱਖਾਂ ਧੀਆਂ ਪੰਜਾਬ ਦੀਆਂ ਰੋ ਰੋ ਵਾਰਿਸ ਸ਼ਾਹ ਨੂੰ ਹਾਕਾਂ ਮਾਰਨ, ਪਰ ਵਾਰਿਸ ਸ਼ਾਹ ਕਦੇ ਕਬਰਾਂ ਵਿੱਚੋਂ ਨਹੀਂ ਜਾਗਦਾ, ਭਾਵੇਂ 33 ਵਰ੍ਹੇ ਲੰਘ ਜਾਣ। ਤੈਨੂੰ ਆਵਾਜ਼ ਮਾਰਨ ਵਾਲੀ ਇੱਕ ਧੀ ਪੰਜਾਬ ਦੀ। ਮੇਰੇ ਵੀਰ ਸ਼ਮੀਰ, ਮੇਰੇ ਸਮਕਾਲੀ ਮੇਰੇ ਵੀਰ ਸ਼ਮੀਰ ਹਨ। ਇਹ ਸ਼ਾਇਦ ਸਾਹਿਬਾਂ ਦਾ ਇਤਿਹਾਸ ਹੈ ਜੋ ਨਵੇਂ ਰੂਪ ਵਿੱਚ ਦੁਹਰਾਇਆ ਜਾ ਰਿਹਾ ਹੈ। ਉਹੀ ਜੰਡ ਹੈ ਤੇ ਵਕਤ ਮਿਰਜ਼ੇ ਦੇ ਤਰਕਸ਼ ਵਾਂਗ ਜੰਡ ਉੱਤੇ ਟੰਗਿਆ ਹੋਇਆ ਹੈ। ਕਿਹੜੇ ਮੀਰ ਸ਼ਿਕਾਰ ਚੜ੍ਹੇ ਹਨ, ਖੱਬਿਓਂ ਵੀ ਅਸਵਾਰ ਆਉਂਦੇ ਦਿਸਦੇ ਹਨ, ਸੱਜਿਓਂ ਵੀ। ਮੈਂ ਪੰਜਾਂ ਹਵਾਸਾਂ ਦੇ ਪੰਜੇ ਪੀਰ ਮਨਾ ਕੇ ਧੁਰਾਂ ਦੇ ਇਸ਼ਕ ਵੱਲ ਵੇਖਦੀ ਹਾਂ ਤੇ ਘੋੜਿਆਂ ਦੀਆਂ ਟਾਪਾਂ ਪਛਾਣਦੀ ਹਾਂ। ਉਹਨਾਂ ਦੇ ਖੁਰਾਂ ਵਿੱਚੋਂ ਨਿਕਲਦੇ ਚੰਗਿਆੜੇ ਵੀ ਉਹੀ ਸਿਆਲਾਂ ਦੀਆਂ ਆਦਮਖਾਨੀਆਂ ਘੋੜੀਆਂ ਹਨ ਤੇ ਉਹਨਾਂ ਉੱਤੇ ਅਸਵਾਰ ਮੇਰੇ ਵੀਰ ਸ਼ਮੀਰ। ਪੀਲੂ ਨੇ ਸੱਚ ਆਖਿਆ ਸੀ ਕਿ ਉਹਨਾਂ ਦੇ ਹੱਥੀਂ ਰੰਗਲੀਆਂ ਤੇਗਾਂ ਫੜੀਆਂ ਹੋਈਆਂ ਹਨ ਤੇ ਪੀਲੂ ਦਾ ਇਹ ਸੱਚ ਮਿਰਜ਼ੇ ਦੇ ਤਰਕਸ਼ ਵਾਂਗ ਅੱਜ ਵੀ ਜੰਡ ਉੱਤੇ ਟੰਗਿਆ ਹੋਇਆ ਹੈ। ਅੱਜ ਵੇਖਦੀ ਹਾਂ ਕਿ ਤੇਗਾਂ ਤੇ ਲੋਹੇ ਵਾਂਗ ਮੇਰੇ ਵੀਰਾਂ ਸ਼ਮੀਰਾਂ ਦੀਆਂ ਜੀਭਾਂ ਸਾਹਣ ਉੱਤੇ ਚੜ੍ਹੀਆਂ ਹੋਈਆਂ ਹਨ। ਉਹਨਾਂ ਦੀਆਂ ਅੱਖਾਂ ਵਿੱਚ ਵੀ ਲੋਹਾ ਲਿਸ਼ਕਦਾ ਹੈ। ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਕਾਗਜ਼ ਲੋਹੇ ਦੇ ਪੱਤਰਿਆਂ ਵਾਂਗ ਖੜਕਦੇ ਹਨ ਤੇ ਕਾਗਜ਼ਾਂ ਉੱਤੋਂ ਅੱਖਰਾਂ ਦੇ ਚੰਗਿਆੜੇ ਨਿਕਲ ਕੇ ਵਾਹਵਾਂ ਵਿੱਚ ਡਿੱਗਦੇ ਹਨ। ਮੇਰਾ ਪੰਜਾਬ, ਮੇਰਾ ਖੀਵਾ ਖਾਨ ਬਾਬਲ ਮੇਰੇ ਵੀਰਾਂ ਸ਼ਮੀਰਾਂ ਨਾਲ ਰਲ ਗਿਆ ਤੇ ਪੰਜਾਬ ਦੀ ਮਿੱਟੀ ਤੱਤੀ ਮਾਂ ਵਾਂਗੂ ਕਲੇਜਾ ਫੜ ਕੇ ਬੈਠੀ ਹੋਈ। ਪੀਲੂ ਵਾਂਗੂ ਜਹਾਨ ਜਾਣਦਾ ਕਿ ਰੂਹ ਦੀ ਮਸੀਤੇ ਜਾਣੋ ਪੜ੍ਹਨੇ ਪਈ ਸਾਂ ਤੇ ਜਿੱਥੇ ਮੇਰਾ ਮਿਰਜ਼ਾ ਦਿਲ ਦਾ ਕੁਰਾਨ ਪੜ੍ਹਦਾ ਸੀ ਤੇ ਜਿੱਥੇ ਮੈਂ ਸਦੀਆਂ ਦੀ ਪੱਟੀ ਪੋਚ ਕੇ ਸੋਚ ਦੀ ਕਾਨੀ ਫੜੀ ਸੀ, ਉੱਥੇ ਮੈਨੂੰ ਕਾਜੀਆਂ ਦੀਆਂ ਛਮਕਾਂ ਪਈਆਂ ਸਨ ਤੇ ਵਿਹੜੇ ਵਿੱਚ ਖੇਡਦੇ ਮੇਰੇ ਵੀਰਾਂ ਸ਼ਮੀਰਾਂ ਨੇ ਹੋਠਾਂ ਵਿੱਚ ਗਾਲਾਂ ਤੇ ਪੱਗਾਂ ਵਿੱਚ ਫਤਵੇ ਟੁੰਗਲੇ ਸਨ ਤੇ ਉਹ ਗਾਲਾਂ ਤੇ ਉਹ ਫਤਵੇ ਅੱਜ ਵੀ ਪਿੰਡ ਦੇ ਪਰੇ ਵਿੱਚ ਪਏ ਹੋਏ ਹਨ। ਵਰ੍ਹਿਆਂ ਦੀਆਂ ਟਿੰਡਾਂ ਗਿੜਦੀਆਂ ਰਹੀਆਂ। ਪੀਲੂ ਉਸੇ ਤਰ੍ਹਾਂ ਖੂਹ ਤੇ ਬੈਠਾ ਤਦਬੀਰਾਂ ਕਰਦਾ ਰਿਹਾ ਤੇ ਆਖਦਾ ਰਿਹਾ ਬੁਰੇ ਸਿਆਲਾਂ ਦੇ ਮਾਮਲੇ ਤੇ ਉਹ ਬੋਲ ਅੱਜ ਵੀ ਪਾਣੀਆਂ ਵਿੱਚ ਵਗਦੇ ਪਏ। ਅੱਜ ਵੀ ਉਹੀ ਉਜਾੜਾਂ ਤੇ ਉਜਾੜਾਂ ਵਿੱਚ ਉੱਗੀ ਹੋਈ ਜੰਡ ਹੈ। ਧਰਤੀ ਉਸੇ ਤਰ੍ਹਾਂ ਤਾਂਬਾ ਤੇ ਅਸਮਾਨ ਉਸੇ ਤਰ੍ਹਾਂ ਸਿਆਹ ਹੀ ਫਿਰੀ ਹੋਈ। ਸੱਜਿਓਂ ਵੀ ਧੂੜ ਉੱਡਦੀ ਦਿਸੇ, ਖੱਬਿਓਂ ਵੀ ਮਿੱਟੀ ਦੇ ਗੁਬਾਰ ਦਿਸਣ। ਮੇਰੇ ਵੀਰਾਂ ਸ਼ਮੀਰਾਂ ਦੀ ਅੱਜ ਵੀ ਧਾੜ ਚੜ੍ਹੀ ਹੋਈ ਤੇ ਉਹਨਾਂ ਦੇ ਬੋਲਾਂ ਨੂੰ ਲੂਤੀਆਂ ਲੱਗੀਆਂ ਹੋਈਆਂ। ਮੈਂ ਪੰਜਾਂ ਹਵਾਸਾਂ ਦੇ ਪੰਜੇ ਪੀਰ ਮਨਾ ਕੇ ਜੰਡ ਵੱਲ ਵੇਖਦੀ ਹਾਂ। ਜੰਡ ਦੇ ਪੱਤੇ ਹਰੇ ਹੋ ਕੇ ਹੱਸਦੇ ਹਨ। ਮਿਰਜ਼ੇ ਦੀ ਮੌਤ ਨਹੀਂ ਹੁੰਦੀ। ਤਾਈਏ ਤਾਂ ਮਿਰਜ਼ਾ ਹਰ ਕਾਲ ਜੰਮਦਾ, ਤਾਈਏ ਤਾਂ ਸਾਹਿਬਾ ਹਰ ਕਾਲ ਹੁੰਦੀ ਤੇ ਸਾਹਿਬਾ ਭੂਲੀਏ। ਮੈਂ ਮਿਰਜ਼ੇ ਦਾ ਤਰਕਸ਼ ਮਿਰਜ਼ੇ ਦੀ ਅਮਾਨਤ ਰੱਖਿਆ ਤੇ ਪੀਲੂ ਸ਼ਾਇਰ ਫੇਰ ਮੇਰੇ ਵੀਰਾਂ ਸ਼ਮੀਰਾਂ ਦੇ ਕਿੱਸੇ ਨੂੰ ਲਿਖਦਾ ਪਿਆ। ਇੱਕ ਘਟਨਾ, ਕਈ ਗੱਲਾਂ ਰਗਾਂ ਵਿੱਚ ਪਈਆਂ ਹੋਈਆਂ ਵੀ ਲਹਿਣੋਂ ਰਹਿ ਜਾਂਦੀਆਂ ਹਨ। ਰਸੀਦੀ ਟਿਕਟ ਵਿੱਚ ਪਹਿਲੋਂ ਬਹੁਤ ਕੁਝ ਦਰਜ ਕੀਤਾ ਸੀ, ਪਰ ਕੁਝ ਗੱਲਾਂ ਸਨ ਜੋ ਚੇਤਿਓਂ ਲਾਂਭੇ ਹੋ ਗਈਆਂ। ਸ਼ਾਇਦ ਇਸ ਲਈ ਕਿ ਉਹ ਵਜੂਦ ਵਿੱਚ ਇੰਨੀਆਂ ਵੱਸ ਗਈਆਂ ਸਨ ਕਿ ਚੇਤਾ ਵੀ ਉਹਨਾਂ ਨੂੰ ਵੱਖਰੇ ਤੌਰ ਤੇ ਪਛਾਣ ਨਹੀਂ ਸਕਿਆ। ਇੱਕ ਘਟਨਾ ਇਹ ਸੀ ਕਿ ਜਦੋਂ 5 ਕੁ ਵਰ੍ਹਿਆਂ ਦੀ ਸਾਂ, ਮੇਰੇ ਪਿਤਾ ਨੇ ਮੇਰੇ ਕੋਲੋਂ ਬੋਹਲੀ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਕਰਵਾਈ ਸੀ ਭਰੀ ਸੰਗਤ ਵਿੱਚ। ਘਰ ਵਿੱਚ ਉਹ ਅਰਦਾਸ ਦਾ ਹਰਫ ਕਈ ਦਿਨ ਚੇਤੇ ਕਰਾਂਦੇ ਰਹੇ ਸਨ ਤੇ ਤਾਕੀਦ ਕੀਤੀ ਸੀ, ਬਸ ਹੱਥ ਜੋੜ ਕੇ ਹਜ਼ੂਰੀ ਵਿੱਚ ਖਲੋ ਜਾਣਾ ਹੈ, ਅੱਖਾਂ ਮੀਟ ਲੈਣੀਆਂ ਹਨ ਤੇ ਹਰ ਪਾਸੇ ਲੋਕ ਹੋਣਗੇ ਪਰ ਤੂੰ ਕਿਸੇ ਵੱਲ ਨਹੀਂ ਵੇਖਣਾ। ਉਹਨਾਂ ਨੂੰ ਸੋਚਣਾ ਵੀ ਨਹੀਂ ਕਿ ਲੋਕ ਤੈਨੂੰ ਕਿਵੇਂ ਵੇਖ ਰਹੇ ਹਨ। ਸਾਰਾ ਧਿਆਨ ਅਰਦਾਸ ਵਿੱਚ ਰੱਖਣਾ ਹੈ। ਆਪਣੇ ਮੂੰਹ ਧਿਆਨ ਹੋ ਕੇ ਬੋਲਣਾ ਹੈ। ਇਸ ਤਰ੍ਹਾਂ ਤੈਨੂੰ ਕੋਈ ਹਰਫ ਨਹੀਂ ਭੁੱਲੇਗਾ। ਜਾਪਦਾ ਹੈ ਇਹ ਛੋਟੀ ਜਿਹੀ ਗੱਲ ਮੇਰੀਆਂ ਰਗਾਂ ਵਿੱਚ ਉਤਰ ਗਈ। ਸਾਰੀ ਜ਼ਿੰਦਗੀ ਧਿਆਨ ਆਪਣੇ ਲਫ਼ਜ਼ਾਂ ਨਾਲ ਜੁੜਿਆ ਰਿਹਾ। ਜਿਸ ਵੇਲੇ ਜੋ ਲਿਖ ਰਹੀ ਹੁੰਦੀ ਹਾਂ, ਪੂਰੀ ਦੀ ਪੂਰੀ ਉਹਦੇ ਵਿੱਚ ਸਮਾਈ ਹੁੰਦੀ ਹਾਂ। ਕਦੇ ਖਿਆਲ ਨਹੀਂ ਆਇਆ ਕਿ ਲੋਕ ਇਹਨੂੰ ਪੜ੍ਹ ਕੇ ਕੀ ਆਖਣਗੇ। ਨਿੰਦਾ ਉਸਤਤ ਕੀ ਹੁੰਦੀ ਹੈ, ਉਸ ਉਮਰ ਵਿੱਚ ਮੈਂ ਨਹੀਂ ਸਾਂ ਜਾਣਦੀ, ਪਰ ਮੇਰੇ ਪਿਤਾ ਜਾਣਦੇ ਸਨ। ਪਤਾ ਨਹੀਂ ਇਹ ਉਹਨਾਂ ਦੀ ਦੂਰ ਅੰਦੇਸ਼ੀ ਸੀ ਜਾਂ ਕੁਦਰਤ ਦਾ ਕੋਈ ਕਰਮ, ਜਿਹਨੇ ਮੇਰੇ ਵਜੂਦ ਵਿੱਚ ਉਹ ਕਣੀ ਪਾ ਦਿੱਤੀ ਕਿ ਫੇਰ ਨਿੰਦਾ ਉਸਤਤ ਦੀਆਂ ਵੱਡੀਆਂ ਵਾਰਦਾਤਾਂ ਵਿੱਚੋਂ ਗੁਜ਼ਰਨ ਵੇਲੇ ਵੀ ਮਨ ਥਾਵੇਂ ਪਾਂਦੀ ਰਹੀ। ਜੇ ਘੜੀਆਂ ਡੋਲਿਆ ਵੀ ਤਾਂ ਅਗਲੇ ਪਲ ਥਾਵੇਂ ਹੋ ਗਿਆ। ਜਾਪਦਾ ਹੈ ਇਹੀ ਅਮਲ ਮੇਰੇ ਅੰਦਰ ਖੋਰੇ ਵਸ ਗਿਆ ਕਿ 26-27 ਨਵੰਬਰ 1987 ਦੀ ਰਾਤ ਆਪਣੀ ਇੱਕ ਕਾਇਆ ਵੇਖੀ ਸੀ ਜੋ ਇਸ ਜਨਮ ਦੀ ਹੈ ਤੇ ਨਾਲ ਹੀ ਆਪਣੀ ਇੱਕ ਹੋਰ ਕਾਇਆ ਵੇਖੀ ਜੋ ਪੂਰਵ ਜਨਮ ਦੀ ਸੀ। ਉਸ ਵੇਲੇ ਮੈਂ ਦੋਹਾਂ ਨੂੰ ਵੇਖ ਰਹੀ ਸਾਂ ਤੇ ਸੋਚ ਰਹੀ ਸਾਂ ਹੁਣ ਮੈਂ ਇਹਨਾਂ ਤੋਂ ਬਾਹਰ ਹਾਂ, ਸਿਰਫ ਇੱਕ ਦਰਸ਼ਕ।
ਦਰਸ਼ਕ ਹੋ ਸਕਣ ਵਾਲੀ ਗੱਲ ਆਪਣੀ ਪੂਰੀ ਸ਼ਿੱਦਤ ਨਾਲ ਜਿਨ੍ਹਾਂ ਪਲਾਂ ਵਿੱਚ ਵਾਪਰਦੀ ਹੈ, ਉਹ ਪਲ ਕਿਸੇ ਸ਼ਾਹ ਮੁਰਾਦ ਦੇ ਮਨ ਵਰਗੇ ਹੁੰਦੇ ਹਨ। ਪਰ ਇਸ ਪਰ ਦੀ ਥਾਂ ਨਹੀਂ ਪੈਂਦੀ। ਫਿਰ ਕੋਈ ਸ਼ਾਹ ਘਟਾ ਉੱਠ ਪੈਂਦੀ ਹੈ, ਖਾਸ ਕਰਕੇ ਉਦੋਂ ਤੋਂ ਉੱਠ ਰਹੀ ਹੈ ਜਦੋਂ ਦਾ ਪਤਾ ਲੱਗਾ ਹੈ ਕਿ ਕਿਸੇ ਨੂੰ ਮੇਰੇ ਕਤਲ ਦਾ ਖੱਬਤ ਮਲ ਕੇ ਬੈਠਾ ਹੋਇਆ ਹੈ। ਮੇਰੇ ਚੇਤਨ ਮਨ ਨੂੰ ਇਸ ਹੋਣੀ ਨੂੰ ਵੀ ਕਬੂਲ ਲਿਆ ਹੋਇਆ ਹੈ, ਪਰ ਵੇਖ ਸਕਦੀ ਹਾਂ ਅਜੇ ਮੇਰਾ ਅਚੇਤ ਮਨ ਮੇਰੇ ਚੇਤਨ ਮਨ ਨਾਲ ਰਾਜੀ ਨਹੀਂ ਹੁੰਦਾ ਪਿਆ। ਉਹ ਉਹਦੇ ਆਖੇ ਤੋਂ ਬਾਹਰ ਹੋ ਜਾਂਦਾ ਹੈ। ਹਥਿਆਰਾਂ ਦੀ ਛਾਵੇਂ। ਮੈਂ ਆਪਣੇ ਪਿਤਾ ਨੂੰ ਦਾਰਜੀ ਬੁਲਾਉਂਦੀ ਸਾਂ। ਨਿੱਕੀ ਹੁੰਦੀ ਤੋਂ ਵੇਖ ਰਹੀ ਸਾਂ ਕਿ ਉਹ ਕਿਤਾਬਾਂ ਵਿੱਚ ਸੌਂਦੇ, ਕਿਤਾਬਾਂ ਵਿੱਚ ਜਾਗਦੇ। ਪ੍ਰਾਚੀਨ ਖਰੜਿਆਂ ਨੂੰ ਨਿੱਕੀਆਂ-ਨਿੱਕੀਆਂ ਚੌਂਕੀਆਂ ਤੇ ਵਿਛਾ ਕੇ ਕੋਈ ਅਧਿਐਨ ਕਰਦੇ ਰਹਿੰਦੇ। ਸਿੱਖ ਇਤਿਹਾਸ ਦੀਆਂ ਲੋਕ ਕੁਰਬਾਨੀਆਂ ਦੀਆਂ ਗੱਲਾਂ ਕਰਦੇ ਤਾਂ ਉਹਨਾਂ ਦੀ ਆਵਾਜ਼ ਭਰ ਆਉਂਦੀ। ਇਸੇ ਆਪਣੇ ਡੂੰਘੇ ਪਿਆਰ ਵਿੱਚੋਂ ਉਹਨਾਂ ਨੇ ਸਿੱਖ ਇਤਿਹਾਸ ਦੀਆਂ ਕਈ ਵਾਰਦਾਤਾਂ ਦੇ ਸਲਾਈਡਜ਼ ਬਣਾਏ। ਵੀਡੀਓ ਵਰਗੀ ਗੱਲ ਅਜੇ ਕਿਸੇ ਦੇ ਸੁਪਨੇ ਵਿੱਚ ਨਹੀਂ ਸੀ। ਉਹਨਾਂ ਨੇ ਆਪਣੇ ਪੁੱਜਤ ਤੋਂ ਵੱਧ ਕੇ ਖਰਚ ਕੀਤਾ। ਉਹ ਸਲਾਈਡਜ਼ ਵਿਖਾਉਣ ਵਾਲੀ ਮਸ਼ੀਨ ਖਰੀਦੀ ਜਿਹਦੇ ਸਾਹਮਣੇ ਕਿਸੇ ਵੱਡੀ ਕੰਧ ਉੱਤੇ ਸਕਰੀਨ ਲਾ ਕੇ ਉਹਨਾਂ ਨੂੰ ਵਿਖਾਉਣਾ ਹੁੰਦਾ ਸੀ। ਉਹ ਖਾਮੋਸ਼ ਫਿਲਮਾਂ ਦਾ ਜ਼ਮਾਨਾ ਸੀ। ਉਹਨਾਂ ਨਾਲ-ਨਾਲ ਸਲਾਈਡਜ਼ ਦੀ ਤਸਵੀਰ ਸਕਰੀਨ ਤੇ ਵਿਖਾਉਂਦੇ ਤੇ ਨਾਲ-ਨਾਲ ਬੋਲਦੇ, ਇਤਿਹਾਸ ਦੀ ਵਾਰਦਾਤ ਸੁਣਾਉਂਦੇ। ਉਹ ਸਭ ਕੁਝ ਸਿੱਖ ਇਤਿਹਾਸ ਬਾਰੇ ਸੀ, ਇਸ ਲਈ ਉਹਨਾਂ ਲੋਕਾਂ ਤੱਕ ਪਹੁੰਚਾਉਣ ਲਈ ਕਿਸੇ ਨਾ ਕਿਸੇ ਗੁਰਦੁਆਰੇ ਦੀ ਦੀਵਾਰ ਚਾਹੀਦੀ ਹੁੰਦੀ ਸੀ। ਇੱਕ ਵਾਰ ਸ਼ਾਇਦ ਮੁਜੰਗ ਦੇ ਜਾਂ ਕਿਸੇ ਹੋਰ ਥਾਂ ਦੇ ਗੁਰਦੁਆਰੇ ਵਿੱਚ ਉਹਨਾਂ ਨੇ ਰਾਤ ਵੇਲੇ ਇਹ ਇਤਿਹਾਸ ਲੋਕਾਂ ਨੂੰ ਸੁਣਾਉਣਾ ਸੀ। ਇਸ ਲਈ ਜਦੋਂ ਕਾਲੇ ਟਰੰਕ ਵਿੱਚ ਸਾਂਭਿਆ ਸਭ ਕੁਝ ਲੈ ਕੇ ਗਏ ਤਾਂ ਮੈਨੂੰ ਵੀ ਨਿੱਕੀ ਜਿਹੀ ਨੂੰ ਆਪਣੇ ਨਾਲ ਲੈ ਗਏ। ਗੁਰਦੁਆਰੇ ਦੇ ਬਾਹਰਲੇ ਹਿੱਸੇ ਵਿੱਚ ਇੱਕ ਕੰਧ ਉੱਤੇ ਸਕਰੀਨ ਲਾਈ ਗਈ, ਜਿਹਦੇ ਸਾਹਮਣੇ ਬਹੁਤ ਲੋਕ ਦਰੀਆਂ ਤੇ ਬਹਿ ਕੇ ਇਹ ਅਚੰਭਾ ਵੇਖ ਰਹੇ ਸਨ। ਦਾਰਜੀ ਦੀ ਆਵਾਜ਼ ਦੂਰ ਕਿਤੇ ਇਤਿਹਾਸ ਦੇ ਦਰਦ ਵਿੱਚ ਉਤਰੀ ਹੋਈ ਸੀ, ਜਦੋਂ ਅਚਾਨਕ ਪਿੱਛੇ ਬੈਠੇ ਕੁਝ ਲੋਕਾਂ ਦੀ ਆਵਾਜ਼ ਹਵਾ ਨੂੰ ਚੀਰ ਕੇ, ਬੰਦ ਕਰੋ ਇਹ ਸਿਨੇਮਾ। ਗੁਰਦੁਆਰੇ ਵਿੱਚ ਸਿਨੇਮਾ ਨਹੀਂ ਚੱਲੇਗਾ। ਤੇ ਆਸ-ਪਾਸ ਦੇ ਹਨੇਰੇ ਵਿੱਚ ਵੇਖਿਆ ਕੁਝ ਨਿਹੰਗਾਂ ਦੇ ਬਰਛੇ ਚਮਕ ਰਹੇ ਸਨ। ਲੋਕ ਘਬਰਾ ਗਏ ਸਨ, ਪਰ ਕੋਈ ਕੁਝ ਨਹੀਂ ਸੀ ਕਹਿ ਰਿਹਾ ਕਿ ਦਾਰਜੀ ਨੇ ਆਪਣੇ ਸੰਗ ਲਏ ਹੋਏ ਬੰਦੇ ਨੂੰ ਛੇਤੀ ਨਾਲ ਸਭ ਕੁਝ ਸਮੇਟ ਕੇ ਟਰੰਕ ਵਿੱਚ ਪਾ ਲੈ ਕੇ ਆਉਣ ਲਈ ਆਖਿਆ ਤੇ ਛੇਤੀ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਉਸ ਭੀੜ ਵਿੱਚੋਂ ਕੱਢ ਕੇ ਬਾਹਰ ਆ ਗਏ। ਇਹ ਹਾਦਸਾ ਸੀ ਜਿਹਦੇ ਪਿੱਛੋਂ ਉਹਨਾਂ ਨੇ ਕਦੇ ਉਹ ਕਾਲਾ ਟਰੰਕ ਨਹੀਂ ਖੋਲ੍ਹਿਆ। ਉਦਾਸ ਜਿਹੇ ਬੈਠੇ ਰਹਿੰਦੇ। ਕਦੇ ਸਿਰਫ ਇੰਨਾ ਕਹਿ ਛੱਡਦੇ, ਮੂਰਖਾਂ ਨਾਲ ਬਹਿਸ ਨਹੀਂ ਹੋ ਸਕਦੀ, ਤੇ ਉਹ ਬਰਛੇ ਮੇਰੇ ਚੇਤੇ ਵਿੱਚ ਲਿਸ਼ਕਦੇ ਰਹੇ। 1947 ਦਾ ਵੇਲਾ ਆਇਆ, ਆਪਣੇ ਦੇਸ਼ ਦੀ ਧਰਤੀ ਨੂੰ ਚੀਰ ਦੇਣ ਵਾਲਾ, ਪਰ ਉਸ ਵੇਲੇ ਤੱਕ ਦਾਰਜੀ ਨਹੀਂ ਸਨ ਰਹੇ। 1946 ਵਿੱਚ ਇਸ ਦੁਨੀਆ ਤੋਂ ਚਲੇ ਗਏ ਸਨ ਤੇ ਮੈਂ ਇਕੱਲੀ ਮੈਂ ਤੱਤੀ ਧੀ ਪੰਜਾਬ ਦੀ ਵਰਗੀਆਂ ਕਈ ਨਜ਼ਮਾਂ ਲਿਖਦੀ ਰਹੀ, ਘਰੋਂ ਬੇਘਰ ਹੋ ਕੇ, ਆਪਣੇ ਵਤਨ ਵਿੱਚ ਜਲਾਵਤਨ ਹੋ ਕੇ। ਪਰ ਹਥਿਆਰਾਂ ਦੀ ਛਾਵੇਂ ਜਿਉਣਾ ਖੌਰੇ ਇਨਸਾਨ ਦੀ ਤਕਦੀਰ ਹੈ। 1984 ਆਇਆ, ਦਿੱਲੀ ਦੀ ਤੇ ਕਈ ਸ਼ਹਿਰਾਂ ਦੀ ਮਿੱਟੀ ਲਹੂ ਵਿੱਚ ਭਿੱਜ ਗਈ ਤੇ ਨਾਲ ਹੀ ਦਹਿਸ਼ਤ ਗਰਦੀ ਦਾ ਦੌਰ ਸ਼ੁਰੂ ਹੋ ਗਿਆ। ਆਪਣੇ ਕੋਲ ਸਿਰਫ ਕਲਮ ਸੀ, ਉਹੀ ਤੜਪ ਕੇ ਵਾਹਵਾਂ ਨੂੰ ਕਹਿੰਦੀ ਰਹੀ। ਚਾਨਣ ਰੋਜ਼ ਚੁਗਲੀਆਂ ਖਾਂਦਾ ਤੇ ਹਨੇਰੇ ਘਰਾਂ ਦੀ ਕੁੰਡੀ ਖੋਲ੍ਹ ਦਿੰਦਾ। ਰੋਜ਼ ਨੀਂਦਰ ਦੀ ਛੱਤ ਚੋਂਦੀ, ਬਾਹਰ ਚੀਕਾਂ ਦਾ ਮੀਂਹ ਵਸਦਾ ਤਾਂ ਉਹਨਾਂ ਦੇ ਲੇਫ ਭਿੱਜ ਜਾਂਦੇ। ਉਹ ਹਾਂਡੀ ਵਿੱਚ ਦਾਲ ਨਹੀਂ, ਖੌਫ ਰਿੰਨ੍ਹਦੇ ਤੇ ਬਕਲ ਸਲੂਣੇ ਲਈ ਵਿਸ਼ਵਾਸ ਦਾ ਮਾਸਾ ਕੁ ਲੂਣ ਕਿਸੇ ਹੱਟੀ ਤੋਂ ਨਹੀਂ ਮਿਲਦਾ। ਦੋਸਤੋ ਦੁਆ ਮੰਗੋ ਕਿ ਕੁਹਾੜੀਆਂ ਦਾ ਮੌਸਮ ਬਦਲ ਜਾਏ, ਰੁੱਖਾਂ ਦੀ ਉਮਰ ਰੁੱਖਾਂ ਨੂੰ ਨਸੀਬ ਹੋਏ ਤੇ ਟਾਹਣੀਆਂ ਦੇ ਵਿਹੜੇ ਹਰੇ ਪੱਤੇ ਨੂੰ ਜਵਾਨੀ ਦੀ ਦੁਆ ਲੱਗੇ। ਮਜ਼ਬਤ ਤੇ ਸਿਆਸਤ ਨੇ ਤਾਂ ਜੋ ਵਰਤਾਇਆ, ਪਰ ਕਦੇ ਸਾਹਿਤ ਵੀ ਇਹਦੀ ਸੀਮਾ ਵਿੱਚ ਆ ਜਾਏਗਾ, ਇਹ ਸੋਚੋਂ ਬਾਹਰੀ ਗੱਲ ਸੀ। ਪਰ ਸਭ ਕੁਝ ਹੀ ਤਾਂ ਸੋਚੋਂ ਬਾਹਰਾ ਹੋ ਰਿਹਾ ਹੈ। 1980 ਇਸ ਵਾਰ ਬਲਗਾਰੀਆ ਦੇ ਇੱਕ ਸੈਨੇਟੋਰੀਅਮ ਵਿੱਚ ਰਹਿ ਕੇ ਮੈਂ ਮਿਨਰਲ ਪਾਣੀ ਦੇ ਗੁਸਲ ਵਾਲਾ ਇਲਾਜ ਲੈਣਾ ਸੀ। ਇਹਦੇ ਲਈ ਜਦੋਂ ਸਾਰੇ ਚੈੱਕਅਪ ਹੋਏ, ਦਿਲ ਵਾਲੇ ਪਾਸਿਓਂ ਖਤਰੇ ਦੀ ਪਹਿਲੀ ਖਬਰ ਸੁਣੀ ਤਾਂ ਪਹਿਲਾ ਅਸਰ ਆਪਣੇ ਦਿਲ ਨਾਲ ਸ਼ਿਕਵੇ ਦਾ ਹੋਇਆ। ਫਿਰ ਦਿਲ ਦਾ ਸਹਿਜ ਤੇ ਸੁਭਾਵਕ ਪਿਆਰ ਆ ਗਿਆ। ਇਹੋ ਦੋਵੇਂ ਅਸਰ, ਇਹ ਦੋ ਨਜ਼ਮਾਂ ਹਨ। ਖਤਰੇ ਵਾਲੀ ਗੱਲ 6 ਅਕਤੂਬਰ ਨੂੰ ਸੁਣੀ ਸੀ। ਪਹਿਲੀ ਨਜ਼ਮ 6 ਤੇ 7 ਤਾਰੀਖ ਦੀ ਰਾਤ ਨੂੰ ਲਿਖੀ ਤੇ ਦੂਜੀ 8 ਅਤੇ 9 ਤਰੀਕ ਨੂੰ। ਸ਼ਿਕਵਾ। ਯਾਰ ਬਦਨੀਤੀਆ, ਜੱਗੋਂ ਤਾਂ ਬਾਰੀ ਹੁੰਦੀ ਹਾਈ, ਇਸ ਇਤਿਹਾਸੋਂ ਬਾਰੀ ਤੂੰ ਕੀਤੀਆਂ, ਯਾਰ ਬਦਨੀਤੀਆ। ਤੂੰ ਤਾਂ ਸੁਣੀ ਦਾ ਸਾਹਾਂ ਦਾ ਵਾਲੀ ਤੇ ਸਾਹਾਂ ਦਾ ਵਾਲੀ ਹੋ ਕੇ ਹਫਿਓਂ, ਪਰਜਾ ਤਾਂ ਆਕੀ ਹੁੰਦੀ ਆਹੀ, ਤੂੰ ਉਲਟੀ ਰਾਹ ਕਿਉਂ ਲੀਤੀਆ। ਯਾਰ ਬਦਨੀਤੀਆ। ਤੋੜੇ ਹਿੱਕਾਂ ਉਲਾਂਭਾ ਮਲਕੁਲ ਦਿੱਤਾ ਤੇ ਹਿੱਕੇ ਉਲਾਂਭੇ ਤੇਰਾ ਹੀ ਤਰਟਾ। ਤੈਂ ਲਈ ਹਯਾਤੀ ਦੇ ਲੈ ਉਲਾਂਭੇ, ਸਾਡੀ ਤਾਂ ਉਮਰਾਂ ਬੀਤੀਆਂ, ਯਾਰ ਬਦਨੀਤੀਆ।
ਉਸ ਰੁੱਖਾਂ ਦਾ ਦੱਸ ਕੀ ਵੇ ਮੁਕੱਦਰ ਤੇ ਉਸ ਡਾਲੀਆਂ ਦੀਆਂ ਕੀ ਤਕਸੀਰਾਂ, ਤੈਂ ਜਿਹੇ ਇੱਕ ਪੰਖੇਰੂ ਦੇ ਸੰਗ ਜਿਸ ਅਸ਼ਨਾਈਆਂ ਕੀਤੀਆਂ ਯਾਰ ਬਦਨੀਤੀਆਂ। ਸ਼ਹਿਰ ਭੰਬੋਰ ਨਾ ਕਰੇ ਧਿੰਗਾਣਾ ਯਾਰ ਯਾਰ ਚੱਲ ਯਾਰਾ ਜੇ ਕਚੀਮ ਜਾਣਾ। ਮੌਤ ਦੇ ਤੱਤੇ ਥਲ ਤੇ ਵੀ ਲੰਘਸਾਂ ਅਸਾਂ ਯਾਰੀ ਤੈ ਸੰਗ ਕੀਤੀਆਂ ਯਾਰ ਬਦਨੀਤੀਆਂ। ਯਾਰਤ। ਅੱਜ ਦਿਲ ਦਰਿਆ ਦੇ ਕੰਢੇ ਤੇ ਮੈਂ ਸੂਰਜ ਮਨਸਨ ਆਈ। ਇਸ ਦਰਿਆ ਦੇ ਮੱਥਣ ਵਿੱਚੋਂ ਇਹ ਸੂਰਜ ਮੈਂ ਲੀਤਾ। ਇਹ ਸੂਰਜ ਮੈਂ ਸਾਰੀ ਉਮਰਾਂ ਮੱਥੇ ਧਾਰਨ ਕੀਤਾ। ਅੱਜ ਇਹ ਸੂਰਜ ਜਗ ਨੂੰ ਦੇਣਾ ਮੱਥੇ ਦੀ ਅਸ਼ਨਾਈ। ਅੱਜ ਦਿਲ ਦਰਿਆ ਦੇ ਕੰਢੇ ਮੈਂ ਸੂਰਜ ਮਨਸਣ ਆਈ। ਪਾਣੀ ਦਾ ਘੁੱਟਦੇ ਦਰਿਆਵਾਂ ਜਗ ਦਾ ਹੱਥ ਧੁਆਵਾਂ। ਇਹ ਸੂਰਜ ਉਹਦੀ ਤਲੀ ਧਰਾਂ ਤੇ ਉਸਨੂੰ ਕਹਿੰਦੀ ਜਾਵਾਂ। ਭਲਿਆ ਹਰ ਇੱਕ ਥਾਵੇਂ ਜਾ ਕੇ ਵੰਡੀ ਚੂੰਡੀ ਕੋ ਰੁਸ਼ਨਾਈ। ਅੱਜ ਦਿਲ ਦਰਿਆ ਦੇ ਕੰਢੇ ਤੇ ਮੈਂ ਸੂਰਜ ਮਨਸਣ ਆਈ। ਇਸ ਦਰਿਆ ਦੀ ਇਹੋ ਜ਼ਿਆਰਤ ਮੈਂ ਕੰਢੇ ਕਰਮ ਕਮਾਏ। ਕੀ ਆਪਣੇ ਦਿਲ ਦਰਿਆ ਦੇ ਵਿੱਚ ਮੈਂ ਆਪਣੇ ਫੁੱਲ ਭਰਵਾਏ। ਜਾਂ ਅੱਲਾ ਇਹ ਦਰ ਦਰਵੇਸ਼ੀ ਕੌਣ ਮੁਕਾਮ ਲਿਆਈ। ਅੱਜ ਦਿਲ ਦਰਿਆ ਦੇ ਕੰਢੇ ਮੈਂ ਸੂਰਜ ਮਨਸਣ ਆਈ। ਕੋਰਾ ਕਾਗਜ਼। 18 ਅਕਤੂਬਰ ਨੂੰ ਮੈਂ ਬਲਗਾਰੀਆ ਤੋਂ ਵਾਪਸ ਆਈ ਸਾਂ। 25 ਤੇ 26 ਅਕਤੂਬਰ ਦੀ ਰਾਤ 2 ਵਜੇ ਜਦੋਂ ਫੋਨ ਆਇਆ ਕਿ ਸਾਹਿਰ ਨਹੀਂ ਰਹੇ ਤਾਂ ਪੂਰੇ 20 ਦਿਨ ਪਹਿਲਾਂ ਦੀ ਉਹ ਰਾਤ ਉਸ ਰਾਤ ਵਿੱਚ ਮਿਲ ਗਈ ਜਦੋਂ ਮੈਂ ਬਲਗਾਰੀਆ ਵਿੱਚ ਸਾਂ। ਡਾਕਟਰਾਂ ਨੇ ਕਿਹਾ ਸੀ ਕਿ ਦਿਲ ਵਾਲੇ ਪਾਸਿਓਂ ਮੈਨੂੰ ਖਤਰਾ ਹੈ ਤੇ ਉਸ ਰਾਤ ਮੈਂ ਨਜ਼ਮ ਲਿਖੀ ਸੀ। ਅੱਜ ਮੇਰੇ ਦਿਲ ਦਰਿਆ ਦੇ ਵਿੱਚ ਮੈਂ ਆਪਣੇ ਫੁੱਲ ਪ੍ਰਵਾਹੇ। ਅਚਾਨਕ ਮੈਂ ਆਪਣੇ ਹੱਥਾਂ ਵੱਲ ਵੇਖਣ ਲੱਗ ਪਈ ਕਿ ਇਹਨਾਂ ਹੱਥਾਂ ਨਾਲ ਮੈਂ ਆਪਣੇ ਦਿਲ ਦੇ ਦਰਿਆ ਵਿੱਚ ਆਪਣੀਆਂ ਹੱਡੀਆਂ ਪ੍ਰਵਾਹੀਆਂ ਹਨ। ਪਰ ਹੱਡੀਆਂ ਬਦਲ ਕਿਸ ਤਰ੍ਹਾਂ ਗਈਆਂ। ਇਹ ਭੁਲੇਖਾ ਮੌਤ ਨੂੰ ਲੱਗ ਗਿਆ ਕਿ ਹੱਥਾਂ ਨੂੰ। ਨਾਲ ਹੀ ਉਹ ਵੇਲਾ ਸਾਹਮਣੇ ਆ ਗਿਆ ਜਦੋਂ ਦਿੱਲੀ ਵਿੱਚ ਪਹਿਲੀ ਏਸ਼ੀਅਨ ਰਾਈਟਰਜ਼ ਕਾਨਫਰੰਸ ਹੋਈ ਸੀ। ਸ਼ਾਇਰਾਂ ਅਦੀਬਾਂ ਨੂੰ ਉਹਨਾਂ ਦੇ ਨਾਵਾਂ ਵਾਲੇ ਬੈਜ ਮਿਲੇ ਸਨ ਜੋ ਸਾਰਿਆਂ ਨੇ ਆਪਣੇ ਕੋਟਾਂ 'ਤੇ ਲਾਏ ਸਨ ਤੇ ਸਾਹਿਰ ਨੇ ਆਪਣੇ ਕੋਟ ਉੱਤੋਂ ਆਪਣੇ ਨਾਂ ਵਾਲਾ ਬੈਜ ਲਾ ਕੇ ਮੇਰੇ ਕੋਟ ਉੱਤੇ ਲਾ ਦਿੱਤਾ ਸੀ ਤੇ ਮੇਰੇ ਕੋਟ ਉੱਤੋਂ ਮੇਰਾ ਨਾਂ ਵਾਲਾ ਬੈਜ ਲਾ ਕੇ ਆਪਣੇ ਕੋਟ 'ਤੇ ਲਾ ਲਿਆ ਸੀ। ਉਸ ਵੇਲੇ ਕਿਸੇ ਦੀ ਨਜ਼ਰ ਪਈ। ਉਹਨਾਂ ਆਖਿਆ ਸੀ ਕਿ ਅਸਾਂ ਬੈਜ ਗਲਤ ਲਾਏ ਹੋਏ ਹਨ ਤਾਂ ਸਾਹਿਰ ਹੱਸ ਪਿਆ ਕਿ ਬੈਜ ਦੇਣ ਵਾਲੇ ਤੋਂ ਗਲਤੀ ਹੋ ਗਈ ਹੋਵੇਗੀ। ਪਰ ਇਸ ਗਲਤੀ ਨੂੰ ਅਸਾਂ ਨੇ ਦਰੁਸਤ ਨਹੀਂ ਕਰਨਾ ਸੀ, ਨਾ ਕੀਤਾ। ਹੁਣ ਵਰ੍ਹਿਆਂ ਬਾਅਦ ਜਦੋਂ ਰਾਤ ਦੇ 2 ਵਜੇ ਖਬਰ ਸੁਣੀ ਤਾਂ ਸਾਹਿਰ ਨਹੀਂ ਰਹੇ ਤਾਂ ਜਾਪਿਆ ਜਿਵੇਂ ਮੌਤ ਨੇ ਆਪਣਾ ਫੈਸਲਾ ਉਸੇ ਬੈਜ ਨੂੰ ਪੜ੍ਹ ਕੇ ਕੀਤਾ ਹੈ ਜੋ ਮੇਰੇ ਨਾਂ ਵਾਲਾ ਸੀ ਪਰ ਸਾਹਿਰ ਦੇ ਕੋਟ ਉੱਤੇ ਲੱਗਾ ਹੋਇਆ ਸੀ। ਮੇਰੀ ਤੇ ਸਾਹਿਰ ਦੀ ਦੋਸਤੀ ਵਿੱਚ ਕਦੇ ਵੀ ਲਫ਼ਜ਼ ਹਾਇਲ ਨਹੀਂ ਸਨ ਹੋਏ। ਇਹ ਖਾਮੋਸ਼ੀ ਦਾ ਇੱਕ ਹੁਸੀਨ ਰਿਸ਼ਤਾ ਸੀ। ਮੈਂ ਜੋ ਨਜ਼ਮਾਂ ਉਹਦੇ ਲਈ ਲਿਖੀਆਂ ਉਸ ਮਜਮੂਏ ਨੂੰ ਜਦੋਂ ਅਕਾਦਮੀ ਐਵਾਰਡ ਮਿਲਿਆ ਤਾਂ ਪ੍ਰੈਸ ਰਿਪੋਰਟਰ ਨੇ ਮੇਰੀ ਤਸਵੀਰ ਲੈਣ ਲੱਗਿਆਂ ਚਾਹਿਆ ਕਿ ਮੈਂ ਕਾਗਜ਼ ਉੱਤੇ ਕੁਝ ਲਿਖ ਰਹੀ ਹੋਵਾਂ। ਤਸਵੀਰ ਲੈ ਕੇ ਜਦੋਂ ਪ੍ਰੈਸ ਵਾਲੇ ਚਲੇ ਗਏ ਮੈਂ ਸਾਹਮਣੇ ਪਿਆ ਉਹ ਕਾਗਜ਼ ਵੇਖਿਆ ਤਾਂ ਵੇਖਿਆ ਕਿ ਉਹਦੇ ਉੱਤੇ ਮੈਂ ਬਾਰ-ਬਾਰ ਇੱਕੋ ਲਫ਼ਜ਼ ਲਿਖਿਆ ਹੋਇਆ ਸੀ, ਸਾਹਿਰ ਸਾਹਿਰ ਸਾਹਿਰ। ਇਸ ਦੀਵਾਨਗੀ ਦੇ ਆਲਮ ਤੋਂ ਬਾਅਦ ਘਬਰਾਹਟ ਹੋਈ ਕਿ ਸਵੇਰੇ ਜਦੋਂ ਅਖਬਾਰ ਵਿੱਚ ਤਸਵੀਰ ਛਪੇਗੀ, ਤਸਵੀਰ ਵਾਲੇ ਕਾਗਜ਼ ਉੱਤੋਂ ਇਹ ਨਾਂ ਪੜ੍ਹਿਆ ਜਾਵੇਗਾ ਤਾਂ ਕਿਹੋ ਜਿਹੀ ਕਿਆਮਤ ਆਏਗੀ। ਪਰ ਕਿਆਮਤ ਨਹੀਂ ਆਈ। ਤਸਵੀਰ ਛਪੀ ਪਰ ਕਾਗਜ਼ ਕੋਰਾ ਵਿਖਾਈ ਦੇ ਰਿਹਾ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਇਹ ਹਸਰਤ ਆਈ ਕਿ ਖੁਦਾਇਆ ਜੋ ਕਾਗਜ਼ ਕੋਰਾ ਵਿਖਾਈ ਦੇ ਰਿਹਾ ਹੈ ਇਹ ਕੋਰਾ ਨਹੀਂ ਸੀ। ਕੋਰੇ ਕਾਗਜ਼ ਦੀ ਆਬਰੂ ਅੱਜ ਵੀ ਉਸੇ ਤਰ੍ਹਾਂ ਹੈ। ਇਸ ਰਸੀਦੀ ਟਿਕਟ ਵਿੱਚ ਮੇਰੇ ਇਸ਼ਕ ਦੀ ਦਾਸਤਾਨ ਦਰਜ ਹੈ। ਸ਼ਾਹਿਰ ਨੇ ਪੜ੍ਹੀ ਸੀ ਪਰ ਉਸ ਤੋਂ ਬਾਅਦ ਵੀ ਕਿਸੇ ਮੁਲਾਕਾਤ ਵਿੱਚ ਨਾ ਰਸੀਦੀ ਟਿਕਟ ਦਾ ਜ਼ਿਕਰ ਮੇਰੇ ਜ਼ੁਬਾਨ 'ਤੇ ਆਇਆ ਨਾ ਸਾਹਿਰ ਦੀ ਜ਼ੁਬਾਨ 'ਤੇ। ਯਾਦ ਹੈ ਇੱਕ ਮੁਸ਼ਾਇਰੇ ਵਿੱਚ ਲੋਕ ਸਾਹਿਰ ਕੋਲੋਂ ਆਟੋਗ੍ਰਾਫ ਲੈ ਰਹੇ ਸਨ। ਲੋਕ ਚਲੇ ਗਏ, ਮੈਂ ਇਕੱਲੀ ਉਹਦੇ ਕੋਲ ਰਹਿ ਗਈ ਤਾਂ ਮੈਂ ਹੱਸ ਕੇ ਆਪਣੀ ਤਲੀ ਉੱਤੇ ਉਹਦੇ ਅੱਗੇ ਕਰ ਦਿੱਤੀ ਕੋਰੇ ਕਾਗਜ਼ ਵਾਂਗ ਤੇ ਉਹਨੇ ਮੇਰੀ ਤਲੀ ਉੱਤੇ ਆਪਣਾ ਨਾਂ ਲਿਖ ਕੇ ਆਖਿਆ ਸੀ, ਇਹ ਕੋਰੇ ਚੈੱਕ ਉੱਤੇ ਮੇਰੇ ਦਸਤਖਤ ਹਨ ਜੋ ਰਕਮ ਚਾਹੇ ਭਰ ਲਵੀਂ ਤੇ ਜਦੋਂ ਚਾਹੇ ਕੈਸ਼ ਕਰਵਾ ਲਈਂ। ਉਹ ਕਾਗਜ਼ ਭਾਵੇਂ ਮਾਸ ਦੀ ਤਲੀ ਸੀ ਪਰ ਉਹਨੇ ਕੋਰੇ ਕਾਗਜ਼ ਦਾ ਨਸੀਬ ਪਾਇਆ ਸੀ, ਇਸ ਲਈ ਕੋਈ ਵੀ ਹਰਫ ਉਹਦੇ ਉੱਤੇ ਨਹੀਂ ਸਨ ਲਿਖੇ ਜਾ ਸਕਦੇ। ਹਰਫ ਅੱਜ ਵੀ ਮੇਰੇ ਕੋਲ ਕੋਈ ਨਹੀਂ। ਰਸੀਦੀ ਟਿਕਟ ਦੇ ਸਫ਼ਿਆਂ ਵਿੱਚ ਜੋ ਕੁਝ ਵੀ ਹੈ ਤੇ ਅੱਜ ਇਹ ਸਤਰਾਂ ਵੀ ਇਹ ਕੋਰੇ ਕਾਗਜ਼ ਦੀ ਦਾਸਤਾਨ ਹੈ। ਇਹ ਦਾਸਤਾਨ ਦੀ ਇਬਾਦਤਾ ਵੀ ਖਾਮੋਸ਼ ਸੀ ਤੇ ਸਾਰੀ ਉਮਰ ਇਹਦੀ ਇੰਤਹਾ ਵੀ ਖਾਮੋਸ਼ ਰਹੀ। ਅੱਜ ਤੋਂ 40 ਵਰ੍ਹੇ ਪਹਿਲਾਂ ਜਦੋਂ ਲਾਹੌਰ ਵਿੱਚ ਸਾਹਿਰ ਮੈਨੂੰ ਮਿਲਣ ਲਈ ਆਉਂਦਾ ਸੀ, ਆ ਕੇ ਚੁੱਪ-ਚਾਪ ਸਿਗਰਟ ਪੀਂਦਾ ਰਹਿੰਦਾ ਸੀ। ਰਾਖਦਾਨੀ ਜਦੋਂ ਸਿਗਰਟਾਂ ਦੇ ਟੁਕੜਿਆਂ ਨਾਲ ਭਰ ਜਾਂਦੀ ਸੀ ਉਹ ਚਲਾ ਜਾਂਦਾ ਸੀ ਤੇ ਉਸਦੇ ਜਾਣ ਤੋਂ ਬਾਅਦ ਮੈਂ ਇਕੱਲੀ ਸਿਗਰਟ ਦੇ ਉਹਨਾਂ ਟੁਕੜਿਆਂ ਨੂੰ ਜਲਾ ਕੇ ਪੀਂਦੀ ਸਾਂ। ਮੇਰੇ ਤੇ ਉਹਦੇ ਸਿਗਰਟਾਂ ਦਾ ਧੂੰਆਂ ਸਿਰਫ ਹਵਾ ਵਿੱਚ ਰਲਦਾ ਸੀ
ਸਾਹ ਵੀ ਹਵਾ ਵਿੱਚ ਰਲਦੇ ਰਹੇ ਤੇ ਨਜ਼ਮਾਂ ਦੇ ਲਫ਼ਜ਼ ਵੀ ਹਵਾ ਵਿੱਚ। ਸੋਚ ਰਹੀ ਹਾਂ, ਹਵਾ ਕੋਈ ਵੀ ਫਾਸਲਾ ਤੈਅ ਕਰ ਸਕਦੀ ਹੈ। ਉਹ ਅੱਗੇ ਵੀ ਸ਼ਹਿਰਾਂ ਦਾ ਫਾਸਲਾ ਤੈਅ ਕਰਦੀ ਹੁੰਦੀ ਸੀ। ਹੁਣ ਇਸ ਦੁਨੀਆ ਤੇ ਉਸ ਦੁਨੀਆ ਦਾ ਫਾਸਲਾ ਵੀ ਜ਼ਰੂਰ ਤੈਅ ਕਰ ਲਵੇਗੀ। ਜ਼ਿੰਦਗੀ ਦੀ ਇਬਾਰਤ। ਜ਼ਿੰਦਗੀ ਪਤਾ ਨਹੀਂ ਕਿਹੋ ਜਿਹੀ ਕਿਤਾਬ ਹੁੰਦੀ ਹੈ, ਜਿਹਦੀ ਇਬਾਰਤ ਅੱਖਰ-ਅੱਖਰ ਬਣਦੀ ਹੈ। ਫਿਰ ਅੱਖਰ-ਅੱਖਰ ਟੁੱਟਦੀ, ਖਿੱਲਰਦੀ ਤੇ ਬਦਲਦੀ ਹੈ। ਭਾਰਤੀ ਗਿਆਨ ਪੀਠ ਦਾ ਐਵਾਰਡ ਜੋ 1982 ਵਿੱਚ ਤੈਅ ਹੋਇਆ ਸੀ, ਉਹ 1983 ਦੇ ਅਪ੍ਰੈਲ ਮਹੀਨੇ ਦਿੱਤਾ ਗਿਆ। ਉਸ ਵੇਲੇ ਮੇਰੀ ਤਕਰੀਰ ਦੇ ਕੁਝ ਲਫ਼ਜ਼ ਸਨ। ਜਦੋਂ ਮੈਂ ਬਹੁਤ ਛੋਟੀ ਸਾਂ, ਨਾਨੀ ਕਹਿੰਦੀ ਹੁੰਦੀ ਸੀ, ਨੀ ਜਦੋਂ ਤੂੰ ਜੰਮੀ, ਮੀਂਹ ਕਣੀ ਦੇ ਰੁੱਤੇ 15 ਭਾਦਰੋਂ ਨੂੰ ਤਾਂ ਦੇਵਤੇ ਸੁੱਤੇ ਪਏ ਸਨ। ਇਹ ਮੈਂ ਬਾਅਦ ਵਿੱਚ ਜਾਣਿਆ ਕਿ ਸ਼ਿਸ਼ਰ, ਵਸੰਤ ਤੇ ਗ੍ਰੀਸ਼ਮ ਇਹ 3 ਰੁੱਤਾਂ ਦੇਵਤਿਆਂ ਦਾ ਦਿਨ ਹੁੰਦੀਆਂ ਹਨ ਤੇ ਉਹ ਇਹਨਾਂ ਰੁੱਤਾਂ ਵਿੱਚ ਜਾਗਦੇ ਰਹਿੰਦੇ ਹਨ। ਪਰ ਵਰਸ਼ਾ, ਸ਼ਰਦ ਤੇ ਹੇਮੰਤ ਇਹ 3 ਰੁੱਤਾਂ ਦੇਵਤਿਆਂ ਦੀ ਰਾਤ ਹੁੰਦੀਆਂ ਹਨ, ਜਦੋਂ ਉਹ ਸੁੱਤੇ ਰਹਿੰਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਸਾਰੀ ਜ਼ਿੰਦਗੀ ਜੋ ਸੋਚਦੀ ਰਹੀ, ਲਿਖਦੀ ਰਹੀ, ਉਹ ਦੇਵਤਿਆਂ ਨੂੰ ਜਗਾਉਣ ਦਾ ਇੱਕ ਯਤਨ ਸੀ, ਉਹਨਾਂ ਦੇਵਤਿਆਂ ਨੂੰ ਜੋ ਇਨਸਾਨ ਦੇ ਅੰਦਰ ਸੌਂ ਗਏ ਹਨ। ਮੇਰੀ ਇਸ ਤਕਰੀਰ ਨੂੰ ਥੋੜ੍ਹੇ ਜਿਹੇ ਦਿਨ ਹੋਏ ਸਨ ਕਿ ਇੱਕ ਅਜੀਬ ਖਤਰਾ ਮੇਰੇ ਸਿਰ ਤੇ ਮੰਡਰਾਉਣ ਲੱਗ ਪਿਆ। ਕੁਝ ਦੋਸਤ ਲੋਕ ਸਨ ਜਿਨ੍ਹਾਂ ਨੇ ਮੇਰੀ ਤਕਰੀਰ ਨੂੰ ਸੁਣਿਆ ਸੀ, ਕਹਿਣ ਲੱਗੇ, ਤੂੰ ਤਾਂ ਦੇਵਤਿਆਂ ਨੂੰ ਜਗਾਉਣ ਦੀ ਗੱਲ ਕੀਤੀ ਸੀ, ਪਰ ਉਹਨਾਂ ਦੀ ਥਾਂ ਦੈਂਤ ਜਾਗ ਪਏ। ਉਸ ਵੇਲੇ ਮੈਂ ਤੜਪ ਕੇ ਆਖਿਆ ਸੀ, ਪਰ ਕੋਈ ਰਾਖਸ਼ ਦੈਂਤ ਮੇਰੇ ਅੰਦਰੋਂ ਤਾਂ ਨਹੀਂ ਜਾਗਿਆ। ਮੇਰੇ ਅੰਦਰੋਂ ਤਾਂ ਜਦੋਂ ਵੀ ਜਾਗਣਗੇ ਦੇਵਤੇ ਹੀ ਜਾਗਣਗੇ। ਮੇਰੀਆਂ ਕੁਝ ਨਜ਼ਮਾਂ ਨੂੰ ਲੈ ਕੇ ਖਿਲਾਫਤ ਦਾ ਬਕਾਇਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਕਿ ਮੇਰੀਆਂ ਨਜ਼ਮਾਂ ਵਿੱਚ ਧਰਮ ਦੀ ਤੌਹੀਨ ਕੀਤੀ ਗਈ ਹੈ। ਇਸ ਸਿਲਸਿਲੇ ਵਿੱਚ 7 ਮਈ 1983 ਦੇ ਦਿਨ ਮੈਨੂੰ ਇੱਕ ਮੁਕੱਦਮੇ ਦਾ ਨੋਟਿਸ ਦਿੱਤਾ ਗਿਆ ਸੀ ਕਿ ਮੈਂ ਜੋ ਨਜ਼ਮਾਂ ਗੁਰੂ ਨਾਨਕ ਦੇ ਜਨਮ ਦਿਨ ਤੇ ਉਹਨਾਂ ਦੀ ਮਾਤਾ ਤ੍ਰਿਪਤਾ ਜੀ ਦੇ ਸੁਪਨਿਆਂ ਦੀ ਸੂਰਤ ਵਿੱਚ ਲਿਖੀਆਂ ਹਨ, ਉਹਨਾਂ ਵਿੱਚ ਧਰਮ ਦੀ ਤੌਹੀਨ ਹੋਈ ਹੈ ਤੇ ਇਸ ਲਈ ਮੇਰੇ ਉੱਤੇ ਫੌਜਦਾਰੀ ਮੁਕੱਦਮਾ ਦਾਇਰ ਕੀਤਾ ਜਾਏਗਾ। ਉਹ ਕਿਆਮਤ ਦੇ ਦਿਨ ਸਨ। ਮੈਂ ਤੜਪ ਕੇ ਰਹਿ ਗਈ। ਹੋਠਾਂ ਉੱਤੇ ਇੱਕੋ ਹੀ ਨਾਂ ਆਉਂਦਾ ਸੀ, ਆਪਣੇ ਨਾਨਕ ਦਾ, ਤੇ ਮੈਂ ਕਹਿੰਦੀ ਸਾਂ, ਮੈਂ ਤੈਨੂੰ ਵੇਖਿਆ ਨਹੀਂ, ਜੋ ਲਿਖਿਆ ਤੇਰੇ ਪਿਆਰ ਵਿੱਚ ਲਿਖਿਆ। ਫਿਰ ਮੇਰੀ ਅਕੀਦਤ ਮੇਰਾ ਗੁਨਾਹ ਕਿਵੇਂ ਬਣ ਗਈ। ਮੈਂ ਤੈਨੂੰ ਦੇਖਣਾ ਚਾਹੁੰਦੀ ਹਾਂ, ਸਾਖੀਆਤ ਦੇਖਣਾ ਚਾਹੁੰਦੀ ਹਾਂ। ਤੇ 14 ਮਈ ਦੀ ਰਾਤ ਸੀ ਜਦੋਂ ਮੈਨੂੰ ਇੱਕ ਅਜਿਹਾ ਚਾਨਣ ਵਿਖਾਈ ਦਿੱਤਾ ਕਿ ਮੇਰਾ ਰੋਮ-ਰੋਮ ਭਿੱਜ ਗਿਆ। ਨਾਲ ਹੀ ਇੱਕ ਆਵਾਜ਼ ਸੁਣਾਈ ਦਿੱਤੀ, ਤੂੰ ਵੇਖਣਾ ਚਾਹੁੰਦੀ ਸੀ, ਵੇਖ ਲਿਆ। ਸਵੇਰੇ ਸਾਰ ਇਹ ਸਭ ਕੁਝ ਇਮਰੋਜ਼ ਨੂੰ ਸੁਣਾਇਆ ਤਾਂ ਉਹ ਤਸਕੀਨ ਨਾਲ ਭਰ ਕੇ ਬੋਲੇ, ਹੁਣ ਕੁਝ ਨਹੀਂ ਹੋਵੇਗਾ, ਤੇਰਾ ਸੁਪਨਾ ਗਲਤ ਨਹੀਂ ਹੋ ਸਕਦਾ, ਤੈਨੂੰ ਇੱਕ ਸ਼ਕਤੀ ਨੇ ਦੀਦਾਰ ਦਿੱਤਾ ਹੈ, ਉਹ ਤੇਰੇ ਅੰਗ ਸੰਗ ਸਹਾਈ ਰਹੇਗੀ। ਮੈਂ ਭਰੇ ਹੋਏ ਮਨ ਨਾਲ ਕਿੰਨੀਆਂ ਹੀ ਨਜ਼ਮਾਂ ਲਿਖੀਆਂ, ਜਿਨ੍ਹਾਂ ਵਿੱਚੋਂ ਇੱਕ ਸੀ, ਬੱਦਲਾਂ ਦੇ ਮਹਿਲੀਂ ਮੇਰਾ ਸੂਰਜ ਸੁੱਤਾ, ਜਿੱਥੇ ਬਾਰੀ ਨਾ ਬੂਹਾ ਨਾ ਪੌੜੀ, ਤੇ ਸਦੀਆਂ ਦੇ ਹੱਥਾਂ ਨੇ ਡੰਡੀ ਜੁਗਰੀਕੀ, ਉਹ ਸੋਚਾਂ ਦੇ ਪੈਰਾਂ ਨੂੰ ਸੌੜੀ। ਉਹਦਾ ਨਾਂ ਕੋਈ ਥਹੁ ਨਾ ਪਤਾ ਨਿਸ਼ਾਨੀ, ਜਾਣਾ ਤੇ ਜਾਣਾ ਇੱਕ ਚਿਣਗ ਜਿਹੀ, ਮੇਰੇ ਮੱਥੇ ਨੂੰ ਮੁੜ-ਮੁੜ ਔੜੀ, ਤੇ ਚਾਨਣ ਦੀ ਮਹਿੰਦੀ ਮੈਂ ਤਲੀਆਂ ਤੇ ਲਾਈ, ਅੱਜ ਦੁੱਖਾਂ ਦੀ ਕਾਲੀ ਤੇ ਕਕਰੀ ਰਾਤੇ, ਉਹਦੀ ਚਿਣਗ ਜਦੋਂ ਮੈਨੂੰ ਬੌੜੀ। ਫਿਰ ਜੂਨ ਦਾ ਮਹੀਨਾ ਸੀ ਜਦੋਂ ਇਤਮੀਨਾਨ ਦਾ ਕੁਝ ਸਾਹ ਆਇਆ ਤੇ ਮੈਂ ਫਰਾਂਸ ਦੇ ਇੱਕ ਦਾਵਤਨਾਮੇ ਤੇ ਫਰਾਂਸ ਚਲੀ ਗਈ। ਇਸ ਇਤਮੀਨਾਨ ਦੀ ਇਹ ਪਤਾ ਨਹੀਂ ਕਿਹੋ ਜਿਹੀ ਇਬਾਦਤ ਸੀ, ਜਿਹਦੇ ਅੱਖਰ ਫੇਰ ਟੁੱਟਣ ਤੇ ਖਿਲਰਨ ਲੱਗੇ। ਉੱਥੇ ਇੱਕ ਸੜਕ ਦੀ ਰੋੜੀ ਨਾਲ ਪੈਰ ਦੀ ਚੱਪਲ ਅਟਕ ਗਈ, ਪਰ ਜਦੋਂ ਰੋੜੀ ਉੱਤੋਂ ਡਿੱਗ ਕੇ ਮੈਂ ਉੱਠਣ ਲੱਗੀ, ਉੱਠ ਨਹੀਂ ਸਕੀ। ਕਿਸੇ ਤਰ੍ਹਾਂ ਪੁਲਿਸ ਵੈਨ ਦੀ ਮਦਦ ਨਾਲ ਮੈਨੂੰ ਹਸਪਤਾਲ ਲਿਜਾਇਆ ਗਿਆ। ਐਕਸ-ਰੇ ਹੋਇਆ ਤਾਂ ਪਤਾ ਲੱਗਾ ਕਿ ਸੱਜੇ ਮੋਢੇ ਦੀ ਹੱਡੀ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਕਈਆਂ ਥਾਵਾਂ ਤੋਂ ਤਿੜਕ ਗਈ ਹੈ। ਕਈ ਦਿਨ ਉੱਥੇ ਹੋਟਲ ਵਿੱਚ ਪਈ ਰਹੀ ਤੇ ਜਦੋਂ ਵਾਪਸ ਹਿੰਦੁਸਤਾਨ ਆਈ ਤਾਂ ਡਾਕਟਰ ਇਹ ਉਮੀਦ ਨਹੀਂ ਸਨ ਦੇ ਰਹੇ ਕਿ ਹੱਡੀ ਮੁੜ ਕੇ ਜੁੜ ਜਾਏਗੀ। ਜਿਉਂਦੇ ਜੀ ਮੇਰੇ ਹੱਥੋਂ ਕਲਮ ਛੁੱਟ ਜਾਏਗੀ। ਇਹ ਅੰਜਾਮ ਮੇਰੇ ਕੋਲੋਂ ਸੋਚਿਆ ਨਹੀਂ ਸੀ ਜਾ ਰਿਹਾ ਕਿ ਉਸ ਵੇਲੇ ਇੱਕ ਮੁਅੱਜਜ਼ਾ ਹੋਇਆ। ਪਤਾ ਲੱਗਾ ਕਿ ਇੱਕ ਸੰਤ ਜੀ ਹਨ ਜਿਨ੍ਹਾਂ ਨੂੰ ਇੱਕ ਫਕੀਰ ਦੀ ਬਖਸ਼ਿਸ਼ ਹੈ ਤੇ ਉਹਨਾਂ ਦੇ ਹੱਥ ਲਾਉਣ ਨਾਲ ਹੱਡੀ ਜੁੜ ਜਾਂਦੀ ਹੈ। ਮੈਂ ਇਹ ਚਮਤਕਾਰ ਵੇਖਿਆ ਹੈ। ਉਹ ਸੰਤ ਜੀ ਕਰੀਬ 1.5 ਮਹੀਨਾ ਮੇਰੇ ਹੱਥ ਨਾਲ ਮੇਰੇ ਮੋਢੇ ਉੱਤੇ ਪੱਟੀ ਕਰਦੇ ਰਹੇ ਤੇ ਹੱਡੀ ਜੁੜ ਗਈ। ਇਹ ਜ਼ਿੰਦਗੀ ਦੀ ਇੱਕ ਨਵੀਂ ਇਬਾਰਤ ਸੀ, ਜਿਹਨੂੰ ਮੈਂ ਹੈਰਾਨ ਜਿਹੀ ਵੇਖ ਰਹੀ ਸਾਂ ਕਿ ਇਹ ਇਬਾਰਤ ਦੇ ਅੱਖਰ ਫੇਰ ਹਿੱਲਣ ਲੱਗ ਪਏ। 3 ਅਕਤੂਬਰ 1983 ਦੀ ਰਾਤ ਸੀ ਜਦੋਂ ਮੈਂ ਸੁਪਨੇ ਵਿੱਚ ਇੱਕ ਇਨਸਾਨ ਦੀ ਭਿਆਨਕ ਸੂਰਤ ਵੇਖੀ। ਹਰੀ ਪੀਲੀ ਅਮਰਵੇਲ ਉਹਦੇ ਸਾਰੇ ਮੂੰਹ ਉੱਤੇ ਲਿਪਟੀ ਹੋਈ ਸੀ, ਹੇਠਾਂ ਦੋਹਾਂ ਮੋਢਿਆਂ ਤੋਂ ਲੈ ਕੇ ਉਹਦੀ ਪਿੱਠ ਤੱਕ ਵੀ। ਮੈਂ ਖੌਫਜ਼ਦਾ ਸਾਂ, ਉਹਦੇ ਵੱਲ ਵੇਖੀ ਜਾ ਰਹੀ ਸਾਂ ਕਿ ਇੱਕ ਗੈਬੀ ਆਵਾਜ਼ ਆਈ। ਰੁੱਖਾਂ ਪੱਤਿਆਂ ਨੂੰ ਖਾ ਜਾਣ ਵਾਲੀ ਇਸ ਵੇਲ ਨੇ ਅੱਜ ਇਨਸਾਨ ਨੂੰ ਇਸ ਤਰ੍ਹਾਂ ਆਪਣੇ ਵਿੱਚ ਵਲੇਟ ਲਿਆ ਹੈ ਕਿ ਹੁਣ ਉਹਨੂੰ ਨਾ ਅੱਖੋਂ ਕੁਝ ਦਿਸਦਾ ਹੈ, ਨਾ ਕੰਨੋਂ ਕੁਝ ਸੁਣਾਈ ਦਿੰਦਾ ਹੈ।
ਜਾਗੀ ਤਾਂ ਮੇਰੇ ਪਹਿਲੇ ਲਫ਼ਜ਼ ਸਨ, ਕੁਝ ਬਹੁਤ ਮਾੜਾ ਹੋਣ ਵਾਲਾ ਹੈ। ਉਸ ਵਰ੍ਹੇ ਦੇ ਸ਼ੁਰੂ ਵਿੱਚ ਜਬਲਪੁਰ ਯੂਨੀਵਰਸਿਟੀ ਤੋਂ ਮੈਨੂੰ ਡੀ.ਲਿਟ ਦੀ ਡਿਗਰੀ ਮਿਲੀ ਸੀ ਤੇ ਹੁਣ ਦਸੰਬਰ ਵਿੱਚ ਵਿਸ਼ਵ ਭਾਰਤੀ ਵੱਲੋਂ ਮਿਲਣ ਵਾਲੀ ਸੀ। ਇਸ ਲਈ ਕਲਕੱਤੇ ਜਾਣਾ ਸੀ, ਸ਼ਾਂਤੀ ਨਿਕੇਤਨ। ਮੈਂ ਉੱਥੇ ਗਈ, ਪਰ ਇਹ ਸੁਪਨਾ ਕਦਮ-ਕਦਮ ਮੇਰੇ ਨਾਲ ਚੱਲਦਾ ਰਿਹਾ। ਜਦੋਂ ਡਿਗਰੀ ਲੈ ਕੇ ਵਾਪਸ ਆਈ ਤਾਂ ਵੇਖਿਆ ਉਹ ਸੁਪਨਾ ਸਾਖਿਆਤ ਹੋ ਕੇ ਮੇਰੇ ਸਾਹਮਣੇ ਖਲੋਤਾ ਸੀ। ਮੈਂ ਆਪਣੇ ਸੁਪਨਿਆਂ ਦੇ ਵੇਰਵੇ ਵਿੱਚ ਨਹੀਂ ਜਾਵਾਂਗੀ ਕਿਉਂਕਿ ਸਾਰਿਆਂ ਸੁਪਨਿਆਂ ਦੀ ਇੱਕ ਵੱਖਰੀ ਕਿਤਾਬ ਲੁਕ ਚੁੱਕੀ ਹਾਂ, ਲਾਲ ਧਾਗੇ ਦਾ ਰਿਸ਼ਤਾ। ਇੱਥੇ ਸਿਰਫ ਇੰਨਾ ਹੀ ਆਖਣਾ ਹੈ ਕਿ ਜਿਸ ਤਰ੍ਹਾਂ ਮੇਰੇ ਹੋਰ ਸੁਪਨੇ ਸੱਚ ਹੋਏ ਸਨ, ਇਹ ਭਿਆਨਕ ਸੁਪਨਾ ਵੀ ਸੱਚ ਹੋਇਆ। ਹਾਲਾਤ ਦਾ ਤਕਾਜ਼ਾ ਹੈ ਕਿ ਮੈਂ ਇਸ ਸੁਪਨੇ ਦੇ ਤਾਬੀਰ ਦੇ ਵੇਰਵੇ ਵਿੱਚ ਨਹੀਂ ਜਾ ਸਕਦੀ। ਅਜੇ ਮੈਂ ਖਾਮੋਸ਼ ਜਿਉਣੀ ਹੈ ਤੇ ਜਿਉਂਦੀ ਰਹੀ ਹਾਲਾਤ ਨੇ ਇਜਾਜ਼ਤ ਦਿੱਤੀ ਤਾਂ ਵੇਰਵੇ ਨਾਲ ਉਹਦੀ ਗੱਲ ਕਰਾਂਗੀ। 1984 ਦਾ ਵਰ੍ਹਾ ਚੜ੍ਹਿਆ, ਤਕਦੀਰ ਦੇ ਪਾਟੇ ਹੋਏ ਕਾਗਜ਼ ਵਰਗਾ। ਮੇਰੇ ਭਿਆਨਕ ਸੁਪਨੇ ਦਾ ਸੰਕੇਤ ਮੇਰੇ ਲਈ ਹੈ ਹੀ ਸੀ, ਹੋਰ ਵੀ ਪਤਾ ਨਹੀਂ ਕਿਸ ਪਾਸੇ ਸੀ ਕਿ 7 ਮਈ ਦੇ ਦਿਨ ਪਾਕਿਸਤਾਨ ਕਰਾਚੀ ਤੋਂ ਫ਼ੋਨ ਆਇਆ ਕਿ ਮੇਰੀ ਬਹੁਤ ਪਿਆਰੀ ਦੋਸਤ ਸਾਰਾ ਸ਼ਗੁਫ਼ਤਾ ਨੇ 4 ਤੇ 5 ਮਈ ਦੀ ਰਾਤ ਆਤਮ ਹੱਤਿਆ ਕਰ ਲਈ ਹੈ। ਮੈਂ ਤਾਂ ਹੱਥਾਂ ਵਿੱਚੋਂ ਡਿੱਗੀ ਹੋਈ ਦੁਆ ਹਾਂ। ਕਹਿਣ ਵਾਲੀ ਇਸ ਸ਼ਾਇਰਾ ਬਾਰੇ ਮੈਂ ਵੇਰਵੇ ਵਿੱਚ ਨਹੀਂ ਜਾਵਾਂਗੀ ਕਿਉਂਕਿ ਉਹਦੀ ਸ਼ਾਇਰੀ ਤੇ ਜ਼ਿੰਦਗੀ ਬਾਰੇ ਮੈਂ ਬੜੀ ਤਫ਼ਸੀਲ ਨਾਲ ਇੱਕ ਕਿਤਾਬ ਲਿਖ ਚੁੱਕੀ ਹਾਂ। ਏਕ ਥੀ ਸਾਰਾ। ਇੱਥੇ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ 1983 ਵਿੱਚ ਜਦੋਂ ਮੇਰੇ ਮੋਢੇ ਦੀ ਹੱਡੀ ਟੁੱਟ ਗਈ ਸੀ ਤੇ ਮੈਂ ਹੱਥ ਵਿੱਚ ਕਲਮ ਨਹੀਂ ਸਾਂ ਫੜ ਸਕਦੀ, ਉਦੋਂ ਸਾਰਾ ਦਾ ਖਤ ਆਇਆ ਸੀ। ਮੇਰੀ ਬਾਂਹ ਕਾਗਜ਼ਾਂ ਉੱਤੇ ਟੁੱਟੀ ਪਈ ਹੈ ਅਮਰਤਾ ਬਾਜੀ। ਜਦੋਂ ਤੱਕ ਤੇਰੀ ਬਾਂਹ ਠੀਕ ਨਹੀਂ ਹੋ ਜਾਂਦੀ, ਮੈਂ ਆਪਣੇ ਹੱਥ ਵਿੱਚ ਕਲਮ ਨਹੀਂ ਫੜਾਂਗੀ। ਤੇ ਇਹੋ ਜਿਹੀ ਦੋਸਤ ਦਾ ਮੇਰੀ ਜ਼ਿੰਦਗੀ ਵਿੱਚੋਂ ਚਲੇ ਜਾਣਾ ਮੈਨੂੰ ਕਿਤੋਂ ਦੀ ਬਹੁਤ ਖਾਲੀ ਕਰ ਗਿਆ। ਇੱਕ ਉਹ ਸੀ ਮੇਰੀ ਸਾਰਾ ਜੋ ਆਪਣੇ ਲਫ਼ਜ਼ਾਂ ਦੀ ਆਬਰੂ ਸੀ। ਉਹਨੇ ਲਿਖਿਆ ਸੀ ਮੈਂ ਅਸਮਾਨ ਵੇਚ ਕੇ ਚਾਨਣੀ ਕਮਾਉਂਦੀ, ਤੇ ਹੁਣ ਉਹ ਨਹੀਂ ਸੀ। ਹੁਣ ਮੇਰੇ ਦੁਆਲੇ ਲਫ਼ਜ਼ ਫਰੋਸ਼ਾਂ ਦੀ ਭੀੜ ਸੀ। ਮੇਰਾ ਉਹ ਸੁਪਨਾ ਸੱਚਮੁੱਚ ਬਹੁਤ ਭਿਆਨਕ ਸੀ। ਮੈਂ ਨਹੀਂ ਜਾਣਦੀ ਕਿ ਉਹਦੀ ਭਿਆਨਕਤਾ ਹੋਰ ਕਿੰਨੇ ਵਰ੍ਹੇ ਲੰਬੀ ਹੋਵੇਗੀ, ਮੇਰੇ ਲਈ ਵੀ ਤੇ ਮੇਰੇ ਦੇਸ਼ ਲਈ ਵੀ। ਉਸ ਸੁਪਨੇ ਦਾ ਇਸ਼ਾਰਾ ਮੇਰੇ ਲਈ ਵੀ ਸੀ, ਮੇਰੇ ਦੇਸ਼ ਲਈ ਵੀ। ਇਹੋ ਵਰ੍ਹਾ ਸੀ ਜਦੋਂ ਇੰਦਰਾ ਜੀ ਦਾ ਕਤਲ ਹੋਇਆ ਤੇ ਦਿੱਲੀ ਵਿੱਚ ਕਿੰਨੇ ਹੀ ਮਾਸੂਮ ਲੋਕ ਜਿਉਂਦੇ ਜਲਾਏ ਗਏ। ਉਸ ਸੁਪਨੇ ਨੂੰ ਕਈ ਵਰ੍ਹੇ ਹੋ ਗਏ ਸਨ ਤੇ ਅੱਜ ਵੀ ਅਖਬਾਰਾਂ ਦੀਆਂ ਸੁਰਖੀਆਂ ਲਹੂ ਵਿੱਚ ਭਿੱਜੀਆਂ ਹੋਈਆਂ ਹਨ। ਮੈਨੂੰ 1986 ਵਿੱਚ ਰਾਜ ਸਭਾ ਵਿੱਚ ਨਾਮਜ਼ਦ ਕੀਤਾ ਗਿਆ ਸੀ, ਪਰ ਮੇਰੇ ਹੱਥੋਂ ਵੀ ਕੁਝ ਨਹੀਂ ਹੋ ਸਕਿਆ। ਮੇਰੇ ਦੇਸ਼ ਦੀ ਇਬਾਰਤ ਅੱਖਰ-ਅੱਖਰ ਟੁੱਟਦੀ, ਖਿੱਲਰਦੀ ਜਾ ਰਹੀ ਹੈ। ਆਪਣੀ ਅੱਖਰ-ਅੱਖਰ ਹੋ ਜਾਣ ਵਾਲੀ ਤਕਦੀਰ ਨੂੰ ਵੇਖ ਕੇ ਮੈਂ ਇਹਨਾਂ ਵਰ੍ਹਿਆਂ ਵਿੱਚ ਇੱਕ ਨਜ਼ਮ ਲਿਖੀ ਸੀ। ਤੂੰ ਜਨਮ-ਜਨਮ ਦਾ ਪੂਰਨ ਜੋਗੀ, ਮੈਂ ਜਨਮ-ਜਨਮ ਦੀ ਸੁੰਦਰਾ। ਇੱਕ ਜਨਮ ਮੈਂ ਹੀ ਸੁੰਦਰਾ, ਭਗਵਾ ਪਹਿਰਨ ਵੇਖ ਕੇ ਮੋਹੀ। ਮੈਂ ਜਿਉਂ ਹੀ ਮੋਤੀ ਅਰਪਣ ਲੱਗੀ, ਭਗਵਾਂ ਪਹਿਰਨ ਅੰਬਰ ਬਣਿਆ ਤੇ ਮੈਂ ਧਰਤੀ ਦੀ ਰੋਹੀ। ਇੱਕ ਜਨਮ ਮੈਂ ਇਹੀ ਸੁੰਦਰਾ, ਇੱਕ ਹੀਰ ਨਿਮਾਣੀ ਹੋਈ। ਰਾਂਝਣ ਜੋਗੀ ਅਲਖ ਜਗਾਈ, ਗਲ ਦਾ ਪਹਿਰਨ ਕਬਰ ਦੀ ਮਿੱਟੀ, ਮੇਰੀ ਚੁੰਨੀ ਕਫ਼ਨ ਹੋਈ। ਇੱਕ ਜਨਮ ਮੈਂ ਇਹੀ ਸੁੰਦਰਾ, ਪੂਰਨ ਇੱਕ ਪਰਦੇਸੀ ਕੋਈ। ਜੋ ਪਹਿਰਨ ਸੀ ਅੰਬਰ ਬਣਿਆ, ਉਹੀਓ ਪਹਿਰਨ ਜਲਥਲ ਹੋਇਆ, ਮੈਂ ਭਰੀ ਚਨਾ ਵਿੱਚ ਮੋਈ। ਇੱਕ ਜਨਮ ਮੈਂ ਹੀ ਸੁੰਦਰਾ, ਵਤ ਮੈਂ ਸੱਸੀ ਨਾਮ ਧਰਾਇਆ। ਜੋ ਪਹਿਰਨ ਸੀ ਜਲ-ਥਲ ਬਣਿਆ, ਉਹੀਓ ਰੇਤ ਦਾ ਕਣ-ਕਣ ਹੋਇਆ, ਮੈਂ ਵਿੱਚ ਥਲਾਂ ਦੇ ਰੋਈ। ਤੇ ਇਸ ਜਨਮ ਮੈਂ ਉਹੀ ਸੁੰਦਰਾ, ਉਹੀਓ ਇਸ਼ਕ ਹਯਾਤੀ ਬਣਿਆ। ਅੱਜ ਭਗਵਾ ਪਹਿਰਨ ਕੋਰਾ ਕਾਗਜ਼, ਮੈਂ ਕੋਰੇ ਕਾਗਜ਼ ਦੇ ਗਲ ਲੱਗੀ ਤੇ ਅੱਖਰ-ਅੱਖਰ ਹੋਈ। ਕੋਰੇ ਕਾਗਜ਼ ਦੇ ਗਲ ਲੱਗ ਕੇ ਜੀ ਕਰਦਾ ਹੈ ਮਨ ਦਾ ਸਾਰਾ ਦੁੱਖ ਕਾਗਜ਼ਾਂ ਦੇ ਹਵਾਲੇ ਕਰ ਦੇਵਾਂ, ਪਰ ਦੁਨੀਆ ਦੇ ਕਾਨੂੰਨ ਨੇ ਮੇਰੀ ਕਲਮ ਨੂੰ ਚੁੱਪ ਦਾ ਸਰਾਪ ਦਿੱਤਾ ਹੋਇਆ ਹੈ, ਇਸ ਲਈ ਖਾਮੋਸ਼ ਹਾਂ। ਸਿਰਫ ਇੰਨਾ ਕਹਿ ਸਕਦੀ ਹਾਂ ਕਿ 1980 ਵਿੱਚ ਮੈਂ ਜਦੋਂ ਬਲਗਾਰੀਆ ਗਈ ਸਾਂ, ਉੱਥੋਂ ਦੇ ਇੱਕ ਸੈਨੇਟੋਰੀਅਮ ਵਿੱਚ ਮਿਨਰਲ ਪਾਣੀ ਦੇ ਗੁਸਲ ਵਾਲਾ ਇਲਾਜ ਲੈਣਾ ਸੀ, ਜਿਸ ਲਈ ਸਾਰੇ ਚੈੱਕਅਪ ਹੋਏ ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਦਿਲ ਵਾਲੇ ਪਾਸਿਓਂ ਖਤਰੇ ਦੀ ਖ਼ਬਰ ਸੁਣੀ। ਆਪਣੇ ਦਿਲ ਦਾ ਸ਼ਿਕਵਾ ਵੀ ਆਇਆ ਤੇ ਸਹਿਜ ਮੋਹ ਵੀ। 6 ਅਕਤੂਬਰ ਦਾ ਦਿਨ ਸੀ ਜਦੋਂ ਖਤਰੇ ਦੀ ਖ਼ਬਰ ਸੁਣੀ ਸੀ। ਉਸ ਰਾਤ ਦੀ ਅਗਲੀ ਰਾਤ 2 ਨਜ਼ਮਾਂ ਲਿਖੀਆਂ ਸਨ, ਜੋ ਇਸ ਕਿਤਾਬ ਵਿੱਚ ਛਪੀਆਂ ਹੋਈਆਂ ਹਨ। ਇੱਕ ਨਜ਼ਮ ਵਿੱਚ ਆਪਣੇ ਦਿਲ ਨੂੰ ਯਾਰ ਪਦਨੀਤੀਆ ਕਹਿ ਕੇ ਆਖਿਆ ਸੀ, ਤੋੜੇ ਹਿੱਕਾ ਉਲਾਂਭਾ ਮੱਕ ਕੁਲ ਦਿੱਤਾ, ਤੇ ਹਿੱਕੇ ਉਲਾਂਭੇ ਤੇਰਾ ਹੀ ਤਰਟਾ। ਤੈਂ ਲਈ ਹਯਾਤੀ ਦੇ ਲੈ ਉਲਾਂਭੇ, ਸਾਡੀ ਤਾਂ ਉਮਰਾਂ ਬੀਤੀਆਂ ਯਾਰ ਪਦਨੀਤੀਆ। ਉਸ ਵੇਲੇ ਦਿਲ ਨੇ ਹੱਸ ਕੇ ਮੇਰਾ ਸ਼ਿਕਵਾ ਸੁਣ ਲਿਆ ਤੇ ਫਿਰ 12 ਵਰ੍ਹੇ ਉਹਨੇ ਕੁਝ ਨਹੀਂ ਆਖਿਆ। ਇਹਨਾਂ ਵਰ੍ਹਿਆਂ ਵਿੱਚ ਉਹ ਕਿਵੇਂ ਹੱਫਦਾ ਰਿਹਾ, ਉਹ ਹੀ ਜਾਣਦਾ ਹੈ। ਤੇ ਹੁਣ 28 ਮਾਰਚ ਵਾਲੇ ਦਿਨ ਉਹਨੇ ਹੱਫਦੇ ਨੇ ਸਿਰ ਸੁੱਟ ਦਿੱਤਾ।
ਹਾਰਟ ਅਟੈਕ ਦਾ ਇਹ ਹਾਦਸਾ ਆਖਰੀ ਹਾਦਸਾ ਨਹੀਂ ਬਣਿਆ। ਹਫ਼ਤਾ ਕੁ ਹਸਪਤਾਲ ਰਹਿ ਕੇ ਉਸ ਥੱਕੇ ਹਫੇ ਹੋਏ ਨੂੰ ਮੈਂ ਫੇਰ ਘਰ ਪਰਤ ਆਈ ਹਾਂ। ਬਸ ਇੰਨਾ ਕੁ ਹੀ ਦੱਸ ਸਕਦੀ ਹਾਂ। ਦੱਸ ਦਿੱਤਾ ਹੈ। ਸਰਾਪ ਦੇ ਲੱਥਣ ਤੱਕ ਜੇ ਮੈਂ ਜਿਉਂਦੀ ਰਹੀ ਤਾਂ ਮੇਰੀ ਤੇ ਕਾਗਜ਼ਾਂ ਦੀ ਕਿਸਮਤ ਨਹੀਂ ਤਾਂ ਰਹਿੰਦੇ ਕੋਰੇ ਕਾਗਜ਼ ਰੱਬ ਦੇ ਹਵਾਲੇ। ਮਾਏ ਨੀ ਮੇਰਾ ਖਿਜਰ ਗੁਆਚਾ। ਖਿਜਰ ਨਦੀਆਂ ਦਰਿਆਵਾਂ ਦੇ ਪੀਰ ਦਾ ਨਾਂ ਹੈ। ਪਾਣੀਆਂ ਦੀ ਆਤਮਾ ਦਾ ਨਾਂ। ਇਸ ਲਈ ਮਨ ਦੇ ਪਾਣੀਆਂ ਦਾ ਪੀਰ ਚੇਤਨਾ ਹੁੰਦੀ ਹੈ। ਉਹ ਚੇਤਨਾ ਮਨ ਦਾ ਖਿਜਰ ਹੁੰਦੀ ਹੈ। 1984 ਦੇ ਹਾਲਾਤ ਬਾਰੇ ਮੈਂ ਜਦੋਂ ਤੜਪ ਕੇ ਲਿਖਿਆ ਸੀ, ਮਾਏ ਨੀ ਮੇਰਾ ਖਿਜਰ ਗੁਆਚਾ, ਸਭਣੋਂ ਥਾਣ ਮੈਂ ਸੁੰਨੇ ਡਿੱਠਾ, ਕਿਤੇ ਨਾ ਦੱਸਾਂ ਪਈਆਂ। ਕਿਹੜੇ ਪੱਤੜਾਂ ਤੇ ਉਹ ਵਸਦਾ ਮੇਰਾ ਖਿਜਰ ਮੈਂ ਅੱਖੀ ਡਿੱਠਾ। ਉਹੀਓ ਸਾਰੇ ਪੱਤਣ ਕਿੱਥੇ, ਨਦੀਆਂ ਕਿੱਥੇ ਗਈਆਂ। ਨਦੀਆਂ ਦੀ ਇਹ ਕਹੀ ਯਾਤਰਾ ਅੰਬਰਾਂ ਦੇ ਇੱਕ ਸੁਪਨੇ ਜਈਆਂ। ਪਰਬਤ ਦੀ ਛਾਤੀ ਤੋਂ ਤੁਰੀਆਂ, ਛਊ ਦਰਿਆ ਨਾ ਪਈਆਂ। ਕਹੇ ਮੁਹਾਣੇ ਮਿਲੇ ਇਹਨਾਂ ਨੂੰ, ਰੇਤ ਥਲਾਂ ਦੇ ਰਾਹ ਤੇ ਪਾਇਆ। ਕਿਵੇਂ ਸੁੱਕੀਆਂ ਕਿਵੇਂ ਸਿਸਕੀਆਂ, ਕਿਸੇ ਨਾ ਸੁਰਤਾਂ ਲਈਆਂ, ਨੀ ਮੇਰਾ ਖਿਜਰ ਗੁਆਚਾ। ਇਹ ਨਜ਼ਮ ਵਿੱਚ ਜ਼ਾਹਿਰ ਹੈ ਕਿ ਹਰ ਨਦੀ ਹਰ ਮਜ਼ਹਬ ਦਾ ਪ੍ਰਤੀਕ ਹੈ। ਜਿਹੜੇ ਪਰਬਤ ਦੀ ਛਾਤੀ ਵਿੱਚੋਂ ਮਜ਼ਹਬ ਦੀ ਨਦੀ ਨਿਕਲੀ, ਉਹ ਪਰਬਤ ਧਰਮ ਦਾ ਪ੍ਰਤੀਕ ਹੈ, ਰੂਹਾਨੀਅਤ ਦਾ। ਰੇਤ ਥਲ ਬੜੀਆਂ ਸੌੜੀਆਂ ਸੋਚਾਂ ਦੇ ਪ੍ਰਤੀਕ ਹਨ। ਜਿਹੜੇ ਰਾਹ ਪੈ ਕੇ ਉਹ ਨਦੀਆਂ ਸੁੱਕ ਜਾਂਦੀਆਂ ਹਨ। ਮੁਹਾਣੇ ਲਫ਼ਜ਼ ਹਰ ਮਜ਼ਹਬ ਦੀ ਪੈਰੋਕਾਰਾਂ ਲਈ ਹੈ ਤੇ ਇਸੇ ਦੀ ਗੱਲ ਮੈਂ ਯੂਨੈਸਕੋ ਕਾਨਫਰੰਸ ਵਿੱਚ ਆਖੀ ਸੀ। ਹਾਲਾਤ 1984 ਦੇ ਵੀ ਸਨ, 1947 ਦੇ ਵੀ, ਜੋ ਮੈਂ ਅੱਖੀਂ ਵੇਖੇ ਸਨ ਤੇ ਜੋ ਸੁਣੇ ਸਨ। ਉਹਨਾਂ ਨਾਲ ਸਾਰਾ ਇਤਿਹਾਸ ਲਹੂ ਦਾ ਭਿੱਜਿਆ ਹੋਇਆ ਹੈ। ਇਹ ਇਤਿਹਾਸ ਹਰ ਮੁਲਕ ਦਾ ਹੈ ਤੇ ਜੋ ਸਾਰਿਆਂ ਕੋਲੋਂ ਗਵਾਚ ਗਿਆ ਹੈ। ਉਹ ਉਹਨਾਂ ਪਾਣੀਆਂ ਦਾ ਪੀਰ ਹੈ। ਖਿਜਰ ਇਨਸਾਨ ਦੇ ਮਨ ਦੀ ਆਪਣੀ ਚੇਤਨਾ। ਇਹ ਨਜ਼ਮ ਬੜੇ ਵਸੀਹ ਅਰਥਾਂ ਵਿੱਚ ਹੈ। ਮਨ ਨੇ ਹਰ ਖੇਤਰ ਵਿੱਚ ਵਿਚਰਨਾ ਹੁੰਦਾ ਹੈ। ਸਮਾਜ, ਸਿਆਸਤ, ਮਜ਼ਹਬ, ਸਾਹਿਤ ਤੇ ਰੋਜ਼ ਦੀ ਰਹਿਣੀ ਬਹਿਣੀ ਵਿੱਚ ਵੀ। ਤੇ ਮੇਰਾ ਦਰਦ ਵੀ ਵਸੀਹ ਅਰਥਾਂ ਵਿੱਚ ਹੈ ਕਿ ਹਰ ਖੇਤਰ ਵਿੱਚ ਮੈਂ ਮਨਾਂ ਦੇ ਖਿਜਰ ਨੂੰ ਗੁਆਚਿਆ ਹੋਇਆ ਵੇਖਿਆ ਹੈ। ਮੇਰੀ ਨਜ਼ਰ ਵਿੱਚ ਪੰਜਾਬੀ ਦੀ ਇੱਕ ਸਤਰ, ਮਾਏ ਨੀ ਅਸਾਂ ਰਾਂਝਾ ਰਾਜੀ ਕਰਨਾ, ਵੀ ਇਸੇ ਅਰਥ ਵਿੱਚ ਹੈ। ਆਪਣੇ ਰੁੱਸੇ ਹੋਏ ਖਿਜਰ ਨੂੰ ਮਨਾਉਣ ਦਾ ਅਰਥ ਵਿੱਚ, ਆਪਣੀ ਅੰਤਰ ਚੇਤਨਾ ਨੂੰ ਜਾਣਨ ਦੇ ਅਰਥ ਵਿੱਚ। 1986 ਦੇ ਮਾਰਚ ਮਹੀਨੇ ਇੱਕ ਸਰਕਾਰੀ ਕਾਨਫਰੰਸ ਹੋਈ ਸੀ ਜੋ ਵੱਖ-ਵੱਖ ਪ੍ਰਾਂਤਾਂ ਦੇ ਚੀਫ ਮਿਨਿਸਟਰਾਂ ਦੀ ਸੀ। ਉਹਦੇ ਵਿੱਚ 3-4 ਗੈਰ ਸਰਕਾਰੀ ਲੋਕ ਵੀ ਬੁਲਾਏ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਮੈਂ ਸਾਂ। ਉੱਥੇ ਜਦੋਂ ਮੈਨੂੰ ਕੁਝ ਬੋਲਣ ਲਈ ਆਖਿਆ ਗਿਆ ਤਾਂ ਜੋ ਬੋਲੀ ਸਾਂ, ਉਹਦੇ ਵਿੱਚ ਇਹ ਹਰਫ ਵੀ ਸਨ। ਇੱਕ ਵੇਲਾ ਸੀ ਜਦੋਂ ਕੇਰਲ ਵਿੱਚ ਜਾਤੀਵਾਦ ਦੀ ਭਿਆਨਕਤਾ ਨੂੰ ਵੇਖ ਕੇ ਸੁਆਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਕੇਰਲ ਭਾਰਤ ਦਾ ਪਾਗਲਖਾਨਾ ਹੈ। ਅੱਜ ਮੈਂ ਭਰੀਆਂ ਅੱਖਾਂ ਨਾਲ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਹਰ ਪ੍ਰਾਂਤ ਨੂੰ ਭਾਰਤ ਦਾ ਪਾਗਲਖਾਨਾ ਬਣਾ ਰਹੇ ਹਾਂ। ਅਖੀਰ ਤੇ ਇਹ ਵੀ ਕਿਹਾ ਸੀ, ਸਾਡਾ ਮਿਥਿਹਾਸ ਕਹਿੰਦਾ ਹੈ ਕਿ ਜਦੋਂ ਸਮੁੰਦਰ ਰਿੜਕਿਆ ਗਿਆ ਸੀ ਤਾਂ ਉਹਦੇ ਵਿੱਚੋਂ 14 ਰਤਨ ਮਿਲੇ ਸਨ। ਅੱਜ ਸਾਨੂੰ ਲੋੜ ਹੈ ਕਿ ਆਪਣੇ ਆਪਣੇ ਮਨ ਦਾ ਸਮੁੰਦਰ ਰਿੜਕੀਏ ਤੇ ਆਪਣੀ ਆਪਣੀ ਆਚਰਨ ਸ਼ਕਤੀ ਦਾ ਰਤਨ ਲੱਭੀਏ। ਇਹ ਸਭ ਕੁਝ ਕਹਿਣਾ ਮੇਰੇ ਲਈ ਸਹਿਜ ਮੇਰੇ ਮਨ ਦੀ ਗੱਲ ਸੀ ਤੇ ਮਨ ਦੀ ਗੱਲ ਕਹਿਣ ਦਾ ਇਹ ਇੱਕ ਬਹੁਤ ਵੱਡਾ ਮੌਕਾ ਸੀ ਜਦੋਂ ਸਾਰੇ ਪ੍ਰਾਂਤਾਂ ਦੇ ਚੀਫ ਮਿਨਿਸਟਰ ਬੈਠੇ ਹੋਏ ਸਨ। ਕੁਝ ਦਿਨਾਂ ਪਿੱਛੋਂ 10 ਮਈ ਨੂੰ ਪ੍ਰਾਈਮ ਮਿਨਿਸਟਰ ਦੀ ਸੈਕਟਰੀ ਦਾ ਫੋਨ ਆਇਆ ਕਿ ਤੁਹਾਨੂੰ ਰਾਜ ਸਭਾ ਵਿੱਚ ਨਾਮਜ਼ਦ ਕਰਨਾ ਹੈ, ਕੋਈ ਇਤਰਾਜ਼ ਤਾਂ ਨਹੀਂ। ਉਸ ਵੇਲੇ ਮੈਂ ਆਖਿਆ ਸੀ, ਹੋਰ ਇਤਰਾਜ਼ ਕੋਈ ਨਹੀਂ, ਪਰ ਸਿਆਸਤ ਵਾਸਤੇ ਮੇਰਾ ਬ੍ਰੈਡ ਆਫ ਮਾਈਂਡ ਨਹੀਂ ਹੈ। ਉਸ ਵੇਲੇ ਸੈਕਟਰੀ ਨੇ ਦੱਸਿਆ, ਇਹੀ ਤਾਂ ਸਾਨੂੰ ਚਾਹੀਦਾ ਹੈ। ਤੁਸੀਂ ਉਸ ਦਿਨ ਚੀਫ ਮਿਨਿਸਟਰਾਂ ਦੀ ਮੀਟਿੰਗ ਵਿੱਚ ਜੋ ਬੋਲ ਗਏ ਹੋ, ਉਹਦਾ ਟੇਪ ਰਾਜੀਵ ਜੀ ਨੇ ਬਾਰ-ਬਾਰ ਸੁਣਿਆ ਹੈ ਤੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਨਾਮਜ਼ਦ ਕੀਤਾ ਜਾਏ। ਤੇ ਮੈਨੂੰ ਲਿਖਤੀ ਚਿੱਠੀ ਮਿਲਣ ਤੋਂ ਪਹਿਲਾਂ 11 ਮਈ ਸਵੇਰ ਦੀਆਂ ਅਖਬਾਰਾਂ ਵਿੱਚ ਛਪਿਆ ਹੋਇਆ ਸੀ ਕਿ ਮੈਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਰਾਜ ਸਭਾ ਦੀ ਮੈਂਬਰ ਹੋਣ ਦਾ ਅਰਸਾ 6 ਵਰ੍ਹੇ ਸੀ, ਜਿਸ ਦੌਰਾਨ ਮੈਂ ਜੋ ਸਵਾਲ ਉਠਾਏ ਸਨ, ਉਹਨਾਂ ਵਿੱਚੋਂ 2-4 ਸਵਾਲ ਇੱਥੇ ਦਰਜ ਕਰ ਰਹੀ ਹਾਂ। 40 ਸਾਲ ਹੋਣ ਲੱਗੇ ਹਨ। ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਦਰਮਿਆਨ ਅਜੇ ਤੱਕ ਇਹ ਮਵਾਹਦਾ ਨਹੀਂ ਹੋਇਆ ਕਿ ਦੋਹਾਂ ਦੇਸ਼ਾਂ ਦੇ ਸ਼ਾਇਰਾਂ ਤੇ ਅਦੀਬਾਂ ਦੀਆਂ ਕਿਤਾਬਾਂ ਉਹਨਾਂ ਦੀ ਇਜਾਜ਼ਤ ਨਾਲ ਛਾਪੀਆਂ ਜਾਣ, ਤਾਂ ਕਿ ਤਰਜੁਮੇ ਦੀ ਮਿਆਰੀ ਵੀ ਹੋ ਸਕਣ ਤੇ ਸ਼ਾਇਰਾਂ ਅਦੀਬਾਂ ਨੂੰ ਆਪਣੀਆਂ ਲਿਖਤਾਂ ਦੀ ਉਜਰਤ ਵੀ ਮਿਲ ਸਕੇ। ਅਜਿਹੇ ਇਕਰਾਰਨਾਮੇ ਵੱਲੋਂ ਅਣਗਹਿਲੀ ਕਾਰਨ ਦੋਹਾਂ ਪਾਸਿਆਂ ਦੇ ਅਦੀਬਾਂ ਦਾ ਆਪਣੀਆਂ ਲਿਖਤਾਂ ਉੱਤੇ ਹੱਕ ਵੀ ਗੁਆਚ ਰਿਹਾ ਹੈ ਤੇ ਉਹਨਾਂ ਨੂੰ ਸਭ ਤੋਂ ਵੱਡੀ ਮਾਨਸਿਕ ਚੋਟ ਇਹ ਪਹੁੰਚ ਰਹੀ ਹੈ ਕਿ ਉਹਨਾਂ ਦੀਆਂ ਲਿਖਤਾਂ ਦੇ ਤਰਜੁਮੇ ਅਕਸਰ ਬੜੇ ਗਲਤ ਹੋ ਰਹੇ ਹਨ। 1986 ਮੈਂ ਸਰਕਾਰ ਦੀ ਤਵੱਜੋ ਉਸ ਤਰਫ ਦੁਆਉਣਾ ਚਾਹੁੰਦੀ ਹਾਂ ਜਿੱਥੇ ਅਦਬ ਤੇ ਤਹਿਜ਼ੀਬ ਦੇ ਨਾਂ ਤੇ
ਇੱਕ ਵੱਖਰੀ ਤਰ੍ਹਾਂ ਦੀ ਕਮਰਸ਼ੀਅਲਾਈਜ਼ੇਸ਼ਨ ਸ਼ੁਰੂ ਹੋ ਗਈ ਹੈ ਕਿ ਸਰਕਾਰ ਵੱਲੋਂ ਜ਼ਮੀਨ ਵੀ ਲਈ ਜਾਂਦੀ ਹੈ ਤੇ ਪੈਸਾ ਵੀ, ਤੇ ਉਹਨੂੰ ਤਰ੍ਹਾਂ ਤਰ੍ਹਾਂ ਦੀ ਆਮਦਨ ਦਾ ਵਸੀਲਾ ਬਣਾ ਲਿਆ ਜਾਂਦਾ ਹੈ। ਇਹ ਸਭ ਅਦਬ ਤੇ ਤਹਿਜ਼ੀਬ ਦੇ ਨਾਂ ਤੇ ਹੋਣ ਲੱਗ ਪਿਆ ਹੈ। ਪਰ ਜਿਸ ਮਕਸਦ ਲਈ ਇਹ ਸ਼ੁਰੂ ਹੋਇਆ ਸੀ, ਕਿ ਫਿਰ ਕਦੇ ਸਰਕਾਰ ਨੇ ਵੇਖਿਆ ਕਿ ਉਸ ਮਕਸਦ ਦਾ ਕੀ ਬਣਿਆ? ਉਹ ਵੇਖਣਾ ਤਾਂ ਦਰਕਿਨਾਰ ਰਿਹਾ, ਅੱਗੋਂ ਵਾਸਤੇ ਵੀ ਕੋਈ ਨਜ਼ਰਸਾਨੀ ਨਹੀਂ। ਉਸੇ ਤਰ੍ਹਾਂ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕਰਮਸ਼ਲਾਈਜੇਸ਼ਨ ਦੇ ਪਿੱਛੇ ਕਿਹੜੇ ਹੱਥ ਕੀ ਕਰ ਰਹੇ ਹਨ ਤੇ ਕਿਵੇਂ ਇੱਕ ਨਵੀਂ ਇਜਾਰਾਦਾਰੀ ਸ਼ੁਰੂ ਹੋ ਰਹੀ ਹੈ, ਮੈਂ ਸਰਕਾਰ ਦੀ ਤਵੱਜੋ ਇਸ ਤਰਫ ਦਿਵਾਉਣਾ ਚਾਹੁੰਦੀ ਹਾਂ। 16 ਨਵੰਬਰ 1987। 1988 ਦੇ ਸ਼ੁਰੂ ਵਿੱਚ ਮੈਂ ਅਸਾਮ ਗਈ ਸਾਂ, ਬਰਪੇਤਾ ਦੇ ਲੇਖਕਾਂ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ। ਪਤਾ ਲੱਗਾ ਕਿ ਉੱਥੋਂ ਦੇ ਵੈਸ਼ਨਵ ਮੱਠ ਵਿੱਚ ਔਰਤਾਂ ਦਾ ਦਾਖਲਾ ਮਨ੍ਹਾ ਹੈ। ਔਰਤਾਂ ਪਰਿਕਰਮਾ ਵਿੱਚ ਬੈਠੀਆਂ ਰਹਿੰਦੀਆਂ ਹਨ, ਪਰ ਅੰਦਰ ਕ੍ਰਿਸ਼ਨ ਅਸਥਾਨ ਤੇ ਜੋ 500 ਸਾਲ ਤੋਂ ਜੋਤ ਬਲ ਰਹੀ ਹੈ, ਉਹਦਾ ਬੂਹਾ ਲੰਘਣਾ ਔਰਤ ਲਈ ਵਰਜਿਤ ਹੈ। ਮੱਠ ਦੇ ਬਾਹਰ ਔਰਤ ਦੇ ਦਾਖਲੇ ਉੱਤੇ ਪਾਬੰਦੀ ਦੀ ਸੂਚਨਾ ਲਿਖੀ ਹੋਈ ਹੈ। ਮੈਨੂੰ ਉਹ ਵੇਖਣ ਲਈ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਹਿਫਾਜ਼ਤੀ ਪੁਲਿਸ ਦਿੱਤੀ ਗਈ ਸੀ। ਜੋ ਮੱਠ ਦੇ ਪੰਡਤ ਜੀ ਨੇ ਪੁਲਿਸ ਨੂੰ ਵੇਖ ਕੇ ਮੇਰੀ ਕੁਝ ਅਹਿਮੀਅਤ ਜਾਣੀ ਤੇ ਮੇਰੇ ਕੋਲ ਆ ਕੇ ਕਹਿਣ ਲੱਗੇ, मैं आपके लिए लोहे का दरवाजा खोल देता हूँ, ज्योति दर्शन कर लीजिए, लेकिन भीतर नहीं जाना होगा। मैं लोहे ਦੇ ਦਰਵਾਜ਼ੇ ਕੋਲ ਖਲੋ ਕੇ ਪੰਡਤ ਜੀ ਨੂੰ ਕਿਹਾ, अरे कृष्ण अंदर है और राधा बाहर खड़ी है, ये कैसे हो गया पंडित जी? राधा तो कृष्ण की महाचेतना है, उसको बगैर अकेले कृष्ण क्या करते होंगे? पंडित जी हैरान होके ਮੇਰੇ ਵੱਲ ਤੱਕਣ ਲੱਗ ਪਏ ਤੇ ਪੁਲਿਸ ਅਫਸਰ ਹਾਸੇ ਨੂੰ ਹੋਠਾਂ ਵਿੱਚ ਦਬਾਉਣ ਲੱਗ ਪਏ। ਖੈਰ, ਮੇਰੇ ਕਿਹਾ ਕੀ ਹੋਣਾ ਸੀ। ਪਤਾ ਲੱਗਾ ਕਿ ਕਦੇ ਉੱਥੇ ਗਾਂਧੀ ਜੀ ਵੀ ਆਏ ਸਨ ਤੇ ਅਜਿਹੀ ਪਾਬੰਦੀ ਨੂੰ ਹਟਾਉਣ ਲਈ ਉਹਨਾਂ ਬੜਾ ਜ਼ੋਰ ਲਾਇਆ ਸੀ, ਪਰ ਕੁਝ ਨਹੀਂ ਸੀ ਹੋਇਆ। ਅਗਲੇ ਦਿਨ ਅਸਾਮੀ ਲੇਖਕਾਵਾਂ ਇੱਕ ਮੈਮੋਰੰਡਮ ਲੈ ਕੇ ਮੱਠ ਵਿੱਚ ਗਈਆਂ ਇਸ ਪਾਬੰਦੀ ਨੂੰ ਹਟਵਾਉਣ ਲਈ, ਤੇ ਉਹਨਾਂ ਦੀਆਂ ਜੋ ਤਸਵੀਰਾਂ ਅਖਬਾਰਾਂ ਵਿੱਚ ਛਾਪੀਆਂ, ਮੈਂ ਉਹ ਸਭ ਕਤਰਾਣਾ ਸਾਂਭ ਲਈਆਂ ਤੇ ਆਪਣੇ ਦੋਸਤ ਇੰਦਰਾ ਗੋਸਵਾਮੀ ਨੂੰ ਆਖ ਕੇ ਮੱਠ ਦੇ ਬਾਹਰ ਲੱਗੀ ਮਨਾਹੀ ਦੀ ਸੂਚਨਾ ਵਾਲੀ ਸਖਤੀ ਦੀ ਤਸਵੀਰ ਵੀ ਲੈ ਲਈ। ਇਹੋ ਸਾਰੇ ਹਵਾਲੇ ਪੇਸ਼ ਕਰਦਿਆਂ ਮੈਂ ਪਾਰਲੀਮੈਂਟ ਵਿੱਚ ਇੱਕ ਸਵਾਲ ਉਠਾਇਆ ਸੀ। ਕਿਹਾ ਸੀ ਕਿ 8 ਮਾਰਚ ਨੂੰ ਮਨਾਏ ਗਏ ਅੰਤਰਰਾਸ਼ਟਰੀ ਦਿਵਸ ਰੌਸ਼ਨੀ ਵਿੱਚ ਕਹਿਣਾ ਚਾਹੁੰਦੀ ਹਾਂ ਕਿ ਅਜਿਹਾ ਦਿਨ ਮਜ਼ਹਬ ਇੱਕ ਰਸਮ ਨਾ ਬਣ ਜਾਏ, ਇਸ ਲਈ ਕੁਝ ਬੁਨਿਆਦੀ ਕਦਮ ਉਠਾਏ ਜਾਣ। ਔਰਤਾਂ ਉੱਤੇ ਇਹੋ ਜਿਹੀਆਂ ਪਾਬੰਦੀਆਂ ਜਮਹੂਰੀਅਤ ਦੇ ਨਿਜ਼ਾਮ ਉੱਤੇ ਬਹੁਤ ਵੱਡਾ ਇਲਜ਼ਾਮ ਹਨ। 28 ਮਾਰਚ 1988। ਸਰਕਾਰੀ ਸੰਸਥਾਵਾਂ ਕਿਸੇ ਪ੍ਰੋਜੈਕਟ ਨੂੰ ਲੈ ਕੇ ਜਦੋਂ ਸ਼ਾਇਰਾਂ ਤੇ ਸਾਹਿਤਕਾਰਾਂ ਨੂੰ ਕੋਈ ਕੰਟਰੈਕਟ ਦਿੰਦੀਆਂ ਹਨ ਤਾਂ ਇੱਕ ਤਾਰੀਖ ਮੁਕਰਰ ਕੀਤੀ ਜਾਂਦੀ ਹੈ, ਡੈਡਲਾਈਨ ਡੇਟ, ਕੰਮ ਦੀ ਤਿਆਰੀ ਵਾਸਤੇ। ਪਰ ਜਦੋਂ ਕੰਮ ਤਿਆਰ ਹੋ ਜਾਂਦਾ ਹੈ ਤਾਰੀਖ ਸਿਰ, ਤਾਂ ਉਹਨਾਂ ਦੀ ਮਿਹਨਤ ਕਈ ਵਰ੍ਹੇ ਦਫ਼ਤਰਾਂ ਦੀਆਂ ਫਾਈਲਾਂ ਵਿੱਚ ਪਈ ਰਹਿੰਦੀ ਹੈ। ਕਹਿਣਾ ਚਾਹੁੰਦੀ ਹਾਂ ਕਿ ਜੇ ਇੱਕ ਪੱਕਾ ਅਰਸਾ ਸਾਹਿਤਕਾਰਾਂ ਲਈ ਮੁਕਰਰ ਹੋ ਸਕਦਾ ਹੈ, ਤਾਂ ਕੰਮ ਦੀ ਇੰਪਲੀਮੈਂਟ ਵਾਸਤੇ ਇੱਕ ਪੱਕਾ ਅਰਸਾ ਸਰਕਾਰੀ ਅਦਾਰਿਆਂ ਲਈ ਕਿਉਂ ਨਹੀਂ ਮੁਕਰਰ ਹੁੰਦਾ? ਕਈ ਵਾਰ ਇੰਜ ਵੀ ਹੁੰਦਾ ਹੈ ਕਿ ਪ੍ਰੋਜੈਕਟ ਬਦਲ ਜਾਂਦਾ ਹੈ ਜਾਂ ਕਈ ਵਰ੍ਹਿਆਂ ਲਈ ਮੁਲਤਵੀ ਹੋ ਜਾਂਦਾ ਹੈ, ਤਾਂ ਉਸ ਹਾਲਤ ਵਿੱਚ ਕੰਮ ਕਰਨ ਵਾਲਿਆਂ ਦੀ ਉਜਰਤ ਵੀ ਮੁਲਤਵੀ ਹੋ ਜਾਂਦੀ ਹੈ ਤੇ ਪ੍ਰੋਜੈਕਟ ਦੇ ਬਦਲਣ ਨਾਲ ਲੇਖਕਾਂ ਤੇ ਕਲਮੀ ਨੁਸਖੇ ਵੀ ਫਾਈਲਾਂ ਵਿੱਚ ਗੁਆਚ ਜਾਂਦੇ ਹਨ। ਕੁਝ ਪੱਕੇ ਹਵਾਲਿਆਂ ਦੀ ਬੁਨਿਆਦ ਉੱਤੇ ਮੈਂ ਇਹ ਸਵਾਲ ਉਠਾਉਂਦੀ ਹਾਂ ਕਿ ਕਹਿਰੇ ਕਾਨੂੰਨ ਨੂੰ ਦੋਹਰਾ ਕਾਨੂੰਨ ਬਣਾਉਣ ਵੱਲ ਤਵੱਜੋ ਦਿੱਤੀ ਜਾਵੇ। 8 ਅਕਤੂਬਰ 1988। ਅਸੀਂ ਸਾਰੇ ਜਾਣਦੇ ਹਾਂ ਕਿ ਇਨਸਾਨ ਤੇ ਇਨਸਾਫ ਦੇ ਵਿਚਕਾਰ ਇੱਕ ਲੰਬਾ ਫਾਸਲਾ ਹੈ, ਜਿਸ ਨੂੰ ਤੈਅ ਕਰਦਿਆਂ ਲੋਕਾਂ ਦੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਵਰ੍ਹੇ ਤੇ ਉਹਨਾਂ ਦੀ ਕਿੰਨੀ ਕਮਾਈ ਬਰਬਾਦ ਹੋ ਜਾਂਦੀ ਹੈ। ਹਿੰਦੂ ਮੈਰਿਜ ਐਕਟ ਵਿੱਚ ਇੱਕ ਪਹਿਲੂ ਇਹ ਰੱਖਿਆ ਜਾਂਦਾ ਹੈ ਕਿ ਦੋਹਾਂ ਪਾਸਿਆਂ ਦੀਆਂ ਧਿਰਾਂ ਨੂੰ ਬਿਠਾ ਕੇ ਸੁਲਾਹਨਾਮੇ ਦੀ ਗੱਲ ਕੀਤੀ ਜਾਏ, ਪਰ ਇਹ ਰਾਹ ਸਿਰਫ ਉੱਥੇ ਲਾਗੂ ਹੁੰਦਾ ਹੈ ਵਿਆਹਾਂ ਦੇ ਝਾਂਜਿਆਂ ਵਿੱਚ, ਬਾਕੀ ਹੋਰ ਜ਼ਿੰਦਗੀ ਦੇ ਝਗੜਿਆਂ ਉੱਤੇ ਲਾਗੂ ਨਹੀਂ ਹੁੰਦਾ। ਆਖਣਾ ਚਾਹੁੰਦੀ ਹਾਂ ਕਿ ਇੱਕ ਸਕਰੀਨਿੰਗ ਸੈੱਲ ਹੋ ਸਕਦਾ ਹੈ ਜੋ ਦੋਹਾਂ ਪਾਸਿਆਂ ਦੇ ਕਾਗਜ਼ਾਤ ਦਾ ਮੁਆਇਨਾ ਕਰੇ, ਤਾਂ 1/3 ਮੁਕੱਦਮੇ ਉਹ ਹੋਣਗੇ ਜੋ ਬੇਬੁਨਿਆਦ ਹੁੰਦੇ ਹਨ ਤੇ ਜੋ ਦਾਖਲ ਦਫ਼ਤਰ ਨਹੀਂ ਕੀਤੇ ਜਾਣੇ ਚਾਹੀਦੇ। ਬਾਕੀ 2/3 ਜ਼ਰੂਰ ਉਹ ਹੋਣਗੇ ਜਿਨ੍ਹਾਂ ਦਾ ਫੈਸਲਾ 2-3 ਸੁਣਵਾਈਆਂ ਵਿੱਚ ਹੋ ਸਕਦਾ ਹੈ। ਸਿਰਫ 1/3 ਮੁਕੱਦਮੇ ਬਚਣਗੇ ਜੋ ਟਰਾਇਲ ਦੇ ਕਾਬਿਲ ਸਮਝੇ ਜਾ ਸਕਦੇ ਹਨ। ਸਕਰੀਨਿੰਗ ਸੈੱਲ ਵਿੱਚ ਇਮਾਨਦਾਰੀ ਦੀ ਸ਼ੋਹਰਤ ਹਾਸਲ ਕਰ ਚੁੱਕੇ ਰਿਟਾਇਰਡ ਜੱਜ ਹੋ ਸਕਦੇ ਹਨ, ਨਾਲ ਤਜਰਬਾਕਾਰ ਐਡੀਸ਼ਨਲ ਡਿਸਟ੍ਰਿਕਟ ਜੱਜ ਹੋ ਸਕਦੇ ਹਨ।
ਤੇ ਇੰਜ ਸਕਰੀਨਿੰਗ ਸੈੱਲ ਦੀ ਚੋਣ ਚੀਫ ਜਸਟਿਸ, ਰਜਿਸਟਰਾਰ, ਬਾਰ ਦੇ ਪ੍ਰੈਜ਼ੀਡੈਂਟ, ਸੈਕਟਰੀ, ਲਾਅ ਮਿਨਿਸਟਰ, ਡਿਸਟ੍ਰਿਕਟ ਜੱਜ ਤੇ ਸਰਕਾਰ ਵੱਲੋਂ ਨਾਮਜ਼ਦ ਕੀਤੇ ਲੋਕ ਮਿਲ ਕੇ ਇਲੈਕਸ਼ਨ ਨਾਲ ਕਰ ਸਕਦੇ ਹਨ। ਇਹ ਲੱਖਾਂ ਲੋਕਾਂ ਦੀਆਂ ਦੁਖਦੀਆਂ ਰਗਾਂ ਦਾ ਸਵਾਲ ਹੈ, ਜਿੱਥੇ ਆਮ ਸਧਾਰਨ ਬੰਦੇ ਲਈ ਇਨਸਾਫ ਦਾ ਸੁਪਨਾ ਲੈਣਾ ਵੀ ਵਰਜਿਤ ਹੋ ਗਿਆ ਹੈ। 27 ਅਪ੍ਰੈਲ 1999। ਤਾਰੀਖ ਯਾਦ ਨਹੀਂ, ਪਰ ਇੱਕ ਦਿਨ ਮੈਂ ਇਹ ਵੀ ਆਖਿਆ ਸੀ ਕਿ ਮੱਧ ਪ੍ਰਦੇਸ਼ ਦੀ ਇੱਕ ਕਹਾਵਤ ਹੁੰਦੀ ਸੀ, ਪਹਿਲੀ ਪੂਰੀ ਡਾਕੂ ਦੀ, ਦੂਜੀ ਪੂਰੀ ਪੁਲਿਸ ਦੀ, ਤੀਜੀ ਬਚੇ ਤਾਂ ਆਪ ਖਾਣੀ। ਅੱਜ ਇਸ ਕਹਾਵਤ ਵਰਗੀ ਹਾਲਤ ਸਾਰੇ ਪੰਜਾਬ ਦੀ ਹੈ, ਜਿੱਥੇ ਲੋਕਾਂ ਨੇ ਪਹਿਲੀ ਰੋਟੀ ਡਾਂਡਿਆਂ ਲਈ ਪਕਾਣੀ ਹੁੰਦੀ ਹੈ, ਦੂਜੀ ਪੁਲਿਸ ਵਾਸਤੇ, ਫੇਰ ਜੇ ਤੀਜੀ ਬਚੇ ਤਾਂ ਆਪ ਖਾਣੀ ਹੁੰਦੀ ਹੈ। ਇਸੇ ਤਰ੍ਹਾਂ ਇੱਕ ਦਿਨ ਇਹ ਵੀ ਆਖਿਆ ਸੀ ਕਿ ਆਜ਼ਾਦੀ ਮਿਲਿਆ 40 ਵਰ੍ਹਿਆਂ ਤੋਂ ਵੱਧ ਹੋ ਗਏ ਹਨ ਕਿ ਸਰਕਾਰਾਂ ਇੰਨੇ ਵਰ੍ਹਿਆਂ ਵਿੱਚ ਪਛੜੀਆਂ ਜਾਤੀਆਂ ਦੇ ਲੋਕਾਂ ਨੂੰ ਤਾਲੀਮ ਦੇ ਕੇ ਮੇਨ ਸਟਰੀਮ ਵਿੱਚ ਨਹੀਂ ਸੀ ਲਿਆ ਸਕਦੀ। ਹੁਣ ਉਹਨਾਂ ਲਈ ਨੌਕਰੀਆਂ ਰਾਖਵੀਆਂ ਰੱਖ ਕੇ ਕੀ ਉਹਨਾਂ ਦੇ ਮੱਥੇ ਉੱਤੇ ਹਮੇਸ਼ਾ ਲਈ ਲਿਖਣਾ ਚਾਹੁੰਦੇ ਹੋ ਕਿ ਇਹ ਪਛੜੀਆਂ ਜਾਤੀਆਂ ਦੇ ਲੋਕ ਹਨ? ਇਸ ਸਿਲਸਿਲੇ ਵਿੱਚ ਇੱਕ ਗੱਲ ਚੇਤੇ ਆਉਂਦੀ ਹੈ ਕਿ ਪੰਜਾਬ ਦੇ 10 ਵਰ੍ਹਿਆਂ ਦੀ ਸਿਆਹ ਦੌਰ ਨੂੰ ਸਾਹਮਣੇ ਰੱਖ ਕੇ ਜਦੋਂ ਮੈਂ 1980 ਤੋਂ 90 ਤੱਕ ਦੀਆਂ 24 ਕਹਾਣੀਕਾਰਾਂ ਦੀਆਂ ਚੰਗੀਆਂ ਕਹਾਣੀਆਂ ਲੈ ਕੇ ਇੱਕ ਕਿਤਾਬ ਦਾ ਸੰਪਾਦਨ ਕੀਤਾ ਸੀ ਤਾਂ ਕਿਤਾਬ ਦਾ ਨਾਂ ਰੱਖਿਆ ਸੀ ਇੱਕ ਉਦਾਸ ਕਿਤਾਬ। ਤਾਂ ਵਿਕਾਸ ਪਬਲਿਸ਼ਿੰਗ ਹਾਊਸ ਨੇ ਆਪਣੀ ਇਸ ਪ੍ਰਕਾਸ਼ਿਤ ਕੀਤੀ ਕਿਤਾਬ ਦੀ ਰਿਲੀਜ਼ ਜੈਲ ਸਿੰਘ ਜੀ ਦੇ ਹੱਥੋਂ ਕਰਵਾਇਆ ਸੀ। ਉਸ ਵੇਲੇ ਜੈਲ ਸਿੰਘ ਜੀ ਨੇ ਆਪਣੀ ਤਕਰੀਰ ਵਿੱਚ ਮੇਰੇ ਵੱਲ ਦੇਖਦਿਆਂ ਇਹ ਵੀ ਆਖਿਆ ਸੀ, ਵੇਖੋ, ਇਸ ਕੁੜੀ ਨੂੰ ਮੈਂ ਰਾਜ ਸਭਾ ਵਿੱਚ ਆਂਦਾ ਸੀ ਤੇ ਇਹ ਅੱਜ ਤੱਕ ਮੇਰਾ ਸ਼ੁਕਰੀਆ ਕਰਨ ਨਹੀਂ ਆਈ, ਜਦ ਕਿ ਇੰਦਰਾ ਗਾਂਧੀ ਦਾ ਸ਼ੁਕਰੀਆ ਕਰਨ ਚਲੀ ਗਈ ਸੀ। ਮੈਂ ਸੁਣਿਆ ਤੇ ਹੱਸ ਛੱਡਿਆ, ਕੁਝ ਨਹੀਂ ਕਿਹਾ। ਵੇਖਿਆ ਕਿ ਜੈਲ ਸਿੰਘ ਜੀ ਨੂੰ ਸਾਲ ਸੰਮਤ ਚੇਤੇ ਨਹੀਂ ਸਨ ਰਹੇ, ਜਦ ਕਿ ਇਹ ਵਾਕਿਆ ਇੰਦਰਾ ਜੀ ਦੀ ਜ਼ਿੰਦਗੀ ਵੇਲੇ ਦਾ ਨਹੀਂ ਸੀ, ਇੰਦਰਾ ਜੀ ਤੋਂ 2 ਵਰ੍ਹੇ ਬਾਅਦ ਦਾ ਸੀ। ਤੇ ਇਹ ਵੀ ਕਿ ਮੇਰੇ ਨਾਮਜ਼ਦ ਕੀਤੇ ਜਾਣ ਦੀ ਚੋਣ ਰਾਜੀਵ ਗਾਂਧੀ ਨੇ ਕੀਤੀ ਸੀ, ਜੈਲ ਸਿੰਘ ਜੀ ਨੇ ਨਹੀਂ। ਇਹ ਵੀ ਜਾਣਦੀ ਸਾਂ ਕਿ ਜੈਲ ਸਿੰਘ ਜੀ ਮੇਰੀ ਥਾਂ ਕਿਸੇ ਹੋਰ ਨੂੰ ਨਾਮਜ਼ਦ ਕਰਾਉਣਾ ਚਾਹੁੰਦੇ ਸਨ, ਪਰ ਰਾਜੀਵ ਗਾਂਧੀ ਦੀ ਚੋਣ ਉੱਤੇ ਉਹਨਾਂ ਨੂੰ ਦਸਤਖਤ ਕਰਨੇ ਪਏ ਸਨ। ਯਾਤਰਾ ਗੰਗਾ ਜਲ ਤੋਂ ਲੈ ਕੇ ਵੋਡਕਾ ਤੀਕਣ ਇਹ ਸਫ਼ਰਨਾਮਾ ਹੈ ਮੇਰੀ ਪਿਆਸ ਦਾ। ਇਸ ਮਨ ਦੇ ਸਫ਼ਰ ਵਿੱਚ ਕਈ ਦੇਸ਼ਾਂ ਦੇ ਸਫ਼ਰ ਦਾ ਅਹਿਸਾਸ ਵੀ ਸ਼ਾਮਿਲ ਹੈ। ਪਰ ਇਹਨਾਂ ਹੁਸੀਨ ਚੇਤਿਆਂ ਦਾ ਮੁੱਢ ਜਿਸ ਦਿਨ ਬੱਝਾ ਸੀ, ਉਸ ਦਿਨ ਮੇਰੇ ਉਦਾਸ ਦਿਨਾਂ ਦਾ ਇੱਕ ਭਿਆਨਕ ਚੇਤਾ ਹੈ, ਜਿਵੇਂ ਸਵੇਰ ਹੋਣ ਤੋਂ ਪਹਿਲਾਂ ਰਾਤ ਹੋਰ ਕਾਲੀ ਹੋ ਜਾਂਦੀ ਹੈ। ਉਹਨਾਂ ਦਿਨਾਂ ਵਿੱਚ ਰੇਡੀਓ 'ਤੇ ਨੌਕਰੀ ਕਰਦੀ ਸਾਂ। ਇੱਕ ਸ਼ਾਮ ਦਫ਼ਤਰ ਦੇ ਕਮਰੇ ਵਿੱਚ ਬੈਠੀ ਹੋਈ ਸਾਂ ਕਿ ਸਯਾਦ ਜ਼ਹੀਰ ਮਿਲਣ ਆਏ। ਕੁਝ ਦੇਰ ਦੁਚਿੱਤੀ ਦੀ ਹਾਲਤ ਵਿੱਚ ਚੁੱਪ ਰਹੇ, ਫਿਰ ਸੰਕੋਚ ਹੋਏ ਲਫ਼ਜ਼ਾਂ ਵਿੱਚ ਕਹਿਣ ਲੱਗੇ, ਭਾਰਤੀ ਲੇਖਕਾਂ ਦਾ ਇੱਕ ਡੈਲੀਗੇਸ਼ਨ ਸੋਵੀਅਤ ਰੂਸ ਜਾ ਰਿਹਾ ਹੈ। ਮੈਂ ਚਾਹੁੰਦਾ ਹਾਂ ਤੂੰ ਵੀ ਇਸ ਡੈਲੀਗੇਸ਼ਨ ਵਿੱਚ ਹੋਵੇਂ, ਪਰ ਕੱਲ੍ਹ ਦੀ ਮੀਟਿੰਗ ਵਿੱਚ ਕਿਸੇ ਜ਼ਬਾਨ ਦੇ ਕਿਸੇ ਲੇਖਕ ਨੇ ਤੇਰੇ ਨਾਂ 'ਤੇ ਇਤਰਾਜ਼ ਨਹੀਂ ਕੀਤਾ, ਪਰ ਪੰਜਾਬੀ ਲੇਖਕਾਂ ਨੇ ਸਖ਼ਤ ਇਤਰਾਜ਼ ਕੀਤਾ ਹੈ। ਤੇ ਉਹਨਾਂ ਨੇ ਹੋਰ ਵੀ ਸੰਕੋਚੇ ਹੋਏ ਲਫ਼ਜ਼ਾਂ ਵਿੱਚ ਦੱਸਿਆ, ਉਹ ਕਹਿੰਦੇ ਹਨ, ਜੇ ਅਮਰਤਾ ਡੈਲੀਗੇਸ਼ਨ ਵਿੱਚ ਹੋਵੇਗੀ ਤਾਂ ਸਾਡੀਆਂ ਤੀਵੀਆਂ ਸਾਨੂੰ ਡੈਲੀਗੇਸ਼ਨ ਦੇ ਨਾਲ ਨਹੀਂ ਜਾਣ ਦੇਣਗੀਆਂ। ਮੈਂ ਅਜੀਬ ਮੁਸ਼ਕਲ ਵਿੱਚ ਪੈ ਗਿਆ ਹਾਂ। ਉਸ ਦਿਨ ਜਦੋਂ ਸਯਾਦ ਜ਼ਹੀਰ ਨੇ ਆਪਣੀ ਇਹ ਮੁਸ਼ਕਲ ਦੱਸ ਕੇ ਕਿਹਾ ਕਿ ਜੋ ਮੈਂ ਉਹਨਾਂ ਦੀ ਕਮੇਟੀ ਦੇ ਨਾਂ ਇੱਕ ਚਿੱਠੀ ਲਿਖ ਦਿਆਂ ਕਿ ਮੈਂ ਡੈਲੀਗੇਸ਼ਨ ਵਿੱਚ ਜਾਣਾ ਚਾਹੁੰਦੀ ਹਾਂ, ਤਾਂ ਉਹ ਕਮੇਟੀ ਦੀ ਉੱਪਰਲੀ ਮੀਟਿੰਗ ਵਿੱਚ ਇਹ ਚਿੱਠੀ ਰੱਖ ਕੇ ਮੇਰੇ ਜਾਣ ਦਾ ਫੈਸਲਾ ਕਰ ਲੈਣਗੇ। ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ, ਤੁਸਾਂ ਐਵੇਂ ਆਉਣ ਦੀ ਤਕਲੀਫ਼ ਕੀਤੀ, ਤੁਸਾਂ ਇਹ ਕਿਵੇਂ ਸੋਚ ਲਿਆ ਕਿ ਮੈਂ ਕਿਸੇ ਡੈਲੀਗੇਸ਼ਨ ਨਾਲ ਜਾਣਾ ਚਾਹਾਂਗੀ। ਮੈਂ ਮਨ ਵਿੱਚ ਸੋਚਿਆ ਹੋਇਆ ਹੈ ਕਿ ਮੈਂ ਜਦੋਂ ਵੀ ਕਿਸੇ ਦੇਸ਼ ਵਿੱਚ ਜਾਵਾਂਗੀ, ਇਕੱਲੀ ਜਾਵਾਂਗੀ। ਸੋਵੀਅਤ ਰੂਸ ਨੂੰ ਜੇ ਕੋਈ ਲੋੜ ਹੋਵੇ ਤਾਂ ਮੈਨੂੰ ਇਕੱਲੀ ਨੂੰ ਬੁਲਾਵਾ ਭੇਜ ਦੇਣਗੇ, ਤਾਂ ਨਹੀਂ ਤਾਂ ਨਾ ਸਹੀ। 1960 ਵਿੱਚ ਮਾਸਕੋ ਦੀ ਰਾਈਟਰ ਯੂਨੀਅਨ ਵੱਲੋਂ ਮੈਨੂੰ ਇਕੱਲੀ ਨੂੰ ਬੁਲਾਵਾ ਆਇਆ ਤੇ ਅਪ੍ਰੈਲ 1961 ਵਿੱਚ ਮੈਂ ਤਾਸ਼ਕੰਦ, ਤਾਜਿਕਸਤਾਨ, ਮਾਸਕੋ ਤੇ ਅਜ਼ਰਬਾਈਜਾਨ ਗਈ ਸਾਂ। ਫਿਰ 1966 ਵਿੱਚ ਬਲਗਾਰੀਆ ਨੇ ਮੈਨੂੰ ਇਕੱਲੀ ਨੂੰ ਬੁਲਾਵਾ ਦਿੱਤਾ ਸੀ ਤੇ ਮੈਂ ਬਲਗਾਰੀਆ ਤੇ ਮਾਸਕੋ ਗਈ ਸਾਂ। ਇਸੇ ਵਰ੍ਹੇ ਦੇ ਅਖੀਰ ਵਿੱਚ ਜਾਰਜੀਆ ਦੇ ਸ਼ਹਿਰ ਸ਼ੋਤਾ ਰੁਸਤਾਵੈਲੀ ਦਾ 800 ਸਾਲਾ ਜਸ਼ਨ ਸੀ, ਜਿਹਦੇ ਲਈ ਮੈਂ 1966 ਵਿੱਚ ਫਿਰ ਮਾਸਕੋ, ਜਾਰਜੀਆ ਤੇ ਆਰਮੀਨੀਆ ਗਈ ਸਾਂ, ਇਕੱਲੀ। 1967 ਵਿੱਚ ਸਾਡੀ ਸਰਕਾਰ ਨੇ ਸੱਭਿਅਕ ਤਬਾਦਲੇ ਵਿੱਚ ਮੈਨੂੰ ਯੂਗੋਸਲਾਵੀਆ, ਹੰਗਰੀ ਤੇ ਰੋਮਾਨੀਆ ਭੇਜਿਆ ਸੀ, ਹਰ ਮੁਲਕ ਵਿੱਚ 3-3 ਹਫ਼ਤੇ ਲਈ। ਤੇ ਉੱਥੋਂ ਬਲਗਾਰੀਆ ਨੇ ਆਪਣੇ ਖਰਚੇ ਤੇ ਮੈਨੂੰ ਆਪਣੇ ਦੇਸ਼ ਬੁਲਾ ਲਿਆ ਸੀ ਤੇ ਪੱਛਮੀ ਜਰਮਨੀ ਨੇ ਆਪਣੇ ਖਰਚੇ ਤੇ ਆਪਣੇ ਦੇਸ਼। ਵਾਪਸੀ ਤੇ ਤਹਿਰਾਨ ਨੇ ਕੁਝ ਦਿਨਾਂ ਦਾ ਬੁਲਾਵਾ ਦੇ ਦਿੱਤਾ ਸੀ। 1969 ਵਿੱਚ ਨੇਪਾਲ ਵਿੱਚ ਆਪਣੀ ਇੰਡੀਅਨ ਅੰਬੈਸੀ ਦੇ ਸੱਦੇ ਤੇ ਨੇਪਾਲ ਗਈ ਸਾਂ।
1972 ਵਿੱਚ ਯੂਗੋਸਲਾਵੀਆ ਦੀ ਉਚੇਰੀ ਮੰਗ ਤੇ ਸਾਡੀ ਸਰਕਾਰ ਨੇ ਕਲਚਰਲ ਐਕਸਚੇਂਜ ਦੇ ਸਿਲਸਿਲੇ ਵਿੱਚ ਮੈਨੂੰ ਫੇਰ ਤਿੰਨਾਂ ਦੇਸ਼ਾਂ ਵਿੱਚ 3-3 ਹਫ਼ਤੇ ਲਈ ਭੇਜਿਆ, ਯੂਗੋਸਲਾਵੀਆ ਤੇ ਫਰਾਂਸ, ਜਿੱਥੋਂ ਆਪਣੇ ਖਰਚੇ ਤੇ ਮੈਂ ਲੰਡਨ ਤੇ ਇਟਲੀ ਵੀ ਜਾ ਸਕੀ। ਵਾਪਸੀ ਤੇ ਇਜਿਪਟ ਤੇ ਕਾਇਰੋ ਵਿੱਚ 1 ਹਫ਼ਤੇ ਦਾ ਇਨਵੀਟੇਸ਼ਨ ਵੀ ਦਿੱਤਾ, ਸੋ ਵਾਪਸੀ ਤੇ ਉੱਥੇ ਵੀ ਜਾ ਸਕੀ ਸਾਂ। ਉਸ ਤੋਂ ਬਾਅਦ 1973 ਵਿੱਚ ਵਰਲਡ ਪੀਸ ਕਾਂਗਰਸ ਦੇ ਮੌਕੇ ਤੇ ਮਾਸਕੋ ਗਈ ਸਾਂ ਤੇ 1976 ਵਿੱਚ ਮਿਰੀਸ਼ਿਸ਼, 1977 ਵਿੱਚ ਬਲਗਾਰੀਆ, 1980 ਵਿੱਚ ਫੇਰ ਬਲਗਾਰੀਆ, 1983 ਵਿੱਚ ਬਲਗਾਰੀਆ ਤੇ ਫਰਾਂਸ, 85 ਵਿੱਚ ਫਰਾਂਸ ਦੇ ਪ੍ਰਾਈਮ ਮਿਨਿਸਟਰ ਦੇ ਬੁਲਾਵੇ ਤੇ ਫੇਰ ਫਰਾਂਸ, 1985 ਵਿੱਚ ਓਸਲੋ, 1986 ਵਿੱਚ ਯੂਨੈਸਕੋ ਕਾਨਫਰੰਸ ਲਈ ਫੇਰ ਫਰਾਂਸ ਤੇ 1987 ਵਿੱਚ ਹਥਿਆਰਬੰਦੀ ਦੇ ਖਿਲਾਫ ਹੋ ਰਹੀ ਕਾਨਫਰੰਸ ਲਈ ਮਾਸਕੋ। ਬਾਅਦ ਵਿੱਚ ਅਮਰੀਕਾ, ਜਰਮਨੀ ਤੇ ਲੰਡਨ ਤੋਂ ਇਨਵੀਟੇਸ਼ਨ ਆਏ, ਟਿਕਟਾਂ ਵੀ, ਪਰ ਡਿੱਗਦੀ ਸਿਹਤ ਨਾਲ ਹੁਣ ਮੇਰੇ ਕੋਲੋਂ ਸਫ਼ਰ ਨਹੀਂ ਹੋ ਸਕਦਾ। ਯੂਨੈਸਕੋ ਕਾਨਫਰੰਸ ਵਾਲੀ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ, ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਇੱਕ-ਇੱਕ ਡੈਲੀਗੇਟ ਸੀ। ਭਾਰਤ ਵੱਲੋਂ ਮੈਂ ਇਕੱਲੀ ਸਾਂ। ਕਾਨਫਰੰਸ ਦਾ ਮਕਸਦ ਸੀ ਸਾਇੰਸ ਐਂਡ ਰਿਲੀਜਨ ਸ਼ੁੱਡ ਗੋ ਟੂਗੈਦਰ। 2.5 ਦਿਨ ਦੀ ਇਸ ਕਾਨਫਰੰਸ ਦੇ ਇੱਕ ਸੈਸ਼ਨ ਦੀ ਮੈਂ ਸਦਾਰਤ ਵੀ ਕੀਤੀ ਸੀ। ਇੱਕ ਹੋਰ ਸੈਸ਼ਨ ਵਿੱਚ ਮੈਂ ਆਪਣਾ ਪੇਪਰ ਵੀ ਪੜ੍ਹਿਆ ਸੀ ਤੇ ਜਦੋਂ ਆਖਰੀ ਸੈਸ਼ਨ ਵਿੱਚ ਕਾਂਗਰਸ ਦੀ ਕਾਰਵਾਈ ਬਾਰੇ ਉਹਦਾ ਸਾਰ ਤੱਤ ਲਿਖਿਆ ਜਾ ਰਿਹਾ ਸੀ, ਉਸ ਵੇਲੇ ਮੈਂ ਖਲੋ ਕੇ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਮਜ਼ਹਬ ਲਫ਼ਜ਼ ਨੂੰ ਬਦਲ ਕੇ ਧਰਮ ਕਰ ਦਿੱਤਾ ਜਾਏ, ਯਾਨੀ ਰੂਹਾਨੀਅਤ, ਅਤੇ ਇਸ ਕਾਨਫਰੰਸ ਦਾ ਮਕਸਦ ਇਹਨਾਂ ਲਫ਼ਜ਼ਾਂ ਵਿੱਚ ਸਾਹਮਣੇ ਰੱਖਿਆ ਜਾਏ ਕਿ ਸਾਇੰਸ ਐਂਡ ਸਪਿਰਿਚੁਅਲਿਟੀ ਸ਼ੁੱਡ ਗੋ ਟੂਗੈਦਰ ਦਾ ਇਹਦਾ ਤਰਕ ਦਿੱਤਾ ਸੀ ਕਿ ਰੂਹਾਨੀਅਤ ਇੱਕ ਹੁੰਦੀ ਹੈ ਪਰ ਮਜ਼ਹਬ ਕਈ ਹੁੰਦੇ ਹਨ। ਮਜ਼ਹਬ ਅਸਲ ਵਿੱਚ ਰੂਹਾਨੀਅਤ ਦੀ ਸੰਸਥਾਈ ਸੂਰਤ ਹੁੰਦੇ ਹਨ। ਰਿਲੀਜਨ ਇਜ਼ ਦਾ ਇੰਟੈਲੈਕਚੁਅਲਾਈਜੇਸ਼ਨ ਆਫ ਸਪਿਰਿਚੁਅਲਿਟੀ। ਇਸ ਲਈ ਮਜ਼ਹਬ ਲਫ਼ਜ਼ ਤੋਂ ਪ੍ਰਸ਼ਨ ਉੱਠਦੇ ਹਨ, ਕਿਹੜਾ ਮਜ਼ਹਬ? ਪਰ ਰੂਹਾਨੀਅਤ ਲਫ਼ਜ਼ ਹਰ ਪ੍ਰਸ਼ਨ ਤੋਂ ਮੁਕਤ ਹੈ। ਉਸ ਵੇਲੇ ਮੈਨੂੰ ਇੱਕ ਡੂੰਘੀ ਤਸਕੀਨ ਦਾ ਅਹਿਸਾਸ ਹੋਇਆ ਕਿ ਮੇਰੇ ਇਹ ਕਹਿਣ ਤੋਂ ਬਾਅਦ ਅਰਬ ਦੇਸ਼ ਦਾ ਇੱਕ ਡੈਲੀਗੇਟ ਉੱਠਿਆ ਸੀ ਮੇਰੀ ਗੱਲ ਦੀ ਤਾਈਦ ਕਰਨ ਲਈ। ਉਹਦੇ ਲਫ਼ਜ਼ ਸਨ, ਅਸੀਂ ਲੋਕ ਦੁਨੀਆ ਵਿੱਚ ਸਭ ਤੋਂ ਵੱਡੇ ਮਜ਼ਹਬ ਪ੍ਰਸਤ ਮੰਨੇ ਜਾਂਦੇ ਹਾਂ। ਇਸ ਲਈ ਮੈਂ ਆਖ ਰਿਹਾ ਹਾਂ ਕਿ ਮੈਡਮ ਠੀਕ ਕਹਿੰਦੀ ਹੈ, ਹਰ ਮਜ਼ਹਬ ਆਪਸ ਵਿੱਚ ਟਕਰਾਂਦਾ ਹੈ। ਇਹਦੇ ਨਾਂ ਤੋਂ ਕਈ ਖੂਨ ਹੁੰਦੇ ਹਨ, ਇਸ ਲਈ ਰੂਹਾਨੀਅਤ ਲਫ਼ਜ਼ ਠੀਕ ਰਹੇਗਾ। ਤੇ ਕਾਨਫਰੰਸ ਦੀ ਅਗਵਾਈ ਕਰਨ ਵਾਲਿਆਂ ਨੇ ਮੇਰੀ ਗੁਜ਼ਾਰਿਸ਼ ਮੰਨ ਕੇ ਆਖਰੀ ਪੇਪਰ ਲਿਖਿਆ ਸੀ, ਸਾਇੰਸ ਐਂਡ ਸਪਿਰਿਚੁਅਲਿਟੀ ਸ਼ੁੱਡ ਗੋ ਟੂਗੈਦਰ। ਕਈ ਮਹੀਨੇ ਕੁ ਬਾਅਦ ਕਾਨਫਰੰਸ ਵਾਲਿਆਂ ਨੇ ਮੈਨੂੰ ਲਿਖਤੀ ਚਿੱਠੀ ਆਈ ਮੇਰੇ ਸੁਝਾਅ ਦਾ ਸ਼ੁਕਰੀਆ ਕਰਨ ਲਈ, ਮੁੱਲਾਂ ਦੀ ਮਸੀਤ ਤੋਂ ਲੈ ਕੇ ਪੈਰਿਸ ਤੱਕ। ਮੇਰੀ ਜਗਿਆਸਾ ਮੇਰਾ ਹੱਥ ਫੜ ਕੇ ਆਪ ਅੱਗੇ-ਅੱਗੇ ਤੁਰਦੀ ਮੈਨੂੰ ਕਿੱਥੇ-ਕਿੱਥੇ ਲੈ ਜਾਂਦੀ ਹੈ, ਇਹ ਇੱਕ ਲੰਬਾ ਸਿਲਸਿਲਾ ਹੈ। ਪਰ ਗੱਲ ਇਮਰੋਜ਼ ਦੀ ਕਰਨ ਲੱਗੀ ਹਾਂ, ਜੋ ਹੱਸਦਾ-ਹੱਸਦਾ ਮੇਰੇ ਨਾਲ ਤੁਰ ਪੈਂਦਾ ਹੈ। ਪਹਿਲੋਂ ਇੱਕ ਅੱਲਾ ਵਾਲੇ ਦੀ ਗੱਲ ਸੁਣਾ ਲਵਾਂ। ਕਹਿੰਦੇ ਹਨ, ਇੱਕ ਦਰਵੇਸ਼ ਹੁੰਦਾ ਸੀ, ਪਿੰਡੋਂ ਬਾਹਰ ਕਿਸੇ ਰੁੱਖ ਦੀ ਛਾਵੇਂ ਬੈਠਾ ਰਹਿੰਦਾ। ਲੰਘਦੇ-ਪਾਂਦੇ ਲੋਕ ਉਹਨੂੰ ਕੀਰਨੀ ਵਾਲਾ ਆਖਦੇ ਤੇ ਕੁਝ ਅੰਨ-ਦਾਣਾ ਅਰਪ ਕਰਦੇ। ਫਿਰ ਇੱਕ ਵਾਰੀ ਪਿੰਡ ਵਿੱਚ ਹਾਏ ਤੋਬਾ ਹੋਣ ਲੱਗੀ। ਕਿਸੇ ਕੰਜ ਕੁਆਰੀ ਦੇ ਘਰ ਬਾਲ ਜੰਮ ਪਿਆ ਸੀ। ਘਰਦਿਆਂ ਨੇ ਕੁੜੀ ਦੇ ਸੰਗ ਅੰਗੂਠਾ ਦੇ ਦਿੱਤਾ ਕਿ ਬੋਲ ਇਹ ਬੱਚਾ ਕਿਹੜੇ ਨਾਂ ਮੁਰਾਦ ਦਾ ਈ। ਡਰਦੀ ਕੰਬਦੀ ਕੁੜੀ ਨੇ ਉਸ ਦਰਵੇਸ਼ ਦਾ ਨਾਂ ਲੈ ਦਿੱਤਾ ਤਾਂ ਉਹਦੇ ਪਿਓ ਭਰਾ ਬਾਲ ਨੂੰ ਚੁੱਕ ਕੇ ਪਿੰਡੋਂ ਬਾਹਰ ਬੈਠੇ ਦਰਵੇਸ਼ ਕੋਲ ਆਏ ਤੇ ਗਾਲਾਂ ਕੱਢਦਿਆਂ ਨੇ ਉਹ ਬੱਚਾ ਦਰਵੇਸ਼ ਦੀ ਝੋਲੀ ਵਗਾਹ ਮਾਰਿਆ। ਆਖਣ ਲੱਗੇ, ਇਹ ਤੇਰਾ ਏ, ਆਪਣਾ ਕੁਝ ਲੱਗਦਾ ਆਪੇ ਸਾਂਭ। ਉਸ ਅੱਲਾ ਵਾਲੇ ਨੇ ਸਿਰਫ ਇੰਨਾ ਹੀ ਆਖਿਆ, ਅੱਛਾ ਮੇਰਾ ਏ, ਤੇ ਬੱਚੇ ਨੂੰ ਝੋਲੀ 'ਚ ਸਾਂਭ ਲਿਆ। ਹੁਣ ਲੰਘਦੇ-ਪਾਂਦੇ ਲੋਕ ਵੀ ਫਿਟਕਾਰਾਂ ਪਾਣ ਲੱਗ ਪਏ ਸਨ। ਜੋ ਦਰਵੇਸ਼ ਕੋਲ ਨਾ ਅੰਨ ਹੁੰਦਾ ਸੀ, ਨਾ ਅੰਨ-ਦਾਣਾ ਹੁੰਦਾ ਸੀ, ਨਾ ਝੋਲੀ ਦੀ ਚੁੱਲੀ। ਬੱਚਾ ਭੁੱਖ ਨਾਲ ਰੋਣ ਲੱਗਾ ਤਾਂ ਦਰਵੇਸ਼ ਨੇ ਬੱਚੇ ਨੂੰ ਚੁੱਕ ਕੇ ਪਿੰਡ ਦਾ ਹਰ ਬੂਹਾ ਖੜਕਾਇਆ ਬੱਚੇ ਦੇ ਦੁੱਧ ਵਾਸਤੇ। ਪਰ ਲੋਕ ਉਹਨੂੰ ਵੇਖਦੇ ਤੇ ਘਰਾਂ ਦੇ ਬੂਹੇ ਭੀੜ ਲੈਂਦੇ। ਇੰਝ ਬੂਹਾ ਖੜਕਾਉਂਦਿਆਂ ਉਹ ਬੂਹਾ ਵੀ ਖੜਕਾਇਆ ਜਿਸ ਘਰ ਦੇ ਬੱਚੇ ਦੀ ਕੰਜ ਕੁਆਰੀ ਮਾਂ ਡੱਕੀ ਹੋਈ ਸੀ। ਬੱਚੇ ਦੇ ਰੋਣ ਘਰਾਂ ਦੀਆਂ ਕੰਧਾਂ ਨੂੰ ਵੀ ਲੰਘਦਾ ਪਿਆ ਸੀ। ਬੱਚੇ ਦਾ ਰੋਣ ਘਰਾਂ ਦੀਆਂ ਕੰਧਾਂ ਨੂੰ ਵੀ ਲੰਘਦਾ ਪਿਆ ਸੀ। ਮਾਂ ਨੇ ਸੁਣਿਆ ਤਾਂ ਬੂਹਾ ਭੰਨ ਕੇ ਬਾਹਰ ਆ ਖਲੋਤੀ ਤੇ ਦਰਵੇਸ਼ ਕੋਲੋਂ ਬੱਚਾ ਲੈ ਕੇ ਉਹਨੂੰ ਦੁੱਧ ਚੁੰਘਾਉਣ ਲੱਗ ਪਈ। ਨਾਲ ਹੀ ਦਰਵੇਸ਼ ਦੇ ਪੈਰਾਂ ਉੱਤੇ ਡਿੱਗ ਪਈ, ਸਾਈਂ ਮੈਨੂੰ ਮਾਫ਼ ਕਰ ਦੇ, ਮੈਂ ਤੇਰਾ ਝੂਠਾ ਨਾਂ ਲਾਇਆ ਸੀ। ਘਰਦਿਆਂ ਨੇ ਵੀ ਵੇਖਿਆ ਦਰਵੇਸ਼ ਕੋਲੋਂ ਸ਼ਰਮਿੰਦੇ ਹੋਏ। ਆਖਣ ਲੱਗੇ, ਨਹੀਂ ਸਾਈਂ, ਇਹ ਤੇਰਾ ਨਹੀਂ। ਤੇ ਅੱਲਾ ਵਾਲੇ ਨੇ ਸਿਰਫ ਇੰਨਾ ਆਖਿਆ, ਅੱਛਾ ਮੇਰਾ ਨਹੀਂ, ਤੇ ਅੱਗੇ ਤੁਰ ਪਿਆ। ਪਤਾ ਨਹੀਂ ਇਮਰੋਜ਼ ਨੇ ਉਹ ਅੱਲਾ ਵਾਲਿਆਂ ਦੀ ਚਿਣਗ ਕਿੱਥੋਂ ਪਾਈ ਹੈ। ਮੈਂ ਜਦੋਂ ਕਿਹਾ ਮੈਂ ਕਾਨੂੰਨ ਮੁਕਤ ਨਹੀਂ ਹਾਂ ਤਾਂ ਉਹਨੇ ਕਿਹਾ ਅੱਛਾ, ਤੇ ਮੈਂ ਜਦੋਂ ਕਿਹਾ ਮੈਂ ਕਾਨੂੰਨ ਮੁਕਤ ਹਾਂ ਤਾਂ ਉਹਨੇ ਕਿਹਾ ਅੱਛਾ।
ਮੇਰੀ ਤਲਬ ਨੇ ਜਦੋਂ ਕਦੇ ਉਹਨੂੰ ਆਖਿਆ ਕਿ ਇਹ ਮਸੀਤ ਵਿੱਚ ਇੱਕ ਮੁੱਲਾਂ ਦੀ ਅਜ਼ਮਤ ਸੁਣੀ ਹੈ, ਮੈਂ ਉੱਥੇ ਜਾਣਾ ਹੈ, ਤਾਂ ਅਮਰੋਜ਼ ਨੇ ਕਿਹਾ ਚੱਲ। ਤੇ ਉਹਨੇ ਮੇਰੇ ਵੱਲ ਜਾ ਕੇ ਬੜੀਆਂ ਭੀੜੀਆਂ ਗਲੀਆਂ ਵਿੱਚ ਮੈਨੂੰ ਉਹ ਮਸੀਤ ਲੱਭ ਕੇ ਦਿੱਤੀ ਤੇ ਚਿੱਕੜ ਵਾਲੇ ਰਾਹਾਂ ਤੋਂ ਲੰਘ ਕੇ ਉਹਦਾ ਘਰ ਲੱਭ ਦਿੱਤਾ। ਤੇ ਜਦੋਂ ਕਦੇ ਮੈਂ ਕਿਸੇ ਇਲਮ ਵਾਲੇ ਮੁੱਲਾ ਜਾਂ ਜੋਗੀ ਨੂੰ ਘਰ ਬੁਲਾ ਕੇ ਕੋਈ ਮਜ਼ਮੂਨ ਲਿਖਣ ਲੱਗਦੀ ਹਾਂ ਤਾਂ ਇਮਰੋਜ਼ ਉਹਨਾਂ ਦੀ ਖਾਤਰਦਾਰੀ ਕਰ ਦਿੰਦਾ ਹੈ, ਪਰ ਉਹਨਾਂ ਲੋਕਾਂ ਦੇ ਮਰਾਤਬੇ ਤੋਂ ਬੇਨਿਆਜ਼ ਹੋ ਕੇ। ਇੱਕ ਵਾਰ ਸ਼ਹਿਰ ਵਿੱਚ ਜੋਤਸ਼ੀਆਂ ਦੀ ਕਾਨਫਰੰਸ ਸੀ। ਸਬੱਬ ਨਾਲ ਇੱਕ ਦੋ ਨੂੰ ਮੇਰੇ ਜਨਮ ਦਿਨ ਦਾ ਚੇਤਾ ਸੀ, ਇਸ ਲਈ 5-6 ਜੋਤਸ਼ੀ ਰਲ ਕੇ ਮੇਰੇ ਘਰ ਆ ਗਏ। ਚਾਹ ਪੀਤੀ, ਦੁਪਹਿਰ ਹੋ ਗਈ ਤਾਂ ਰੋਟੀ ਖਾਧੀ ਤੇ ਉਹ ਸਾਰਾ ਵੇਲਾ ਸਿਆਸਤ ਦੀਆਂ ਚਾਲਾਂ ਨੂੰ ਸਿਤਾਰਿਆਂ ਦੀ ਚਾਲ ਜੋੜ ਕੇ ਬਹਿਸ ਕਰਦੇ ਰਹੇ। ਜਦੋਂ ਲੋਢਾ ਵੇਲਾ ਹੋ ਗਿਆ, ਇਮਰੋਜ਼ ਨੇ ਫੇਰ ਚਾਹ ਬਣਾਈ ਤਾਂ ਸਾਰੇ ਬਹਿਸ ਵਿੱਚ ਸਨ ਕਿ ਸ਼ਨੀ ਮੰਗਲ ਦੇ ਘਰ ਬੈਠਾ ਹੋਇਆ ਹੈ, ਫਲਾਣੇ ਗ੍ਰਹਿ ਬ੍ਰਹਸਪਤੀ ਤੋਂ ਛੱਟੇ ਚਲੇ ਗਏ ਹਨ, ਉੱਤੋਂ ਅਸ਼ਟਮ ਦ੍ਰਿਸ਼ਟੀ ਨਾਲ ਮੰਗਲ ਵੇਖ ਰਿਹਾ ਹੈ। ਇਮਰੋਜ਼ ਉਹਨਾਂ ਨੂੰ ਚਾਹ ਤੇ ਮਿਠਾਈਆਂ ਦਿੰਦਾ ਆਖਣ ਲੱਗਾ, ਉਹ ਸਾਰੇ ਆਪਣੇ ਆਪਣੇ ਘਰ ਕਿਉਂ ਨਹੀਂ ਬਹਿੰਦੇ? ਬਗਾਨੇ ਘਰਾਂ ਵਿੱਚ ਕਾਹਦੇ ਲਈ ਜਾਂਦੇ ਨੇ? ਤੇ ਜਾਂਦੇ ਹਨ ਤਾਂ ਦੂਜੇ ਘਰਾਂ ਨੂੰ ਕਿਉਂ ਵੇਖਦੇ ਰਹਿੰਦੇ ਹਨ? ਮੈਨੂੰ ਮੇਰੇ ਮਨ ਨੇ ਡਾਢੀ ਔਖ ਪਾ ਦਿੱਤੀ ਸੀ। ਜਦੋਂ ਮੈਂ ਰਾਜ ਸਭਾ ਵਿੱਚ ਸਾਂ ਤਾਂ ਪ੍ਰੈਜ਼ੀਡੈਂਟ ਦੇ ਜਾਂ ਪ੍ਰਾਈਮ ਮਿਨਿਸਟਰ ਦੇ ਡਿਨਰ ਵੇਲੇ ਇਮਰੋਜ਼ ਦਾ ਬਾਹਰ 2 ਘੰਟੇ ਗੱਡੀ ਵਿੱਚ ਬਹਿਣਾ ਮੈਨੂੰ ਬੜਾ ਨਾਗਵਾਰ ਗੁਜ਼ਰਦਾ ਸੀ। ਪਰ ਉਹ ਉਸੇ ਤਰ੍ਹਾਂ ਹੱਸ ਕੇ ਆਖਦਾ, ਤੂੰ ਮੇਰੀ ਰੋਟੀ ਗੱਡੀ ਦੇ ਵਿੱਚ ਰੱਖ ਦੇ, ਮੈਂ ਆਰਾਮ ਨਾਲ ਬਾਹਰ ਰੋਟੀ ਖਾਵਾਂਗਾ ਤੇ ਰਜਨੀਸ਼ ਪੜ੍ਹਾਂਗਾ। ਇੱਕ ਵਾਰੀ ਪਾਕਿਸਤਾਨ ਤੋਂ ਇਮਰੋਜ਼ ਦੇ ਕਿਸੇ ਬਹੁਤ ਪੁਰਾਣੇ ਦੋਸਤ ਦਾ ਖਤ ਆਇਆ, ਮੋਹ ਵਿੱਚ ਭਿੱਜਿਆ ਹੋਇਆ। ਇਮਰੋਜ਼ ਨੇ ਜਵਾਬ ਲਿਖਿਆ ਤਾਂ ਇਹ ਵੀ ਲਿਖਿਆ ਕਿ ਆਪਣੇ ਦੁਆਲੇ ਦੇ ਚੰਗੇ ਬੰਦਿਆਂ ਨੂੰ ਮੇਰਾ ਸਲਾਮ ਆਖੀਂ। ਕੁਝ ਦਿਨਾਂ ਪਿੱਛੋਂ ਉਹਦਾ ਮੋੜਵਾਂ ਖਤ ਆਇਆ ਕਿ ਮਿੱਤਰਾ, ਤੇਰਾ ਖਤ ਪੜ੍ਹ ਕੇ ਮੈਂ ਅੱਜ ਸਾਰਾ ਸ਼ਹਿਰ ਘੁੰਮਦਾ ਰਿਹਾ, ਪਰ ਮੈਨੂੰ ਇੱਕ ਵੀ ਉਹ ਬੰਦਾ ਨਹੀਂ ਮਿਲਿਆ ਜਿਹਨੂੰ ਮੈਂ ਤੇਰਾ ਸਲਾਮ ਆਖਦਾ ਤੇ ਇਹ ਅਮਰੋਜ਼ ਹੈ, ਜਿਹਨੂੰ ਮੈਂ ਜਦੋਂ ਆਖਦਾ ਹਾਂ ਅੱਜ ਫੇਰ ਤਾਰੀਖ ਹੈ, ਅਦਾਲਤ ਜਾਣਾ ਪਵੇਗਾ, ਸਾਰਾ ਦਿਨ ਉੱਥੇ ਬਹਿਣਾ ਹੋਵੇਗਾ, ਤਾਂ ਇਮਰੋਜ਼ ਆਖਦਾ, ਗੱਡੀ ਵਿੱਚ ਰੋਟੀ ਤੇ ਚਾਹ ਰੱਖ ਲੈਂਦੇ ਹਾਂ, ਜਦੋਂ ਅਦਾਲਤ ਦਾ ਲੰਚ ਟਾਈਮ ਹੋਵੇਗਾ ਅਸੀਂ ਬਾਹਰ ਖੁੱਲ੍ਹੀ ਥਾਵੇਂ ਕਿਸੇ ਦਰੱਖਤ ਹੇਠਾਂ ਬਹਿ ਕੇ ਪਿਕਨਿਕ ਕਰਾਂਗੇ। ਇੱਕ ਵਾਰੀ ਮੈਂ ਸਰਕਾਰੀ ਟਿਕਟ ਉੱਤੇ 3 ਮੁਲਕਾਂ ਵਿੱਚ ਜਾਣਾ ਸੀ। ਆਖਰੀ ਦਿਨ ਪੈਰਿਸ ਵਿੱਚ ਹੋਣੇ ਸਨ ਤੇ ਮੇਰਾ ਜੀਅ ਕਰਦਾ ਸੀ ਕਿ ਉੱਥੇ ਇਮਰੋਜ਼ ਵੀ ਮੇਰੇ ਨਾਲ ਹੋਵੇ। ਇਹ ਤਾਂ ਮੈਂ ਉਹਨੂੰ ਮਨਾ ਲਿਆ ਕਿ ਫਲਾਣੀ ਤਾਰੀਖ ਉਹ ਟਿਕਟ ਲੈ ਕੇ ਪੈਰਿਸ ਆ ਜਾਏ, ਪਰ ਉਹਨੂੰ ਯੂਰਪ ਵੇਖਣ ਦਾ ਕੋਈ ਉਚੇਚ ਨਹੀਂ ਸੀ। ਖੈਰ ਉਹ ਪੈਰਿਸ ਆ ਗਿਆ। ਮੇਰੇ ਦਿਨ ਚੰਗੇ ਹੋ ਗਏ। ਉੱਥੇ ਪਤਾ ਲੱਗਾ ਕਿ ਕੋਈ ਉਹ ਫਿਲਮ ਲੱਗੀ ਹੋਈ ਹੈ ਜਿਹਦੇ ਕਿਸੇ ਕਿਰਦਾਰ ਨੇ ਕੱਪੜਾ ਅੰਗ ਨਹੀਂ ਛੁਹਾਇਆ। ਇਹ ਇੱਕ ਨਵਾਂ ਜਿਹਾ ਤਜਰਬਾ ਸੀ। ਅਸੀਂ ਫਿਲਮ ਵੇਖਣ ਚਲੇ ਗਏ। ਕੁਝ ਚਿਰ ਪਿੱਛੋਂ ਮੈਂ ਵੇਖਿਆ ਇਮਰੋਜ਼ ਸੁੱਤਾ ਪਿਆ ਸੀ। ਮੈਂ ਹੱਸ ਕੇ ਉਹਨੂੰ ਜਗਾਇਆ ਤਾਂ ਆਖਣ ਲੱਗਾ, ਫਿਲਮ ਮੈਨੂੰ ਇੰਟਰਸਟ ਨਹੀਂ ਕਰ ਰਹੀ ਸੀ, ਚੱਲ ਹੋਟਲ 'ਚ ਜਾ ਕੇ ਆਰਾਮ ਨਾਲ ਸੌਂਦੇ ਹਾਂ। ਆਪੇ ਪੌਣ ਤੇ ਆਪੇ ਅੰਬਰ। ਇਮਰੋਜ਼ ਇੱਕ ਦੂਧੀਆ ਬੱਦਲ ਹੈ ਜਿਹਦੇ ਵਿਚਰਨ ਲਈ ਸਾਰਾ ਅੰਬਰ ਵੀ ਆਪ ਹੈ ਤੇ ਉਹ ਪੌਣ ਵੀ ਆਪ ਹੈ ਜੋ ਉਸ ਬੱਦਲ ਨੂੰ ਦਿਸ਼ਾ ਮੁਕਤ ਕਰਦੀ ਹੈ। ਇਮਰੋਜ਼ ਨੂੰ ਇਹ ਫਿਕਰ ਨਹੀਂ ਕਿ ਇਹ ਦਿਸ਼ਾ ਕਿਸੇ ਮੁੱਲਾਂ ਦੀ ਮਸੀਤ ਵੱਲ ਜਾਂਦੀ ਹੈ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਵੱਲ ਜਾਂ ਅਦਾਲਤ ਦੇ ਰਾਹ ਵੱਲ ਜਾਂ ਪੈਰਿਸ ਦੀਆਂ ਗਲੀਆਂ ਵੱਲ। ਉਹ ਇੱਕ ਦੂਧੀਆ ਬੱਦਲ ਹੈ ਜੋ ਆਪਣੀ ਸ਼ਕਤੀ ਕਣਾਂ ਨਾਲ ਸੰਘਣਾ ਹੋ ਕੇ ਸਾਰੇ ਅੰਬਰ ਵਿੱਚ ਵਿਚਰਦਾ ਹੈ। ਅਵਤਾਰ ਮੇਰੀ ਇੱਕੋ ਦੋਸਤ ਹੈ। ਜਦੋਂ ਪਹਿਲੀ ਵਾਰ ਰਸੀਦੀ ਟਿਕਟ ਛਪੀ ਤਾਂ ਉਹਨੂੰ ਭੇਜਦਿਆਂ ਉਹਨੂੰ ਲਿਖਿਆ ਸੀ, ਤੈਨੂੰ ਤਾਂ ਸਭ ਪਤਾ ਹੈ, ਪਰ ਵੇਖ ਅੱਜ ਦੁਨੀਆ ਨੂੰ ਵੀ ਆਪਣੇ ਜ਼ਖਮ ਵਿਖਾ ਦਿੱਤੇ। ਇਸ ਇੱਕ ਸਤਰ ਵਿੱਚ ਉਮਰ ਦੇ ਲੰਮੇ ਵਰ੍ਹੇ ਬੋਲਦੇ ਹਨ। ਉਹਦੀ ਚੜ੍ਹਦੀ ਜਵਾਨੀ ਦੇ ਦਿਨ ਸਨ ਜਦੋਂ ਮਿਲੀ ਸੀ ਤੇ ਅੱਜ ਤੱਕ ਵਿਛੜੀ ਨਹੀਂ। ਕਿਰਮਜ਼ੀ ਲਕੀਰਾਂ ਵਿੱਚ ਇੱਕ ਪਲ ਦਾ ਕਰਜ਼ਾ ਲਿਖਦਿਆਂ ਮੈਂ ਲਿਖਿਆ ਸੀ, ਜਿਨ੍ਹਾਂ ਦਿਨਾਂ ਵਿੱਚ ਨਜ਼ਮ ਲਿਖੀ ਸੀ, ਦੁੱਖਾਂ ਦਾ ਸਾਇਆ ਭਾਰਾ ਸੁਣੀਦਾ। ਇਹ ਸੰਜੋਗ ਬਲੀ ਮੈਂ ਤਾਂ ਜਨਮ ਚਲੀ ਤਾਂ ਦੁਨੀਆ ਦੇ ਸਾਰੇ ਮੂੰਹ ਮੇਰੇ ਲਈ ਅਜਨਬੀ ਹੋ ਗਏ ਸਨ। ਉਹਨਾਂ ਦਿਨਾਂ ਵਿੱਚ ਅਵਤਾਰ ਦਾ ਫੋਨ ਆਇਆ, ਤੈਨੂੰ ਮਿਲਣ ਲਈ ਆ ਸਕਦੀ ਹਾਂ? ਤਾਂ ਮੇਰਾ ਜਵਾਬ ਸੀ, ਨਹੀਂ। ਇੱਕ ਚੁੱਪ ਛਾ ਗਈ ਸੀ। ਇਹੋ ਚੁੱਪ ਮੈਂ ਚਾਹੁੰਦੀ ਸਾਂ ਜਿਹਦੇ ਵਿੱਚ ਕੋਈ ਆਵਾਜ਼ ਸੁਣਾਈ ਨਾ ਦੇਵੇ। ਅੱਧਾ ਘੰਟਾ ਲੰਘਿਆ ਸੀ ਕਿ ਘਰ ਦਾ ਪਿਛਲਾ ਬੂਹਾ ਖੜਕਿਆ। ਉਦੋਂ ਪਟੇਲ ਨਗਰ ਵਾਲੇ ਘਰ ਦਾ ਇੱਕ ਪਿਛਲਾ ਬੂਹਾ ਹੁੰਦਾ ਸੀ ਜੋ ਸਰਵਿਸ ਲੇਨ ਵਿੱਚ ਖੁੱਲ੍ਹਦਾ ਸੀ ਤੇ ਉੱਧਰੋਂ ਦੀ ਸਿਰਫ ਸਫਾਈ ਕਰਨ ਵਾਲਾ ਕੋਈ ਆਉਂਦਾ ਸੀ ਜਾਂ ਕੋਈ ਸਬਜ਼ੀ ਵੇਚਣ ਵਾਲਾ। ਮੈਂ ਬੂਹਾ ਖੋਲ੍ਹਿਆ ਤਾਂ ਅੱਗੇ ਅਵਤਾਰ ਖਲੋਤੀ ਸੀ ਜੋ ਹੱਸ ਕੇ ਅੰਦਰ ਲੰਘ ਆਈ ਤੇ ਕਹਿਣ ਲੱਗੀ, ਮੈਂ ਤੇਰਾ ਆਖਾ ਨਹੀਂ ਮੋੜਿਆ, ਤੂੰ ਘਰ ਦਾ ਅਗਲਾ ਬੂਹਾ ਮੇਰੇ ਲਈ ਬੰਦ ਕੀਤਾ ਸੀ, ਮੈਂ ਉਹ ਨਹੀਂ ਖੜਕਾਇਆ। ਇਹ ਅਵਤਾਰ ਹੈ ਜੋ ਕਿਸੇ ਦੇ ਦਿਲ ਵਿੱਚ ਕਿਸੇ ਵੀ ਬੂਹੇ ਥਾਣੀ ਲੰਘ ਸਕਦੀ ਹੈ। ਸਾਹਿਲ ਜਦੋਂ ਬਿਮਾਰ ਸੀ, ਹਾਰਟ ਅਟੈਕ ਹੋਇਆ ਸੀ, ਉਹ ਹਸਪਤਾਲ ਵਿੱਚ ਸੀ ਬੰਬਈ, ਤਾਂ ਅਵਤਾਰ ਉੱਥੇ ਹਸਪਤਾਲ ਚਲੀ ਗਈ ਸੀ।
ਜਾ ਕੇ ਉਹਦੀ ਛਾਤੀ 'ਤੇ ਸਿਰ ਰੱਖ ਕੇ ਰੋ ਪਈ ਸੀ। ਮੇਰੇ ਕੋਲ ਆਈ ਤਾਂ ਕਹਿਣ ਲੱਗੀ, ਗਈ ਸਾਂ। ਉਹਦੀ ਛਾਤੀ 'ਤੇ ਸਿਰ ਰੱਖਿਆ ਤਾਂ ਜਾਪਿਆ, ਇਹ ਮੈਂ ਨਹੀਂ ਤੂੰ ਏ। ਮੈਂ ਤੇਰੀ ਥਾਵੇਂ ਗਈ ਸਾਂ ਤੂੰ ਹੋ ਕੇ। ਉਹ ਜਦੋਂ ਬੰਬਈ ਤੋਂ ਕਨੇਡਾ ਚਲੀ ਗਈ ਆਪਣੇ ਡਾਕਟਰ ਪਤੀ ਨਾਲ ਤਾਂ ਚਿਰਾਂ ਪਿੱਛੋਂ ਪਰਤੀ। ਘਰ ਆਈ ਤਾਂ ਮੈਂ ਤੇ ਬੱਚੇ ਮੇਜ਼ 'ਤੇ ਰੋਟੀ ਖਾ ਰਹੇ ਸਾਂ। ਇਮਰੋਜ਼ ਬੰਬਈ ਗਿਆ ਹੋਇਆ ਸੀ। ਆਉਂਦਿਆਂ ਹੀ ਬੱਚਿਆਂ ਨੂੰ ਪਿਆਰ ਕਰਕੇ ਬੋਲੀ, ਨੀ ਅੰਦਰ ਆ ਕੱਲੀ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਮੈਂ ਉਹਨੂੰ ਬੈਠਕ ਵਿੱਚ ਲੈ ਆਈ, ਕਿਹਾ ਦੱਸ। ਕਹਿਣ ਲੱਗੀ, ਨੀ ਤੂੰ ਹੁਣ ਇੰਦਰਜੀਤ ਨੂੰ ਵੀ ਛੱਡ ਦਿੱਤਾ। ਉਦੋਂ ਅਮਰੋਜ਼ ਨੂੰ ਇੰਦਰਜੀਤ ਆਖਿਆ ਗਿਆ ਸੀ। ਕਈ ਵਰ੍ਹੇ ਪਹਿਲਾਂ ਜਦੋਂ ਅਵਤਾਰ ਇੱਥੇ ਹੁੰਦੀ ਸੀ, ਬਾਅਦ ਵਿੱਚ ਇੰਦਰਜੀਤ ਨੇ ਆਪਣਾ ਨਾਂ ਇਮਰੋਜ਼ ਵਟਾ ਲਿਆ ਸੀ, ਜਿਹਦਾ ਅਰਥ ਉਹਨੂੰ ਬੜਾ ਪਸੰਦ ਸੀ। ਇਮਰੋਜ਼ ਲਫ਼ਜ਼ ਫ਼ਾਰਸੀ ਦਾ ਹੈ, ਜਿਹਦਾ ਅਰਥ ਹੁੰਦਾ ਹੈ ਅੱਜ, ਬੀਤੇ ਹੋਏ ਕੱਲ੍ਹ ਤੇ ਆਉਣ ਵਾਲੇ ਕੱਲ੍ਹ ਤੋਂ ਮੁਕਤ। ਪਰ ਇਹ ਗੱਲ ਅਵਤਾਰ ਨੂੰ ਨਹੀਂ ਸੀ ਪਤਾ। ਮੈਂ ਉਹਦੀ ਪਰੇਸ਼ਾਨੀ ਤਾਂ ਸਮਝ ਲਈ, ਪਰ ਹੱਸ ਪਈ। ਆਖਿਆ ਨਹੀਂ। ਉਹ ਕਹਿਣ ਲੱਗੀ, ਮੈਂ ਤਾਂ ਅੰਮ੍ਰਿਤਸਰੋਂ ਸੁਣ ਕੇ ਆਈ ਹਾਂ ਕਿ ਹੁਣ ਤੂੰ ਇੰਦਰਜੀਤ ਨੂੰ ਵੀ ਛੱਡ ਦਿੱਤਾ ਏ, ਹੁਣ ਕੋਈ ਮੁਸਲਮਾਨ ਏ ਇਮਰੋਜ਼। ਤੇ ਮੈਨੂੰ ਖਿੱਚ ਕੇ ਆਪਣੇ ਨਾਲ ਲਾਂਦੀ ਆਖਣ ਲੱਗੀ, ਮੈਨੂੰ ਤੇ ਕੋਈ ਫਰਕ ਨਹੀਂ ਪੈਂਦਾ। ਜੇ ਤੂੰ ਖੁਸ਼ ਏਂ ਤਾਂ ਮੈਂ ਖੁਸ਼ ਹਾਂ। ਪਰ ਲੋਕ ਬੜੀਆਂ ਗੱਲਾਂ ਕਰਦੇ ਪਏ ਨੇ। 1992 ਵਿੱਚ ਜਦੋਂ ਮੈਨੂੰ ਹਾਰਟ ਅਟੈਕ ਹੋਇਆ, ਹਸਪਤਾਲ 'ਚ ਸਾਂ ਤਾਂ ਸਬੱਬ ਨਾਲ ਅਵਤਾਰ ਕਨੇਡੇ ਤੋਂ ਆਈ ਹੋਈ ਸੀ। ਬੜੀ ਫਿਕਰਮੰਦ ਉਹ ਰਾਤਾਂ ਵੀ ਮੇਰੇ ਕੋਲ ਹਸਪਤਾਲ ਵਿੱਚ ਰਹੀ। ਇਹੋ ਜਿਹੇ ਬੜੇ ਪਿਆਰੇ ਤੇ ਨਾਜ਼ੁਕ ਪਲ ਜਿਉਣ ਲਈ ਹੁੰਦੇ ਨੇ, ਲਿਖਣ ਲਈ ਨਹੀਂ। ਤਾਂ ਵੀ ਹੁਣ ਇੰਨਾ ਹੋਰ ਲਿਖ ਦਿਆਂ ਕਿ ਕਿਸੇ ਨੂੰ ਸ਼ਾਇਦ ਦੋਸਤੀ ਲਫ਼ਜ਼ ਦੀ ਥਾਂ ਪੈ ਜਾਏ ਕਿ ਹੁਣ ਜਦੋਂ ਸਾਰੀ ਦੁਨੀਆ ਵਿੱਚ ਮਦਰਸ ਡੇ ਮਨਾਇਆ ਜਾ ਰਿਹਾ ਸੀ ਤਾਂ ਕਨੇਡਾ ਤੋਂ ਉਹਦਾ ਫ਼ੋਨ ਆਇਆ। ਮੈਂ ਇਸ ਲਈ ਫ਼ੋਨ ਕਰ ਰਹੀ ਹਾਂ ਕਿ ਤੂੰ ਮੇਰੀ ਮਾਂ ਤੇ ਮੈਂ ਤੇਰੀ ਮਾਂ। ਇਹ ਫ਼ੋਨ ਮਦਰ ਡੇ ਦੇ ਜਸ਼ਨ ਸੀ। ਇੱਕ ਖਬਰ ਸੁਣੀ ਤਾਂ ਮੈਂ ਹੈਰਾਨ ਵਕਤ ਦੇ ਮੂੰਹ ਵੱਲ ਝਾਕਣ ਲੱਗ ਪਈ। ਸ਼ਾਇਦ ਉਹ ਵੀ ਚੁੱਪਚਾਪ ਮੇਰੇ ਮੂੰਹ ਵੱਲ ਵੇਖੀ ਜਾ ਰਹੀ ਸੀ ਕਿ ਇਹ ਖਬਰ ਸੁਣ ਕੇ ਮੈਂ ਕੀ ਆਖਾਂਗੀ। ਜਿਹਨੇ ਖਬਰ ਦਿੱਤੀ ਸੀ, ਮੈਂ ਉਹਨੂੰ ਸਿਰਫ ਇੰਨਾ ਆਖਿਆ, ਸੋਚਿਆ ਸੀ ਸ਼ਾਂਤ ਮਨ ਆਪਣੇ ਸ਼ਾਂਤ ਕਮਰੇ ਵਿੱਚ ਬੈਠੀ ਦੁਨੀਆ ਤੋਂ ਵਿਦਾ ਹੋਵਾਂਗੀ। ਲਹੂ ਲਿਬੜੀ ਮੌਤ ਮੈਨੂੰ ਚੰਗੀ ਨਹੀਂ ਲੱਗਦੀ, ਪਰ ਜੇ ਕੁਦਰਤ ਨੂੰ ਉਹੀ ਮਨਜ਼ੂਰ ਹੈ ਤਾਂ ਉਹੀ ਸਹੀ। ਖਬਰ ਸੀ ਕਿ ਮੈਨੂੰ ਮਰਵਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਇਹ ਹਵਾ ਵਿੱਚ ਉੱਡਦੀ ਜਿਹੀ ਅਫਵਾਹ ਨਹੀਂ ਸੀ, ਉਹਦੇ ਕੰਨੀ ਸੁਣੀ ਸੀ ਜਿਹਨੇ ਦੱਸਿਆ। ਹਲਕਾ ਜਿਹਾ ਬੁਖਾਰ ਹੋ ਗਿਆ, ਜੋ ਕਰੀਬ 3 ਦਿਨ ਰਿਹਾ। ਇੱਕੋ ਇੱਕ ਇਮਰੋਜ਼ ਸੀ ਜੋ ਮੇਰੇ ਮਨ ਨੂੰ ਥਾਂਏ ਪਾਉਂਦਾ ਰਿਹਾ। ਮਨ ਸੰਭਲ ਗਿਆ ਸੀ, ਪਰ ਕੁਝ ਦਿਹਾੜਿਆਂ ਦੀ ਵਿੱਥ ਪਾ ਕੇ ਅਜੀਬ ਸੁਪਨਾ ਵੇਖਿਆ ਕਿ ਮਿੱਟੀ ਦੇ ਇੱਕ ਮਕਾਨ ਵਿੱਚ ਘਿਰੀ ਹੋਈਆਂ। ਮਕਾਨ ਦੀਆਂ ਕੰਧਾਂ ਵੀ ਮਿੱਟੀ ਦੀਆਂ ਹਨ ਤੇ ਬੂਹੇ ਵੀ ਮਿੱਟੀ ਦੇ, ਪਰ ਬੂਹੇ ਇਸ ਤਰ੍ਹਾਂ ਬੰਦ ਹਨ ਜਿਵੇਂ ਕੰਧਾਂ ਵਿੱਚ ਕੰਧ ਹੋ ਗਏ ਹੋਣ। ਉਸ ਵੇਲੇ ਇੱਕ ਭਿਆਨਕ ਹਾਦਸਾ ਕਰਨੀ ਪਿਆ, ਨਾਲ ਹੀ ਭਿਆਨਕ ਸੂਰਤ ਵੇਖੀ, ਇੰਨੀ ਭਿਆਨਕ ਕਿ ਕਿਆਸੀ ਨਹੀਂ ਜਾ ਸਕਦੀ। ਮੈਂ ਦੌੜ ਕੇ ਬੂਹੇ ਵੱਲ ਗਈ, ਪਰ ਬੂਹਾ ਬੰਦ ਸੀ। ਦੂਸਰੇ ਬੂਹੇ ਵੱਲ ਗਈ, ਉਹ ਵੀ ਬੰਦ ਸੀ। ਫਿਰ ਇੱਕ ਹੋਰ ਬੂਹਾ ਸਾਹਮਣੇ ਆਇਆ ਜੋ ਅਚਾਨਕ ਖੁੱਲ੍ਹ ਗਿਆ ਤੇ ਮੈਂ ਉਹਦੇ ਵਿੱਚੋਂ ਨਿਕਲ ਕੇ ਬਾਹਰ ਪੌੜੀਆਂ ਵੱਲ ਵਧੀ ਕਿ ਉਹ ਪੌੜੀਆਂ ਉਤਰ ਕੇ ਮੈਂ ਉਸ ਮਕਾਨ ਵਿੱਚ ਸ਼ਾਇਦ ਨਿਕਲ ਜਾਵਾਂਗੀ। ਖੌਫ ਜ਼ਦਾ ਜਿਹੀ ਨੇ ਪਿਛਾਂਹ ਵੇਖਿਆ। ਖਿਆਲ ਸੀ ਕਿ ਉਹ ਭਿਆਨਕ ਸੂਰਤ ਮੇਰਾ ਪਿੱਛਾ ਕਰ ਰਹੀ ਹੋਵੇਗੀ, ਪਰ ਉਹ ਨਹੀਂ ਸੀ। ਮੈਂ ਛੇਤੀ ਨਾਲ ਉਸ ਮਕਾਨ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸਾਂ, ਜਿਸ ਵੇਲੇ ਜਾਗ ਆ ਗਈ। ਇਮਰੋਜ਼ ਨੂੰ ਸੁਪਨਾ ਸੁਣਾਇਆ, ਪਰ ਹੁਣ ਮੈਂ ਖੌਫਜ਼ਦਾ ਨਹੀਂ ਸਾਂ। ਆਪਣੇ ਹੀ ਸੁਪਨੇ ਦੀ ਤਸਰੀਹ ਕੀਤੀ ਕਿ ਉਹ ਮਿੱਟੀ ਦਾ ਮਕਾਨ ਮੇਰੀ ਆਪਣੀ ਕਾਇਆ ਦਾ ਪ੍ਰਤੀਕ ਹੈ ਤੇ ਉਹ ਭਿਆਨਕ ਸੂਰਤ ਜੋ ਵਿਖਾਈ ਦਿੱਤੀ, ਉਹ ਮੇਰੇ ਖੌਫ ਦੀ ਸੀ, ਮੇਰੇ ਅੰਦਰ ਪਏ ਖੌਫ ਦੀ। ਤੇ ਜਦੋਂ ਮੈਂ ਉਹਦੇ ਤੋਂ ਛੁੱਟਣ ਲਈ ਬਾਹਰ ਵੱਲ ਵਧੀ ਤਾਂ ਉਹਨੇ ਮੇਰਾ ਪਿੱਛਾ ਨਹੀਂ ਕੀਤਾ। ਇਸ ਆਪਣੇ ਖੌਫ ਤੋਂ ਹੀ ਮੈਂ ਆਪ ਮੁਕਤ ਹੋਣਾ ਹੈ। ਚੇਤਨ ਸਤਹ ਉੱਤੇ ਸੋਚ ਜਾਣਾ ਸ਼ਾਇਦ ਕਾਫੀ ਨਹੀਂ ਹੁੰਦਾ, ਕਈ ਅੰਸ਼ ਅੰਦਰ ਕਿਤੇ ਪਿਆ ਰਹਿ ਜਾਂਦਾ ਹੈ। ਕੁਝ ਇੰਜ ਜਾਪਦਾ ਹੈ, ਸੋਚ ਲਿਆ ਸੀ ਜੋ ਕੁਦਰਤ ਚਾਹੇਗੀ ਮੈਨੂੰ ਉਹੀ ਮਨਜ਼ੂਰ ਹੋਵੇਗਾ, ਪਰ ਇੱਕ ਉਦਾਸੀ ਜਿਹੀ ਜੋ ਦਿਸਦੀ ਨਹੀਂ, ਅੰਦਰ ਕਿਤੇ ਉਤਰ ਗਈ ਸੀ। ਬੁਖਾਰ ਤਾਂ ਨਹੀਂ ਹੋਇਆ, ਪਰ ਇੱਕ ਦਰਦ ਜਿਹੀ ਸਾਰੇ ਬਦਨ ਵਿੱਚ ਹੋਣ ਲੱਗ ਪਈ। ਮੋਢਿਆਂ ਵਿੱਚ ਵੀ, ਪਿੱਠ ਵਿੱਚ ਵੀ ਤੇ ਪੈਰਾਂ ਤੱਕ ਬਦਨ ਕੱਸਿਆ ਸੀ। 15 ਅਕਤੂਬਰ ਦੀ ਰਾਤ ਸੀ ਜਿਸ ਵੇਲੇ ਇੱਕ ਜੰਗਲ ਵਿੱਚ ਸਾਈਂ ਨੂੰ ਵੇਖਿਆ। ਇੱਕ ਰੁੱਖ ਹੇਠਾਂ ਬੈਠੇ ਸਨ। ਆਸ-ਪਾਸ 5-6 ਲੋਕ ਸਨ। ਮੈਂ ਵੀ ਸਾਂ ਕਿ ਉਹ ਮੇਰੇ ਵੱਲ ਇਸ਼ਾਰਾ ਕਰਕੇ ਕਿਸੇ ਹੋਰ ਨੂੰ ਕਹਿਣ ਲੱਗੇ, ਯਹ ਮੁਝੇ ਰੋਜ਼ ਪਾਰੀਜਾਤ ਕੇ ਫੂਲ ਦੇਤੀ ਹੈ। ਇਹ ਠੀਕ ਸੀ ਕਿ ਮੇਰੇ ਘਰ ਦਾ ਪਾਰੀਜਾਤ ਦਾ ਰੁੱਖ ਜਦੋਂ ਅਗਸਤ ਦੇ ਅਖੀਰ ਤੋਂ ਲੈ ਕੇ ਨਵੰਬਰ ਤੱਕ ਫੁੱਲਾਂ ਨਾਲ ਭਰ ਜਾਂਦਾ ਹੈ ਤਾਂ ਇਮਰੋਜ਼ ਇੱਕ ਵੱਡੀ ਥਾਲੀ ਫੁੱਲਾਂ ਦੀ ਭਰ ਕੇ ਕਮਰੇ ਵਿੱਚ ਲੈ ਆਉਂਦੇ ਹਨ ਤੇ ਮੈਂ ਫੁੱਲਾਂ ਨੂੰ ਇੱਕ ਕੇਸਰੀ ਜਿਹੇ ਰੰਗ ਦੇ ਮਿੱਟੀ ਦੇ ਵੱਡੇ ਸਾਰੇ ਪਿਆਲੇ ਵਿੱਚ ਪਾ ਕੇ ਸਾਈਂ ਦੇ ਅੱਗੇ ਰੱਖ ਦਿੰਦੀ ਹਾਂ। ਇੱਕ ਤਸਕੀਨ ਜਿਹੀ ਹੋਈ ਕਿ ਰੋਜ਼ ਜੋ ਫੁੱਲ ਸਾਈਂ ਨੂੰ ਅਰਪਦੀ ਹਾਂ, ਸਾਈਂ ਜਾਣਦੇ ਹਨ। ਤੇ ਇੰਨੇ ਵਿੱਚ ਸਾਈਂ ਮੇਰੇ ਵੱਲ ਵੇਖ ਕੇ ਕਹਿਣ ਲੱਗੇ, ਪਾਰੀਜ਼ਾਤ ਕੇ ਫੂਲ ਉਬਾਲ ਕਰ
इसके पानी में आटा गੂंद कर रोटी खा ले। ਇਹ ਲਫ਼ਜ਼ ਸਨ ਜਦੋਂ ਮੈਂ ਜਾਗ ਗਈ। ਮਨ ਸੱਚਮੁੱਚ ਫੁੱਲਾਂ ਵਾਂਗ ਖਿੜਦਾ ਪਿਆ ਸੀ ਜਦੋਂ ਮੈਂ ਕਾਕਾ ਨੂੰ ਫ਼ੋਨ ਕੀਤਾ ਤੇ ਦੱਸਿਆ ਰਾਤ ਨੂੰ ਸਾਈਂ ਇੱਕ ਨੁਸਖਾ ਦੇ ਗਏ ਹਨ। ਉਹਨਾਂ ਦਾ ਕਹਿਣਾ ਸੀ ਕਿ ਵੈਦ ਨੂੰ ਜਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਅਗਰ ਸਾਈਂ ਕਹਿ ਗਏ ਹਨ ਤਾਂ ਇਹ ਇੱਕ ਬੇਮਿਸਾਲ ਨੁਸਖਾ ਹੈ। ਅੱਜ ਤੋਂ ਹੀ ਰੋਜ਼ ਫੁੱਲਾਂ ਦੇ ਪਾਣੀ ਦੀ ਰੋਟੀ ਬਣਾ ਕੇ ਖਾਇਆ ਕਰ। ਇੱਕ ਦਿਨ ਹੋਰ ਲੰਘ ਗਿਆ। ਮੈਂ ਵੈਦ ਜੀ ਨੂੰ ਫ਼ੋਨ ਕੀਤਾ, ਪੁੱਛਿਆ ਕਿ ਪਾਰੀਜਾਤ ਦੇ ਫੁੱਲਾਂ ਨੂੰ ਉਬਾਲ ਕੇ ਉਹਦੇ ਪਾਣੀ ਨਾਲ ਆਟਾ ਗੁੰਨ ਕੇ ਰੋਟੀ ਖਾਧੀ ਜਾ सकती है। वैद्य जी बोले, अरे ये तो बहुत अच्छा नुस्खा है, बदन की सारी पीड़ा हट जाएगी, कभी बुखार भी नहीं होगा। हम लोग पारिजात के पेड़ के छिलके से कई दवाइयाँ बनाते हैं, नरम पत्ते भी दवाइयों में डालते हैं, मिल जाए तो फूल भी। तो वैद्य जी पूछने लगे, यह नुस्खा किसने बताया? मैं हंस पई, कहा साईं बता गए रात सुपने में। वैद्य जी बहुत ही हैरान नहीं हुए, कहने लगे, बहू आपको बता सकते हैं, आगे भी किसी को स्वप्न में दवा दी थी आपको। आज से ही उस पानी की रोटी खाना शुरू कर दो। ਇਤਿਹਾਸ ਤੇ ਪੁਰਾਣ। ਓਸ਼ੋ ਨੇ ਇਤਿਹਾਸ ਤੇ ਪੁਰਾਣ ਦੀ ਆਤਮਾ ਨੂੰ ਛੂਹ ਕੇ ਇੱਕ ਵੇਰਵਾ ਦਿੱਤਾ ਹੈ। ਜੇ ਤੁਸਾਂ ਇਤਿਹਾਸ ਵਿੱਚ ਰਹਿਣਾ ਹੈ ਤਾਂ ਆਪਣੀ ਆਤਮਾ ਗਵਾਉਣੀ ਪਵੇਗੀ, ਕਿਉਂਕਿ ਆਤਮਾ ਦੀ ਕੋਈ ਪੁੱਛ ਇਤਿਹਾਸ ਵਿੱਚ ਨਹੀਂ ਹੁੰਦੀ। ਦੋਜ਼ਖ ਦਾ ਇਤਿਹਾਸ ਲਿਖਿਆ ਜਾਂਦਾ ਹੈ, ਜੰਨਤ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਸੇ ਲਈ ਪੂਰਬ ਦੇ ਦੇਸ਼ਾਂ ਕੋਲ ਇਤਿਹਾਸ ਨਹੀਂ। ਅਸਾਂ ਕਦੇ ਲਿਖਣਾ ਨਹੀਂ ਚਾਹਿਆ, ਲਿਖਣ ਦੇ ਕਾਬਲ ਨਹੀਂ ਮੰਨਿਆ। ਜੋ ਵੀ ਲਿਖਣ ਜੋਗਾ ਜਾਪਦਾ ਹੈ ਉਹ ਸਭ ਵਾਧੂ ਦਾ ਸੀ। ਜੋ ਲਿਖਣ ਜੋਗਾ ਸੀ ਉਹ ਲਿਖਿਆ ਨਹੀਂ ਜਾ ਸਕਦਾ ਸੀ। ਇਸ ਲਈ ਅਸਾਂ ਪੁਰਾਣ ਲਿਖੇ, ਇਤਿਹਾਸ ਨਹੀਂ। ਪੁਰਾਣ ਤੱਤ ਦੀ ਗੱਲ ਹੈ, ਸਾਰ ਦੀ। ਇਸ ਲਈ ਅਸੀਂ ਬੁੱਧ ਦੇ ਬਾਰੇ ਨਹੀਂ ਲਿਖਿਆ, ਬੁੱਧਤਵ ਦੇ ਬਾਰੇ ਲਿਖਿਆ। ਅਜਿਹੀ ਕਹਾਣੀ ਘੜੀ ਜਿਹਦੇ ਵਿੱਚ ਬੁੱਧਵਤ ਆਏ, ਤੱਤ ਆ ਜਾਏ, ਸਾਰ ਆ ਜਾਏ। ਇਸ ਲਈ ਪੱਛਮ ਦੇ ਲੋਕਾਂ ਨੂੰ ਸ਼ੰਕਾ ਹੁੰਦੀ ਹੈ ਕਿ ਬੁੱਧ ਹੈ ਵੀ ਸਨ ਕਿ ਨਹੀਂ, ਤੀਰਥੰਕਰ ਹੈ ਵੀ ਸਨ ਕਿ ਨਹੀਂ। ਤੁਸੀਂ ਜੈਨ ਮੰਦਰਾਂ ਵਿੱਚ ਜਾਓ, 24 ਤੀਰਥੰਕਰਾਂ ਦੀਆਂ ਮੂਰਤੀਆਂ ਮਿਲਣਗੀਆਂ। ਕੁਝ ਫਰਕ ਪਤਾ ਨਹੀਂ ਲੱਗੇਗਾ ਕਿ ਕਿਹੜੀ ਮੂਰਤੀ ਕਿਸ ਤੀਰਥੰਕਰ ਦੀ ਹੈ। ਸਾਰੇ ਇੱਕੋ ਤਰ੍ਹਾਂ ਬੈਠੇ ਹਨ, ਇਹੋ ਜਿਹੇ ਧਿਆਨ ਵਿੱਚ ਲੀਨ। ਉਹਨਾਂ ਦੀਆਂ ਸੂਰਤਾਂ ਜ਼ਰੂਰ ਵੱਖ-ਵੱਖ ਹੋਣਗੀਆਂ। 24 ਜਣੇ ਸਨ, ਸ਼ਕਲਾਂ ਅਲੱਗ ਹੋਣਗੀਆਂ। ਇੱਕੋ ਸ਼ਕਲ ਸੂਰਤ ਦੇ 24 ਕਿਵੇਂ ਹੋ ਸਕਦੇ ਹਨ? ਪਛਾਣ ਵਾਸਤੇ ਮੂਰਤੀਆਂ ਦੇ ਹੇਠਾਂ ਨਿੱਕੇ-ਨਿੱਕੇ ਨਿਸ਼ਾਨ ਬਣਾ ਦਿੱਤੇ ਗਏ ਹਨ, ਕਮਲ ਜਾਂ ਫੁੱਲ ਜਾਂ ਕੁਝ ਹੋਰ। ਨਹੀਂ ਤਾਂ 24 ਮੂਰਤੀਆਂ ਇੱਕੋ ਜਿਹੀਆਂ ਹਨ। ਪੱਛਮ ਆਖਦਾ ਹੈ ਇਹ ਗੈਰ ਇਤਿਹਾਸਕ ਗੱਲ ਹੈ, ਕਿਉਂਕਿ 24 ਆਦਮੀ ਇੱਕੋ ਜਿਹੀ ਸ਼ਕਲ ਸੂਰਤ ਦੇ ਨਹੀਂ ਹੋ ਸਕਦੇ, ਇੱਕੋ ਜਿਹੇ ਕੱਦ ਦੇ, ਇੱਕੋ ਜਿਹੀ ਬਣਤਰ ਦੇ। ਸਾਨੂੰ ਇੱਕ ਤੀਰਥੰਕਰ ਦਾ ਫਿਕਰ ਨਹੀਂ, ਕਿਉਂਕਿ ਉਹਨਾਂ ਨੇ ਜੋ ਪਾਇਆ ਇੱਕੋ ਜਿਹਾ ਹੈ। ਇਸ ਲਈ ਇੱਕੋ ਮੂਰਤੀ ਬਣਾ ਦਿੱਤੀ, ਹਰ ਬੁੱਧ ਨੂੰ ਇੱਕੋ ਘਟਨਾ 'ਚ ਸਮਾ ਦਿੱਤਾ, ਸਭ ਅਵਤਾਰਾਂ ਨੂੰ ਇੱਕ ਅਵਤਾਰ ਵਿੱਚ। ਤੱਥ ਸਾਰ ਨੂੰ ਅਸਾਂ ਸਿਧਾਂਤ ਬਣਾ ਲਿਆ, ਇਤਿਹਾਸ ਦੀ ਚਿੰਤਾ ਛੱਡ ਦਿੱਤੀ, ਕਿਉਂਕਿ ਇਤਿਹਾਸ ਘਟਨਾਵਾਂ ਦਾ ਫਿਕਰ ਕਰਦਾ ਹੈ। ਅਸਾਂ ਉਹਦਾ ਫਿਕਰ ਕੀਤਾ ਜੋ ਅੰਦਰ ਹੈ, ਜੋ ਘਟਨਾ ਨਹੀਂ, ਹੋਂਦ ਹੈ। ਇਸ ਲਈ ਅਸਾਂ ਪੁਰਾਣ ਰਚਿਆ। ਪੁਰਾਣ ਦਾ ਅਰਥ ਹੈ ਸਾਰ, ਸੁਗੰਧ ਇਕੱਠੀ ਕਰ ਲੈਣਾ। ਇਸੇ ਲਈ ਪੁਰਾਣ ਸਦੀਵੀ ਹੈ, ਜੋ ਪਹਿਲੋਂ ਹੋਇਆ, ਜੋ ਹੋ ਰਿਹਾ ਹੈ, ਜੋ ਅੱਗੋਂ ਵੀ ਹੋਵੇਗਾ। ਇਤਿਹਾਸ ਦਾ ਮਤਲਬ ਹੈ ਜੋ ਹੋਇਆ ਬੀਤ ਗਿਆ। ਜੋ ਹੁਣ ਹੋ ਰਿਹਾ ਹੈ ਉਹਦੇ ਵਰਗਾ ਨਹੀਂ, ਜੋ ਅੱਗੇ ਹੋਵੇਗਾ ਕੁਝ ਹੋਰ ਹੋਵੇਗਾ। ਇਤਿਹਾਸ ਗੈਰ ਜ਼ਰੂਰੀ ਵਿਸਤਾਰ ਹੈ, ਪੁਰਾਣ ਆਤਮਾ ਹੈ, ਸਾਰ ਤੱਤ ਹੈ। ਮੇਰੇ ਮਨ ਦਾ ਠੀਕ ਇਹੋ ਆਲਮ ਸੀ ਜਦੋਂ ਮੈਂ ਕਿਹਾ ਰਸੀਦੀ ਟਿਕਟ ਦਾ ਕਾਇਆ ਕਲਪ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਘਟਨਾਵਾਂ ਦੇ ਨਾਂ ਥੇ ਗੈਰ ਜ਼ਰੂਰੀ ਹਨ। ਅਗਲੇ ਵਰ੍ਹਿਆਂ ਵਿੱਚ ਉਹਨਾਂ ਹਾਦਸਿਆਂ ਤੋਂ ਵੀ ਕਿਤੇ ਵੱਧ ਤੱਤੇ ਹਾਦਸੇ ਹੋਏ, ਅਜੇ ਵੀ ਹੋ ਰਹੇ ਹਨ, ਪਰ ਸਾਰਾ ਵਿਸਤਾਰ ਬੇਲੋੜਾ ਹੈ। ਅੱਗ ਸਿਆਹੀ ਤਾਕਤ ਦੀ ਹੈ ਜੋ ਇਹ ਸਭ ਕੁਝ ਵਰਤਾਂਦੀ ਹੈ। ਆਪਣੀ ਕਿਸੇ ਉਦਾਸੀ ਤੋਂ ਮੈਨੂੰ ਇਨਕਾਰ ਨਹੀਂ। ਇਸੇ ਲਈ ਮੈਂ ਇੱਕ ਵਾਕਿਆ ਦਰਵੇਸ਼ਾਂ ਦੀ ਮਹਿੰਦੀ ਵਿੱਚ ਲਿਖਿਆ ਸੀ। 14 ਮਾਰਚ 1992 ਦੀ ਰਾਤ, ਜਦੋਂ ਸਿਰੜੀ ਸਾਈਂ ਨੇ ਆਪ ਸਾਹਮਣੇ ਖਲੋਤੀ ਨੂੰ ਪੁੱਛਿਆ ਸੀ, ਤੁਮ ਉਦਾਸ ਕਿਉਂ ਹੋ? ਤੇ ਮੈਂ ਉਸ ਵੇਲੇ ਜਵਾਬ ਦਿੱਤਾ ਸੀ, ਕਿਆ ਕਰੂੰ ਸਾਈਂ, ਮੇਰੇ ਚਾਰੋਂ ਤਰਫ ਝੂਠ ਫੈਲਾ ਹੁਆ ਹੈ। ਸਿਰੜੀ ਸਾਈ ਦਾ ਸਖਿਆਤ ਦਰਸ਼ਨ ਤੇ ਸੁਪਨੇ ਵਿੱਚ ਵੀ ਉਹਨਾਂ ਦੇ ਪ੍ਰਸ਼ਨ ਦਾ ਇਹ ਉੱਤਰ ਕਿ ਕਿਆ ਕਰੂੰ ਸਾਈਂ, ਮੇਰੇ ਚਾਰੋਂ ਤਰਫ ਝੂਠ ਫੈਲਾ ਹੁਆ ਹੈ, ਮੂੰਹੋਂ ਬੋਲਦਾ ਵਾਕਿਆ ਹੈ ਕਿ ਮੇਰੇ ਅੰਦਰ ਕਿਹੋ ਜਿਹਾ ਦਰਦ ਲੱਥਾ ਹੋਇਆ ਹੈ। ਹਰ ਝੂਠ ਦੇ ਹਾਦਸੇ ਵਿੱਚੋਂ ਲੰਘਣ ਦਾ ਕਿ ਸੁਪਨੇ ਵਿੱਚ ਵੀ ਉਸੇ ਦੀ ਗੱਲ ਮੂੰਹੋਂ ਨਿਕਲੀ, ਤੱਤ ਸਾਰ ਦੀ ਨਹੀਂ।
ਉਹਨਾਂ ਦੁੱਖਾਂ ਦਾ ਤੱਤ ਸਾਰ ਹੋਵੇ ਜਾਂ ਅੰਤਰ ਚੇਤਨਾ ਦਾ। ਇਸ ਲਈ ਮੈਂ ਰਸੀਦੀ ਟਿਕਟ ਵਿੱਚੋਂ ਬਹੁਤ ਸਾਰੇ ਨਾਂ ਥਾਂ ਛੱਡ ਦਿੱਤੇ ਹਨ। ਦਰਦ ਦੀ ਸੂਰਤ ਇੱਕੋ ਹੁੰਦੀ ਹੈ। ਅੱਜ ਕੋਈ ਇੱਕ ਨਾਂ ਵਾਲਾ ਦੁੱਖ ਦੇ ਰਿਹਾ ਹੁੰਦਾ ਹੈ, ਕੱਲ੍ਹ ਕੋਈ ਦੂਜੇ ਨਾਂ ਵਾਲਾ। ਇਸ ਲਈ ਨਾਵਾਂ ਦੀ ਗੱਲ ਛੱਡ ਕੇ ਇੱਕ ਦਿਨ ਮੈਂ ਸਾਰ ਨੂੰ ਪਹਿਚਾਣਿਆ, ਸਿਆਹ ਤਾਕਤਾਂ ਦੇ ਸਾਰ ਸੱਤ ਨੂੰ, ਤੇ ਸਾਰਿਆਂ ਨਾਵਾਂ ਨੂੰ ਹੱਥ ਨਾਲ ਪਰਾਂ ਕਰਕੇ ਸਿਆਹ ਤਾਕਤ ਦੀ ਗੱਲ ਕੀਤੀ ਇੱਕ ਨਜ਼ਮ ਵਿੱਚ। ਵੇਦ ਵਿੱਚ ਗਿਆਨਤੀ ਸ਼ਕਤੀਆਂ ਦੀ ਪੂਜਾ ਪ੍ਰਾਰਥਨਾ ਦੇ ਨਾਲ ਇਹੋ ਜਿਹੀ ਪ੍ਰਾਰਥਨਾ ਵੀ ਹੈ। ਹੇ ਇੰਦਰ, ਮੈਂ ਤੇਰੀ ਪੂਜਾ ਕਰਦਾ ਹਾਂ, ਤੇਰੀ ਪ੍ਰਾਰਥਨਾ ਅਰਚਨਾ ਤੇਰੇ ਲਈ ਯੱਗ ਕਰਦਾ ਹਾਂ। ਤੂੰ ਕੁਝ ਇੰਜ ਕਰ ਕਿ ਮੇਰੇ ਗਵਾਂਢੀ ਦੀ ਫਸਲ ਉੱਜੜ ਜਾਏ, ਦੁਸ਼ਮਣ ਦੇ ਖੇਤ ਸੜ ਜਾਣ, ਜਿਵੇਂ ਬਿਜਲੀ ਡਿੱਗਦੀ ਹੈ। ਇਸ ਤਰ੍ਹਾਂ ਕੁਝ ਹੋਵੇ, ਮੇਰਾ ਦੁਸ਼ਮਣ ਨਾ ਰਹੇ। ਤੇ ਇਹਦੀ ਗੱਲ ਕਰਕੇ ਅੱਜ ਇਮਰੋਜ਼ ਮੇਰੀ ਇਸ ਰਸੀਦੀ ਟਿਕਟ ਨੂੰ ਪੜ੍ਹਦਿਆਂ ਆਖ ਰਹੇ ਹਨ, ਵੇਦ ਵਿੱਚ ਦੀਆਂ ਇਹ ਗੱਲਾਂ ਸਨ ਕਿ ਬੁੱਧ ਨੂੰ ਔਖੀ ਬਣੀ। ਉਹਨਾਂ ਕਿਹਾ, ਵੇਦਾਂ ਦਾ ਜ਼ਿਕਰ ਨਾ ਕਰੋ। ਮਹਾਬੀਰ ਨੂੰ ਵੀ ਔਖੀ ਬਣੀ ਤੇ ਬਰਕਤੇ, ਮੈਂ ਸਮਝਦਾ ਹਾਂ ਕਿ ਤੈਨੂੰ ਵੀ ਉਹ ਔਖੀ ਬਣੀ ਹੋਈ ਹੈ। ਪਰ ਜਿਸ ਤਰ੍ਹਾਂ ਵੇਦ ਕੋਈ ਧਰਮ ਗ੍ਰੰਥ ਨਹੀਂ, ਜ਼ਿੰਦਗੀ ਵੀ ਕੋਈ ਧਰਮ ਗ੍ਰੰਥ ਨਹੀਂ। ਵੇਦ ਨੇ ਆਮ ਬੰਦੇ ਦੀ ਗੱਲ ਵੀ ਉਸੇ ਸਹਿਜਤਾ ਨਾਲ ਲਿਖੀ ਜਿਸ ਤਰ੍ਹਾਂ ਰੱਬ ਦੇ ਕਿਸੇ ਤਲਬਗਾਰ ਦੀ ਗੱਲ ਲਿਖੀ। ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਲੋਕ ਹਨ। ਹਵਨ ਦੀ ਅੱਗ ਵਿੱਚੋਂ ਉੱਠਦੇ ਧੂਏ ਵਰਗੇ ਵੀ, ਤੇ ਦੁਸ਼ਮਣੀ ਦੀ ਅੱਗ ਨਾਲ ਤਪਦੇ ਲੋਕ ਵੀ। ਤੇ ਤੇਰਾ ਸਵਾਲ ਬਣਿਆ ਰਹਿੰਦਾ ਹੈ ਕਿ ਉਹ ਲੋਕ ਕਿਉਂ ਹਨ। ਮੈਂ ਇਮਰੋਜ਼ ਦੇ ਮੂੰਹ ਵੱਲ ਇੰਜ ਵੇਖ ਰਹੀ ਸਾਂ ਜਿਵੇਂ ਕ੍ਰਿਸ਼ਨ ਵੱਲ ਵੇਖ ਰਹੀ ਹੋਵਾਂ। ਕ੍ਰਿਸ਼ਨ ਵੀ ਵੇਦ ਤੋਂ ਫਿਕਰਮੰਦ ਹੋਏ ਸਨ, ਪਰ ਬੁੱਧ ਵਾਂਗ ਨਹੀਂ। ਕ੍ਰਿਸ਼ਨ ਨੇ ਵਾਸਨਾਮਈ ਪੂਜਾ ਪਾਠ ਤੋਂ ਪਾਰ ਜਾਣ ਦੀ ਗੱਲ ਆਖੀ ਸੀ, ਤੇ ਅੱਜ ਇਮਰੋਜ਼ ਵੀ ਜ਼ਿੰਦਗੀ ਦੇ ਸਵੀਕਾਰ ਨਾਲ ਆਖ ਰਹੇ ਸਨ, ਅਮਰਤਾ ਨੂੰ ਇਸ ਉਦਾਸੀ ਤੋਂ ਪਾਰ ਜਾਣਾ ਹੈ। ਜੋ ਹੁੰਦਾ ਹੈ ਹੋਣ ਦੇ, ਕਤਲ ਵੀ ਹੁੰਦਾ ਹੈ ਤਾਂ ਹੋਣ ਦੇ, ਮੈਂ ਤੇਰੇ ਨਾਲ ਹਾਂ। ਪਹਿਲਾਂ ਵੀ ਕਈ ਵਾਰ ਇਮਰੋਜ਼ ਦੀ ਅਡੋਲਤਾ ਨੂੰ ਵੇਖਿਆ ਸੀ ਤੇ ਉਸੇ ਦੇ ਜਲਾਲ ਨੂੰ ਵੇਖਦਿਆਂ ਹਿੱਲ ਪੰਗਰ ਗਈ ਸਾਂ। ਲਿਖਿਆ ਸੀ, ਅੱਜ ਮੈਂ ਇਸ ਨਦੀ ਵਿੱਚ ਪੈਰ ਪਾਉਣਾ ਹੈ ਤੇ ਸਾਰਿਆਂ ਪ੍ਰਸ਼ਨਾਂ ਤੋਂ ਪਾਰ ਜਾਣਾ ਹੈ। ਤੇ ਅੱਜ ਵੀ ਇੰਜ ਹੋਇਆ। ਪਰ ਅੰਦਰੋਂ ਕਿਤੋਂ ਜਾਣਦੀ ਹਾਂ ਕਿ ਇਸ ਅਵਸਥਾ ਦੀ ਮੁਰਾਦ ਨੂੰ ਹੱਥ ਪਾ ਕੇ ਵੀ ਮੇਰਾ ਹੱਥ ਹਿੱਲ ਗਿਆ ਹੈ, ਤੇ ਮੁਰਾਦ ਮੇਰੇ ਹੱਥੋਂ ਤਿਲਕ ਜਾਂਦੀ ਹੈ, ਆਪਣਾ ਆਪ ਮੇਰੇ ਹੱਥੋਂ ਤਿਲਕ ਜਾਂਦਾ ਹੈ। 25 ਜੂਨ 1957। ਸਮਾਪਤ।